ਰਾਮ ਕਲੀ ਕੀ ਵਾਰ। ਇਹ ਰਾਮ ਕਲੀ ਰਾਗਣੀ ਦੀ ਉਹ ਵਾਰ ਹੈ। ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਜੋ ਰਾਏ ਬਲਵੰਡ ਅਤੇ ਸਤੇ ਮਰਾਸੀ ਰਬਾਬੀ ਨੇ ਕਥਨ ਕੀਤੀ ਹੈ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਨਾਉ ਕਰਤਾ ਕਾਦਰ ਕਰੇ। ਕਰਤਾ ਰਚਨਹਾਰ ਵਾਹਿਗੁਰੂ ਜਿਸ ਦੇ ਨਾਮ ਨੂੰ ਸਮਰੱਥ ਕਰ ਦੇਵੇ, ਭਾਵ ਸਰਬ ਸ਼ਕਤੀਮਾਨ ਬਣਾ ਕੇ ਕੁਦਰਤ ਦਾ ਮਾਲਕ ਬਣਾ ਦੇਵੇ। ਇਸੇ ਪ੍ਰਕਾਰ ਨਾਉ ਕਰਤਾ ਕਾਦਰ ਕਰੇ। ਕਰਤਾ ਪੁਰਖ ਜਿਸ ਦੇ ਨਾਮ ਨੂੰ ਆਪਣੇ ਸਦਰਸ਼ ਕਰ ਦੇਵੇ, ਆਪਣੀ ਬਰਾਬਰ ਕਰ ਦੇਵੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਪ੍ਰਤੀ ਬਚਨ ਨੇ, ਕਿਉਂਕਿ ਆਪ ਆਪਣਾ ਸਰੂਪ ਧਾਰ ਕੇ ਗੁਰੂ ਨਾਨਕ ਸਰੂਪ ਦੇ ਵਿੱਚ ਵਾਹਿਗੁਰੂ ਆਇਆ ਹੈ। ਇਸੇ ਕਰਕੇ ਸਤਿਗੁਰਾਂ ਦਾ ਨਾਮ ਪਰਮੇਸ਼ਰ ਨੇ ਆਪਣੇ ਤੁਲ ਕੀਤਾ ਹੋਇਆ ਹੈ। ਜਿਵੇਂ ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਇਕੋ ਨੈਣ। ਸੋ ਜੋ ਕਰਤਾ ਪੁਰਖ ਵਾਹਿਗੁਰੂ ਅਕਾਲ ਪੁਰਖ ਹੈ, ਸੋ ਜਿਸ ਨੂੰ ਆਪ ਦੇ ਸਦਰਸ਼, ਆਪ ਦੇ ਬਰਾਬਰ, ਆਪ ਦਾ ਰੂਪ ਬਣਾ ਦੇਵੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਤ ਬਚਨ ਨੇ ਭੱਟਾਂ ਦੇ। ਕਲਗੀਧਰ ਨੇ ਖੁਦ ਆਪ ਲਿਖਿਆ, ਮੈਂ ਹਉ ਪਰਮ ਪੁਰਖ ਕੋ ਦਾਸਾ। ਜਾਂ ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚੋਰ ਕਰਬੇ ਕੋ ਸਾਜਾ। ਜਿਹੜਾ ਪੁੱਤਰ ਹੈ ਉਹ ਪਿਓ ਦਾ ਦੂਜਾ ਰੂਪ ਹੀ ਹੁੰਦਾ ਹੈ। ਤੋ ਇਸ ਤਰ੍ਹਾਂ ਜਿਸ ਨੂੰ ਮਾਲਕ ਆਪ ਦੇ ਬਰਾਬਰ ਕਰ ਦੇਵੇ। ਕਿਉ ਬੋਲ ਹੋਵੇ ਜੋ ਖੀਵਦਾ। ਉਸ ਦੇ ਜੋ ਬਚਨ ਹੁੰਦੇ ਨੇ, ਉਹਨਾਂ ਬਚਨਾਂ ਨੂੰ ਕਿਸੇ ਵੀ ਜੀਵ ਤੋਂ ਬੁੱਧ ਰੂਪ ਤੱਕੜੀ ਚ ਪਾ ਕੇ ਕਿਸ ਪ੍ਰਕਾਰ ਜੋ ਖੀਵਦਾ, ਜੋਖਣਾ ਹੋਵੇ, ਭਾਵ ਤੋਲਣਾ ਹੋਵੇ, ਜਾਂ ਬੋਲਾਂ ਕਰਕੇ ਉਸ ਦਾ ਜੋਖਣਾ ਕਿਸ ਪ੍ਰਕਾਰ ਹੋਵੇ। ਇਸੇ ਤਰ੍ਹਾਂ ਜੋ ਖੀਵਦਾ, ਜੋ ਉਸ ਦੇ ਬੋਲ ਬਚਨ ਨੇ, ਉਹਨਾਂ ਬਚਨਾਂ ਦਾ ਕਿਸ ਪ੍ਰਕਾਰ ਖੀਵਦਾ ਸਹਾਰਨਾ ਹੋਵੇ, ਭਾਵ ਸਹਾਰੇ ਨਹੀਂ ਜਾਂਦੇ। ਗੁਰਾਂ ਦੀ ਕਿਰਪਾ ਤੋਂ ਬਗੈਰ ਕਿਵੇਂ ਬਚਨ ਸਹਾਰੇ ਜਾ ਸਕਦੇ ਨੇ, ਭਾਵ ਨਹੀਂ ਸਹਾਰੇ ਜਾ ਸਕਦੇ। ਉੱਥੇ ਕਿਸ ਤਰ੍ਹਾਂ ਬੋਲ ਝਗੜਾ ਹੋ ਸਕਦਾ ਹੈ। ਕਿਉਂ ਬੋਲ ਬਹੁਤਾ ਬੋਲਣ ਚੱਕਣ ਹੋਏ, ਵੱਡੇ ਬੰਦੇ ਨਾਲ ਝਗੜਾ ਕਰ ਹੀ ਨਹੀਂ ਸਕਦੇ। ਜਿੱਥੇ ਜੋ ਖੀਵਦਾ ਤੋਲਿਆ ਜਾ ਰਿਹਾ, ਭਾਵ ਪੂਰਾ ਤੋਲ ਰਿਹਾ ਹੈ, ਅਰਥਾਤ ਇਨਸਾਫ ਪਹਿਲਾਂ ਹੀ ਹੋ ਰਿਹਾ, ਝਗੜੇ ਦਾ ਮਤਲਬ ਹੀ ਕੋਈ ਨਹੀਂ ਹੈ। ਸੋ ਇਸ ਵਾਸਤੇ ਦੇ ਗੁਨਾ ਸਤ ਭੈਣ ਭਰਾਵ ਹੈ। ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚ ਅਤੇ ਦੇਵੀ ਗੁਣ ਭੈਣ ਅਤੇ ਭਰਾ ਹਨ, ਜਾਂ ਸੰਤੋਖ ਆਦਿਕ ਦੇਵੀ ਗੁਣ
ਭਰਾ ਤੇ ਕਰੁਣਾ ਮੈਤਰੀ ਮਦਤਾ ਰੂਪ ਭੈਣਾਂ ਹਨ। ਪਾਰੰਗਤ ਦਾਨ ਪੜੀ ਵਧੈ। ਜਿਸ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਦਰਬਾਰ ਦੇ ਵਿੱਚੋਂ ਪਰਮ ਗਤੀ ਕੇਵਲ ਮੋਖ ਦਾ ਦਾਨ ਪੜੀਵ ਦਾ ਪ੍ਰਾਪਤ ਹੁੰਦਾ ਹੈ, ਅਥਵਾ ਗੁਰੂ ਸ਼ਰਨ ਪੈਣ ਵਾਲੇ ਪੁਰਖ ਨੂੰ ਕੇਵਲ ਮੋਖ ਦਾ ਦਾਨ ਪ੍ਰਾਪਤ ਹੁੰਦਾ ਹੈ। ਨਾਨਕ ਰਾਜ ਚਲਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਰੂਪ ਰਾਜ ਤਰਲੋਕੀ ਦੇ ਉਧਾਰ ਕਰਨ ਵਾਸਤੇ ਚਲਾਇਆ ਹੈ। ਸੱਚ ਕੋਟ ਸਤਾਣੀ ਨੀਵਦੈ। ਸੱਚ ਸਰੂਪ ਦੀ ਪ੍ਰਾਪਤੀ ਵਾਸਤੇ ਸੱਚਾ ਸਤਸੰਗਤ, ਸੱਚਾ ਨਾਮ, ਸੱਚ ਬੋਲਣ ਰੂਪੀ ਕਿਲਾ ਰਚਨੇ ਨੂੰ ਸਤਾਣੀ ਸਹਿਤ ਵਿਵੇਕ ਰੂਪ ਬਲ ਦੇ ਭਗਤੀ ਰੂਪ ਕੰਧ ਦੀ ਨਿਮਰਤਾ ਧਾਰਨ ਰੂਪ ਡੂੰਗੀ ਕਰਕੇ ਸ਼ਰਧਾ ਰੂਪ ਨੀਂਹ ਰੱਖ ਦਿੱਤੀ ਹੈ। ਜਾਂ ਸੱਚ ਰੂਪ ਕੋਟ ਹੈ ਤੇ ਭਗਤੀ ਜਾਂ ਸ਼ਰਧਾ ਰੂਪ ਤਾਣ ਵਾਲੀ ਭਾਵ ਮਜ਼ਬੂਤ ਨੀਂਹ ਰੱਖ ਦਿੱਤੀ ਹੈ। ਲਹਿਣੇ ਧਰਿਓ ਨ ਸਤ ਸੇਰਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਲਹਿਣੇ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਿਰ ਉੱਤੇ ਜਸ ਗੁਰਤਾ ਗੱਦੀ ਰੂਪ ਛਤਰ ਧਰਿਆ ਰੱਖਿਆ ਹੈ। ਜਿਸ ਗੁਰਾਂ ਨੇ ਸਤਿਗੁਰੂ ਨਾਨਕ ਦੁਆਰਾ ਮਹਾਰਾਜ ਫਰਮਾਉਂਦੇ ਨੇ, ਕਾਰਾ ਸਹਤੇ ਅੰਮ੍ਰਿਤ ਪੀਵਦਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੁਆਰਾ ਪ੍ਰਭੂ ਦੀ ਉਸਤਤੀ ਕਰਕੇ ਨਾਮ ਅੰਮ੍ਰਿਤ ਪੀਣਾ ਕੀਤਾ ਸੀ। ਜਾਂ ਗੁਰੂ ਅੰਗਦ ਦੇਵ ਜੀ ਨੇ ਗੁਰਾਂ ਦੀ ਸਿਫਤ ਕਰਨ ਰੂਪ ਅੰਮ੍ਰਿਤ ਨੂੰ ਪੀਣਾ ਕੀਤਾ ਸੀ। ਜਾਂ ਜਿਨ੍ਹਾਂ ਨੇ ਦੂਸਰੇ ਗੁਰਾਂ ਦੀ ਸੰਗਤ ਕਰਕੇ ਪ੍ਰਭੂ ਦੀ ਪ੍ਰੇਮਾ ਭਗਤੀ ਦੁਆਰਾ ਸਿਫਤ ਕੀਤੀ ਹੈ, ਉਹਨਾਂ ਨੂੰ ਗੁਰਾਂ ਨੇ ਨਾਮ ਅੰਮ੍ਰਿਤ ਪਿਲਾਉਣਾ ਕੀਤਾ ਹੈ। ਮਾਤਾ ਗੁਰ ਆਤਮ ਦੇਵ ਦੇਵ। ਜੋ ਸਤਿਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦਾ ਆਤਮ ਦੇਵ ਆਪਣਾ ਆਪ ਰੂਪ ਤੇ ਪ੍ਰਕਾਸ਼ ਰੂਪ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਸਿੱਖਿਆ ਦਿੱਤੀ ਹੈ। ਖੜਗ ਜੋਰ ਪਰਾਂ ਕੋਏ ਜੀਦਾ। ਇੱਕ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਢਾਲ ਬਖਸ਼ੀ ਸੀ ਅਤੇ ਗੁਰਾਂ ਨੇ ਜੋਰ ਗਿਆਨ ਰੂਪੀ ਖੜਗ ਖੰਡਾ ਬੜੇ ਹੀ ਪਰਾਕੋਏ ਬਲ ਵਾਲਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀ ਹਿਰਦੇ ਵਿੱਚ ਦਿੱਤਾ ਸੀ। ਗੁਰ ਚੇਲੇ ਰਾਸ ਕੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਅਤੇ ਨਾਨਕ ਸਲਾਮਤ ਥੀਵਦਾ। ਸੋ ਸੰਸਾਰ ਦੇ ਵਿੱਚ ਅਸਥਿਤ ਬਿਰਾਜਮਾਨ ਹੁੰਦਿਆਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਤਾ ਗੱਦੀ ਉੱਪਰ ਸੰਸਾਰ ਦੇ ਵਿੱਚ ਬਿਰਾਜਮਾਨ ਅਸਥਿਤ ਹੁੰਦਿਆਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਗੁਰੂ ਅਤੇ ਚੇਲੇ ਸਿੱਖ ਦੀ ਰਹਿਰਾਸ ਦਾ ਭਾਵ ਆਪਾਂ ਤਾਂ ਜੋ ਸ਼ਾਮਾਂ ਨੂੰ ਪਾਠ ਹੁੰਦਾ ਉਹਨੂੰ ਕਹਿੰਦੇ ਰਹਿਰਾਸ ਸਾਹਿਬ ਦਾ ਪਾਠ, ਪਰ ਅਸਲ 'ਚ ਰਹਿਰਾਸ ਦਾ ਅਖਰੀ ਅਰਥ ਹੈ ਰਹੁ ਰੀਤ ਮਰਿਆਦਾ। ਇਹ ਆਪ ਤੋਰਨਾ ਕੀਤੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਰੀਰ ਕਾਲ ਵਿੱਚ ਹੁੰਦਿਆਂ ਹੀ ਚੇਲੇ ਸਿੱਖ ਨੂੰ ਗੁਰੂ ਦੀ ਪਦਵੀ ਗੱਦੀ ਤੇ ਬਿਠਾਉਣ ਦੀ ਯੋਗ ਰਹੁ ਰੀਤ ਅਦਾ ਕੀਤੀ ਅਤੇ ਗੁਰਸਿੱਖੀ ਦੀ ਰਹੁ ਰੀਤ ਮਰਿਆਦਾ ਚਲਾਉਣ ਲਈ ਸਥਾਪਨ ਕੀਤਾ। ਸਹਿ ਟਿਕਾ ਦੇ ਤੋ ਸਜੀਵਦਾ। ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਦਾ ਜੋ ਟਿੱਕਾ ਤਿਲਕ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਜਿਉਂਦਿਆਂ ਭਾਵ ਜੀਵਨ ਕਾਲ ਵਿੱਚ ਹੁੰਦਿਆਂ ਹੀ ਆਪਣੇ ਹੱਥੀਂ ਦਿੱਤਾ ਸੀ। ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ। ਭਾਈ ਲਹਿਣੇ
ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ੋਭਾ ਸੰਸਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫਿਰਾਈ ਹੋਈ ਹੈ। ਨਾਨਕਾ ਦੋਹੀ ਖਟੀਐ, ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ੋਭਾ ਰੂਪ ਦੁਹਾਈ ਮਿਲ ਰਹੀ ਹੈ, ਜਾਂ ਗੁਰੂ ਨਾਨਕ ਦਾ ਸਰੂਪ ਹੋਣ ਕਰਕੇ ਦੂਸਰੇ ਗੁਰਾਂ ਦੀ ਜਸ ਰੂਪ ਦੁਹਾਈ ਮਿਲ ਰਹੀ ਹੈ। ਜੋਤਿ ਓਹਾ ਜੁਗਤ ਸਾਈ, ਉਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅੰਦਰ ਹੈ, ਅਤੇ ਭਾਵ ਭਗਤੀ ਦੇ ਸਹਿਤ ਗਿਆਨ ਵਾਲੀ ਜਾਂ ਬ੍ਰਹਮ ਗਿਆਨ ਦੇ ਸੰਯੁਕਤ ਜੁਗਤੀ ਵੀ ਉਹੀ ਹੈ। ਐਸਾ ਜਾਣਨਾ ਕਰੋ ਕਾਇਆ ਫਿਰ ਪਲਟਿਆ, ਕਿ ਉਹ ਜੋ ਸੱਚਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ, ਉਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਰੂਪ ਧਾਰਨ ਕੀਤਾ, ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਆਪ ਦੀ ਜਿਹੜੀ ਜੋਤ ਸੀਗੀ ਉਹਨੂੰ ਪ੍ਰਵਿਰਤ ਕੀਤਾ। ਉਹੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋਤ ਉਹੀ ਹੈ, ਆਪਣੀ ਦੇਹ ਨੂੰ ਮੁੜ ਬਦਲਿਆ, ਭਾਵ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਰੂਪ ਬਣੇ ਹਨ। ਝੁੱਲੈ ਸੁਛਤ ਨਿਰੰਜਨੀ, ਉਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰੱਬੀ ਜੋਤ ਵਾਲਾ ਜਾਂ ਜਸ ਰੂਪ ਛਤਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸੀਸ ਉੱਪਰ ਝੁੱਲ ਰਿਹਾ ਹੈ। ਇਸੇ ਪ੍ਰਕਾਰ ਝੁੱਲੈ ਸੁਛਤ ਨਿਰੰਜਨੀ, ਉਹੀ ਮਾਇਆ ਮੈਲ ਤੋਂ ਰਹਿਤ ਪਰਮੇਸ਼ਰ ਦੀ ਮਿਹਰ ਦਾ ਛਤਰ ਸਿਰ ਉੱਪਰ ਝੁੱਲ ਰਿਹਾ ਹੈ। ਮਲ ਤਖਤ ਬੈਠਾ ਗੁਰ ਹਟਿਆ, ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਤਾ ਗਦੀ ਰੂਪ ਸਿੰਘਾਸਨ ਨੂੰ ਮਲ ਕੇ ਅਸਥਿਤ ਹੋ ਗਿਆ ਹੈ, ਜਾਂ ਸਾਧ ਸੰਗਤ ਰੂਪ ਹੱਡੀ ਦੇ ਅੰਦਰ ਗੁਰਾਂ ਦੀ ਬਖਸ਼ੀ ਹੋਈ ਗੁਰਤਾ ਗਦੀ ਰੂਪ ਤਖਤ ਨੂੰ ਮਲ ਕੇ ਬੈਠਾ ਬਿਰਾਜਮਾਨ ਹੋ ਰਿਹਾ ਹੈ। ਕਰਹਿ ਜੇ ਗੁਰ ਫੁਰਮਾਇਆ, ਜਿਹੜਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਹੁਕਮ ਫਰਮਾਉਣਾ ਕਰਦੇ ਸਨ, ਉਸ ਹੁਕਮ ਦੇ ਵਿੱਚ ਦਿਲ ਜੋਗ ਅਲੂਣੀ ਚੱਟਿਆ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜੋੜਨ ਰੂਪ ਅਲੂਣੀ ਸਿਲਾ ਨੂੰ ਚੱਟਣਾ ਕੀਤਾ ਹੈ, ਭਾਵ ਰਾਤ ਨੂੰ ਦਿਨ ਮੰਨ ਕੇ ਕੱਪੜੇ ਧੋਣ ਚਲੇ ਜਾਣਾ। ਸਾਡੇ ਵਰਗਾ ਹੁੰਦਾ ਤਾਂ ਮਹਾਰਾਜ ਨੂੰ ਕਹਿੰਦਾ, ਮਹਾਰਾਜ ਤੁਸੀਂ ਸਿਆਣੇ ਬਿਆਣੇ ਹੋ, ਅੱਧੀ ਰਾਤ ਦਾ ਟਾਈਮ, ਇੰਨੀ ਠੰਡ, ਕੋਰਾ ਖੜਕ ਰਿਹਾ, ਕਿੱਥੇ ਸੂਰਜ ਕਿੱਥੇ ਚੜਿਆ, ਸਾਨੂੰ ਤੁਸੀਂ ਮਾਰਨਾ ਮਹਾਰਾਜ ਠੰਡ 'ਚ। ਸੱਚਮੁੱਚ ਹੀ ਆਪਾਂ ਇਸ ਤਰ੍ਹਾਂ ਜਵਾਬ ਦੇ ਦੇਣਾ ਸੀਗਾ। ਸਾਹਿਬਜ਼ਾਦੇ ਬਾਬਾ ਬੁੱਢਾ ਸਾਹਿਬ ਜੀ ਇਹ ਨਹੀਂ ਵੀ ਉਹ ਕੋਈ ਐਵੇਂ ਸੀਗੇ, ਬਾਹਾਂ ਪੁਰਖ ਸਨ, ਪਰ ਇਹ ਗੁਰਤਾ ਗੱਦੀ ਦੀ ਪਰਖ ਵੇਲੇ ਬੜੀ ਕਰੜੀ ਪ੍ਰੀਖਿਆ ਹੋਈ ਹੈ। ਜੇ ਆਪਾਂ ਹੁੰਦੇ ਤੇ ਆਪਾਂ ਨੂੰ ਹੀ ਭੱਜ ਜਾਣਾ ਸੀਗਾ ਵੀ ਮਹਾਰਾਜ ਨੂੰ ਪਤਾ ਨਹੀਂ ਕੀ ਹੋ ਗਿਆ, ਕਿਸ ਤਰ੍ਹਾਂ ਦਾ ਹੁਕਮ ਕਰ ਰਹੇ ਨੇ। ਪਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਵੇਖੋ 7 ਬਚਨ ਕਹਿ ਕੇ ਅੱਧੀ ਰਾਤ ਹੀ ਉਹ ਮਾਘ ਦੀਆਂ ਠੰਡਾਂ ਦੇ ਵਿੱਚ ਰਾਵੀ ਤੇ ਕੱਪੜੇ ਧੋਣ ਚਲੇ ਗਏ, ਤੇ ਉਹ ਸੱਚਮੁੱਚ ਹੀ ਉੱਥੇ ਸੂਰਜ ਚੜ੍ਹਿਆ ਦੇਖਿਆ, ਧੋ ਕੇ ਸੁਕਾ ਕੇ ਤਹਿ ਲਾ ਕੇ ਤੇ 4 ਵਜੇ ਨੂੰ ਮਹਾਰਾਜ ਦੇ ਕੋਲ ਲਿਆ ਕੇ ਭੇਟਾ ਕਰ ਦਿੱਤੇ, ਲਿਆਓ ਜੀ, ਲਓ ਜੀ ਆਪ ਧਾਰਨ ਕਰੋ। ਇਉਂ ਹੁਕਮ ਦੇ ਵਿੱਚ ਜੁੜਨਾ ਕੀਤਾ ਹੈ। ਇਸੇ ਪ੍ਰਕਾਰ ਸਿਲ
ਕਰਹਿ ਜੇ ਗੁਰ ਫੁਰਮਾਇਆ। ਜਿਹੜੇ ਗੁਰੂ ਸਾਹਿਬ ਜੀ ਦਾ ਫਰਮਾਇਆ ਹੋਇਆ ਹੁਕਮ ਮੰਨਣਾ ਕਰਦੇ ਹਨ। ਸਿਲ ਜੋਗ ਅਲੂਣੀ ਚਟੀਆ। ਉਹਨਾਂ ਦੇ ਸ਼ਬਦ ਸੁਰ ਦੇ ਅਭਿਆਸ ਵਿੱਚ ਚਿੱਤ ਨੂੰ ਜੋੜ ਕੇ ਵਿਸ਼ੇ ਰਸ ਰੂਪ ਲਾਉਣ ਤੋਂ ਰਹਿਤ ਆਤਮਾ ਰਸ ਰੂਪ ਸਿਲਾ ਨੂੰ ਚਟਣਾ ਕੀਤਾ ਹੈ। ਲੰਗਰ ਚੱਲੈ ਗੁਰ ਸ਼ਬਦ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਤੱਖ ਲੰਗਰ ਅਤੇ ਗੁਰ ਉਪਦੇਸ਼ ਰੂਪ ਲੰਗਰ ਵੀ ਚੱਲਦਾ ਹੈ। ਭਾਵ ਗੁਰੂ ਸਾਹਿਬ ਜੀ ਨਾਮਦਾਨ ਬਖਸ਼ਦੇ ਨੇ ਅਤੇ ਹਰ ਤੋੜ ਨਾ ਆਵੀ ਖੱਟੀਐ। ਹਰੀ ਪਰਮੇਸ਼ਰ ਦੇ ਨਾਮ ਦੀ ਖੱਟੀ ਭਾਵ ਲਾਭ ਆਮਦਨ ਦੀ ਤੋਟ ਵੀ ਨਹੀਂ ਆਉਂਦੀ ਹੈ। ਜਿਵੇਂ ਜਦ ਖਹਿਰਿਆਂ ਦੇ ਜੋ ਗੋਤ ਖਹਿਰਾ ਸੀਗੀ, ਜੱਟ ਜ਼ਮੀਂਦਾਰ ਖਡੂਰ ਦੇ ਰਹਿਣ ਵਾਲੇ, ਉਹਨਾਂ ਦੇ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਪੈ ਗਈ। ਬਿਮਾਰੀ ਪੈਣ ਤੋਂ ਕਾਫੀ ਨੁਕਸਾਨ ਹੋਇਆ ਤੇ ਉਹ ਸਾਰੇ ਇਕੱਠੇ ਹੋ ਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ। ਬੇਨਤੀ ਕੀਤੀ, ਸਤਿਗੁਰੂ ਜੀ ਪਸ਼ੂ ਮਰਨ ਦੇ ਨਾਲ ਬਹੁਤ ਨੁਕਸਾਨ ਹੈ ਜੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਹੁਣ ਫਿਰ ਕੀ ਕਰੀਏ, ਡੰਗਰ ਤਾਂ ਮਰਨਗੇ। ਤੁਸੀਂ ਕੀ ਚਾਹੁੰਦੇ ਹੋ ਕਿ ਇਹ ਨਾ ਮਰਨ? ਕਹਿੰਦੇ ਜੀ ਹਾਂ, ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰੋ ਤਾਂ ਜੋ ਸੱਚੇ ਪਾਤਸ਼ਾਹ ਜੀ ਸਾਡੇ ਪਸ਼ੂਆਂ ਨੂੰ ਬਿਮਾਰੀ ਹਟ ਜਾਏ ਤੇ ਡੰਗਰ ਮਰਨੋਂ ਬੰਦ ਹੋ ਜਾਣ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਗੱਲ ਇਸ ਤਰ੍ਹਾਂ ਹੈ, ਮੈਂ ਤਾਂ ਗੁਰਦੁਆਰੇ ਬਾਦ ਵਿੱਚ ਆਇਆ ਸੀ। ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਮੈਨੂੰ ਬਾਅਦ ਵਿੱਚ ਹੋਏ ਸਨ। ਮੇਰੇ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਆਨੇ ਨੇ ਸੇਵਕ ਸ਼ਰਧਾਲੂ ਆ ਬਾਬਾ ਬੁੱਢਾ ਜੀ ਖੜੇ ਨੇ, ਤੁਸੀਂ ਇਹਨਾਂ ਨਾਲ ਗੱਲ ਕਰ ਲਓ, ਇਹ ਤੁਹਾਡੀ ਅਰਦਾਸ ਕਰਨਗੇ, ਇਹਨਾਂ ਨੂੰ ਪੁੱਛੋ ਜੁਗਤੀ। ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਗੁਰਮੁਖੋ, ਜਿਨ੍ਹਾਂ ਨੇ ਵੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੁੱਧ ਪਿਲਾ ਕੇ ਸਮਝ ਲਓ ਮੁੱਲ ਹੀ ਖਰੀਦ ਲਿਆ, ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬੇ ਬੁੱਢੇ ਨੂੰ ਮੁੱਲ ਖਰੀਦ ਲਿਆ, ਇੱਕੋ ਗੱਲ ਹੀ ਆ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ। ਗੁਰੂ ਸਿੱਖ ਸਿੱਖ ਗੁਰੂ ਹੈ, ਬਾਬਾ ਜੀ ਗੁਰੂ ਦੇ ਹੋ ਗਏ ਤੇ ਗੁਰੂ ਮਹਾਰਾਜ ਬਾਬਾ ਜੀ ਦੇ ਹੋ ਗਏ। ਤੂੰ ਗੁਰੂ ਜੋਗਾ, ਮੈਂ ਤੇਰੇ ਜੋਗਾ। ਤੂੰ ਇੰਜ ਬਾਬਾ ਜੀ ਨੇ ਖੁਦ ਆਪ ਦੁੱਧ ਪਿਲਾਇਆ ਸੀਗਾ ਪਿਆਰ ਦੇ ਨਾਲ, ਤੇ ਕਿੰਨੀਆਂ ਬਖਸ਼ਿਸ਼ਾਂ ਵੇਖੋ ਹੋਈਆਂ, ਬ੍ਰਹਮ ਗਿਆਨੀ ਦੀ ਪਦਵੀ ਮਿਲੀ। ਗੱਲ ਤਾਂ ਸ਼ਰਧਾ ਦੀ ਹੈ। ਬਾਬਾ ਜੀ ਕਹਿਣ ਲੱਗੇ ਵੇਖੋ ਕਿੰਨੀ ਸੰਗਤ ਆਉਂਦੀ ਹੈ, ਕਿੰਨਾ ਲੰਗਰ ਪਾਣੀ ਦਾ ਖਰਚਾ ਹੈ, ਘਰ ਦੀ ਚਾਹ ਹੀ ਨਹੀਂ ਮਾਣ, 4 ਬੱਚਿਆਂ ਦੀ ਚਾਹ ਹੀ ਨਹੀਂ ਮਾਣ, 2 ਪ੍ਰਾਹੁਣੇ ਆ ਜਾਣ ਮੁਸ਼ਕਿਲ ਪੈ ਜਾਂਦੀ। ਕਿ ਇੱਥੇ ਕਿੰਨੀਆਂ ਸੰਗਤਾਂ ਆਉਂਦੀਆਂ ਨੇ ਤੇ ਤੁਹਾਨੂੰ ਥੋੜੀ ਬਹੁਤੀ ਅਕਲ ਚਾਹੀਦੀ ਹੈ। ਇੱਥੇ ਕਿਹੜਾ ਡੰਗਰ ਰੱਖੇ ਹੋਏ ਨੇ ਗੁਰਦੁਆਰੇ, ਤੁਸੀਂ ਸਵੇਰੇ ਦੁੱਧ ਚੋ ਕੇ ਥੋੜਾ ਬਹੁਤਾ ਸਰਦਾ ਬਣਦਾ, ਕੋਈ ਪਾਈ ਆਧਾ ਕਿਲੋ ਸੇਰ, ਜਿੰਨਾ ਕਿਸੇ ਕੋ ਸਰਦਾ, ਕੋਈ ਗਲਾਸ, ਕੋਈ ਗੜਵੀ, ਕੋਈ ਡੋਲ, ਉਹ ਭਰ ਕੇ ਗੁਰਦੁਆਰੇ ਲਿਆਓ ਗੁਰਮੁਖੋ, ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਕਰੋ। ਤੁਹਾਡੇ ਪਸ਼ੂਆਂ ਨੂੰ ਬਿਮਾਰੀ ਨਾ ਪਏ ਤਾਂ ਹੋਰ ਕੀ ਹੋਏ। ਕਦੀ ਦੁੱਧ ਤਾਂ ਗੁਰਦੁਆਰੇ ਲਿਆਂਦਾ ਨਹੀਂ, ਦੁੱਧ ਲਿਆਉਂਗੇ ਡੰਗਰ ਪਸ਼ੂ ਵੀ ਹੱਡ ਗਲਦੇ ਨੇ, ਦੁੱਧ ਐਵੇਂ ਨਹੀਂ ਬਣਦਾ। ਡੰਗਰਾਂ ਦੇ ਹੱਡ ਨਰਮ ਹੁੰਦੇ ਨੇ, ਉਹਨਾਂ ਦੀ ਜਾਨ ਜਾਂਦੀ ਹੈ ਜਦ ਦੁੱਧ ਚੋਂਦੇ ਨੇ। ਤੇ ਇਸ ਵਾਸਤੇ ਵੇਖੋ ਉਹਨਾਂ ਦੀ ਸਫਲਤਾ ਵੀ ਹੋਵੇਗੀ, ਗੁਰੂ ਘਰ ਦੁੱਧ ਦੀ ਸੇਵਾ ਲੱਗੇਗੀ।
ਜਦੋਂ ਸਵੇਰੇ ਚੋਂਦੇ ਹੋ ਆਪਦੀਆਂ ਮੱਝਾਂ ਗਾਵਾਂ ਉਦੋਂ ਵੀ ਲੈ ਕੇ ਦੁੱਧ ਭੇਟਾ ਕਰਿਆ ਕਰੋ, ਜਦੋਂ ਸ਼ਾਮਾਂ ਨੂੰ ਚੋਂਦੇ ਹੋ ਉਦੋਂ ਵੀ ਲਿਆਇਆ ਕਰੋ, ਦੋਵੇਂ ਟਾਈਮ ਲਿਆਇਆ ਕਰੋ। ਕਹਿੰਦੇ ਜੀ 7 ਵਜਨ। ਤੇ ਜੇ ਹੁਣ ਜ਼ਿਆਦੀ ਬਿਮਾਰੀ ਆ, ਹੁਣ ਤੁਸੀਂ ਮੁਸ਼ਕਲ ਦੇ ਵਿੱਚ ਹੋ, ਤੇ ਤੁਹਾਨੂੰ ਚਾਹੀਦਾ ਹੈ ਵੀ ਘੱਟ ਤੋਂ ਘੱਟ 10ਵਾਂ ਹਿੱਸਾ, ਬਹੁਤਾ ਨਹੀਂ, ਜਿੰਨਾ ਦੁੱਧ ਤੁਹਾਡੇ ਘਰ ਹੁੰਦਾ 10ਵਾਂ ਹਿੱਸਾ ਤੁਸੀਂ ਗੁਰਦੁਆਰੇ ਭੇਟਾ ਕਰਿਆ ਕਰੋ। ਜੇ ਕਿਸੇ ਨੂੰ ਮਾਇਆ ਮਹਾਰਾਜ ਨੇ ਦਿੱਤੀ ਆ, ਉਹਦਾ ਵੀ 10ਵਾਂ ਦੇ ਗੁਰਦੁਆਰੇ ਦਾ ਬਣਦਾ। ਮੈਂ ਕੱਲ ਕਚਹਿਰੀ ਦਾ ਫੇਰਾ ਮਾਰ ਕੇ ਆਇਆ, ਅਗਲੇ ਗਲ 'ਚ ਗੂਠ ਦੇ ਕੇ ਕਹਿੰਦੇ ਨੇ ਗੱਡੀ ਲਈ ਆ, ਅਗਲੇ ਨੂੰ ਕੀ ਨਿਆਣਿਆਂ ਨਾਲ 3-3 4-4 ਨਿਆਣੇ ਭੁੱਖੇ ਮਰਨ, ਭਾਵੇਂ ਜੋ ਮਰਜ਼ੀ ਹੋਏ, ਤੇਲ ਪਾਉਣ ਜੋਗੇ ਪੈਸੇ ਨਾ ਹੋਣ, ਸਰਕਾਰਾਂ ਕਾਹਦੀਆਂ ਹੋਣ ਜੇ ਜ਼ੁਲਮ ਨਾ ਕਰਨ। ਸਰਕਾਰ ਕੌਣ ਆਖੇ ਜੇ ਜ਼ੁਲਮ ਨਾ ਕਰਨ? ਅਗਲਿਆਂ ਨੂੰ ਕੀ, ਕੋਈ ਮਰਦਾ ਭੁੱਖਾ ਮਰੇ। ਗੱਡੀ ਦਾ ਨੰਬਰ ਲੈਣਾ ਤੇ 10ਵਾਂ ਹਿੱਸਾ 10ਵਾਂ ਦਾ 10% ਟੈਕਸ ਹੈ, 10% ਮਰਦਿਆਂ ਨੂੰ ਦੇਣਾ ਪਊਗਾ। ਗੱਡੀ ਤੁਹਾਡੀ, ਪੈਸਾ ਤੁਹਾਡਾ, ਸਭ ਕੁਝ ਤੁਹਾਡਾ। ਅਗਲੇ ਕਹਿੰਦੇ 10ਵਾਂ ਹਿੱਸਾ ਲਿਆਓ। ਕਿਸੇ ਨੇ ਰਜਿਸਟਰੀ ਕਰਾਉਣੀ ਆ, ਜੇ ਜਨਾਨੀ ਦੇ ਨਾਮ ਹੈ, ਬੀਬੀ ਦੇ, ਫਿਰ ਤਾਂ 6%, ਤੇ ਜੇ ਬੰਦੇ ਦੇ ਨਾਮ ਹੈ ਤੇ 8.5-9% ਟੈਕਸ ਹੈ। ਇੰਨਾ ਗੱਲ 'ਚ ਗੁੜ ਦਿੱਤਾ ਹੋਇਆ, ਲੋਕਾਂ ਦਾ ਧੂੰਆਂ ਨਿਕਲਿਆ ਹੋਇਆ, ਧੁੱਕੀ ਮਿਲੀ ਹੋਈ, ਕਾਰਜ ਖਾਣ ਨੂੰ ਕੁਛ ਹੈ ਨਹੀਂ, ਮਸਾਂ ਕੋਈ ਕਾਰੋਬਾਰ ਚਲਾਉਂਦਾ। ਆ ਬਾਣੀਆਂ ਨੂੰ ਪੁੱਛ ਕੇ ਵੇਖ ਲਓ, ਦੁਕਾਨਦਾਰਾਂ ਨੂੰ GST ਤੇ ਮਰ ਪਤਾ ਨਹੀਂ TST ਕਈ ਕੁਛ ਲੱਗਾ ਹੋਇਆ, ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਕਿੰਨੇ ਟੈਕਸ ਇਕੱਠੇ ਹੋਏ ਨੇ। ਆ ਸਾਡਾ ਬਿਜਲੀ ਦਾ ਬਿੱਲ ਆਉਂਦਾ 500-600 ਰੁਪਈਆ, ਮੈਂ ਅਕਾਊਂਟ ਮਾਰਿਆ ਵੀ 2 ਮਹੀਨਿਆਂ ਦਾ, ਘੱਟ ਤੋਂ ਘੱਟ ਵੀ 500-600 ਰੁਪਈਆ ਗੌਰਮੈਂਟ ਦੇ ਢਿੱਡ 'ਚ ਜਾਂਦਾ। ਤੇ ਗੁਰਦੁਆਰੇ ਆਪਾਂ ਕਈ ਵਾਰ ਤਰਕ ਕਰਦੇ ਆ, ਇੱਥੇ ਜੀ ਬਿਲਡਿੰਗ ਦਾ ਕੀ ਫਾਇਦਾ ਜੀ, ਬਲਕਿ ਤਰਕ ਸਰਕਾਰ ਤੇ ਹੋਣੀ ਚਾਹੀਦੀ ਹੈ। ਉਹ ਲੋਕ ਵੇਖੋ ਜਿਨ੍ਹਾਂ ਦੀਆਂ 2.5-3 ਲੱਖ ਤਨਖਾਹਾਂ ਨੇ, ਤੇ ਉਹਨਾਂ ਦਾ ਬਿਜਲੀ ਦਾ ਬਿੱਲ ਵੀ ਮਾਫ। ਕਿੰਨੀ ਹੈਰਾਨੀ ਦੀ ਗੱਲ ਹੈ। ਇੱਕ ਗਰੀਬ ਬੰਦਾ ਜਿਹੜਾ 500 ਰੁਪਈਆ ਦਿਹਾੜੀ ਕਰ ਰਿਹਾ, ਉਹਦੇ GST ਵੀ ਹੈ, TST ਵੀ ਹੈ, ਪਤਾ ਨਹੀਂ ਕੀ ਕੀ ਕੁਛ ਹੈ। ਇੱਕ ਡਰਾਈਵਰ ਬੰਦਾ ਜਿਹਨੇ ਕਰਜ਼ੇ ਤੇ ਗੱਡੀ ਲਈ ਹੈ, ਉਹ ਲੈਣ ਵਕਤ ਵੀ 10% ਦੇ, ਬਾਅਦ 'ਚ ਫਿਰ ਰੋਡ ਟੈਕਸ ਦੇ, ਦੁਬਾਰਾ ਤੋਂ ਫਿਰ ਟੋਲ ਪਲਾਜੇ ਕਿਤੇ ਐਂਟਰੀ ਕਰਨੀ, ਫਿਰ ਦੁਬਾਰਾ ਤੋਂ ਪੈਸੇ ਦੇ, ਤੇ ਚਲਾਨ ਵੱਖਰੇ। ਤੇ ਜਿਹੜੇ ਲੋਕ ਸਰਕਾਰੀ ਖਜ਼ਾਨੇ 'ਚੋਂ 2.5-3 ਲੱਖ ਰੁਪਈਆ ਤਨਖਾਹਾਂ ਲੈਂਦੇ, ਉਹਨਾਂ ਦੀ ਗੱਡੀ ਵੀ ਫਰੀ, ਤੇਲ ਵੀ ਫਰੀ, ਡਰਾਈਵਰ ਵੀ ਸਰਕਾਰ ਦਾ, ਮੋਬਾਈਲ ਫੋਨਾਂ ਦੇ ਪੈਸੇ ਵੀ, ਘਰ ਦੇ ਵਿੱਚ BSNL ਨੇ ਫਰੀ ਫੋਨ ਲਾਇਆ ਹੋਇਆ, ਤੇ ਤਨਖਾਹਾਂ ਵੱਖਰੀਆਂ, ਮੋਟਾ ਮਾਲ ਵੱਖਰਾ, ਉੱਪਰੋਂ ਰਿਸ਼ਵਤ ਭਰੀ ਜਾਓ ਬੈਗ, ਤੇ ਸਭ ਕੁਝ ਹੀ ਫਰੀ। ਇੱਥੋਂ ਤੱਕ ਕੋਠੀ ਦਾ ਕਿਰਾਇਆ ਵੀ ਫਰੀ, ਕਿਤੇ ਬਾਹਰ ਅੰਦਰ ਜਾਣਾ ਖਾਣਾ ਵੀ ਫਰੀ, ਤੇ ਗਰੀਬ ਬੰਦੇ ਦੇ ਗਲ 'ਚ ਗੋਠ, ਜਿਹੜਾ ਉਹਦੀ ਬੋਝੀ 'ਚ ਉਹਨੂੰ ਵੀ ਕੱਢ ਕੇ ਫੜਾ ਕੇ। ਜੇ ਆਪਾਂ ਗੁਰੂ ਘਰ ਆਪਦੀ ਖੁਸ਼ੀ ਨਾਲ, ਜੋ ਗੁਰੂ ਮਹਾਰਾਜ ਜੀ ਨੇ ਦਸਵੰਧ ਭੇਟਾ ਮੁਕਰਰ ਕੀਤੀ ਹੈ, ਜੇ ਪਿਆਰ ਸ਼ਰਧਾ ਨਾਲ ਭੇਟਾ ਕਰੀਏ ਕਿੰਨਾ ਚੰਗਾ ਹੋਵੇ। ਇਹਦੇ ਨਾਲ ਸਾਡਾ ਆਪਦਾ ਘਰ ਬਣਦਾ, ਪਰ ਲੋਕ ਸੁਧਰਦਾ ਹੈ। ਤੇ ਜਿਹੜੀ ਬਿਲਡਿੰਗ ਗੁਰੂ ਘਰ ਦੇ ਵਿੱਚ ਇਹ ਸਭ ਕੁਝ ਦਾ ਲਾਭ ਸਹੂਲਤ ਸਭ ਸੰਗਤਾਂ ਨੂੰ ਹੈ। ਸੰਗਤਾਂ ਸੁੱਖ ਲੈਂਦੀਆਂ ਨੇ, ਗੁਰੂ ਕਾ ਲੰਗਰ ਚੱਲਦਾ, ਤੇ ਬੈਠ ਕਰਕੇ ਕਥਾ ਕੀਰਤਨ ਦੇ ਵਿੱਚ ਆਪਾਂ ਆਨੰਦ ਮਾਣਦੇ ਹਾਂ। ਗੁਰੂ ਘਰ ਦੇ ਵਿੱਚ ਕੁਛ ਵੀ ਮੁੱਲ ਨਹੀਂ, ਸਭ ਕੁਝ ਫ੍ਰੀ ਖਾਤੇ ਵਾਹਿਗੁਰੂ ਵੱਲੋਂ ਪ੍ਰਾਪਤ ਹੋ ਰਹੀ ਹੈ। ਤੇ ਇਸ ਵਾਸਤੇ ਜੇ ਆਪਾਂ ਗੁਰੂ ਘਰ ਤੇ ਤਰਕ ਕਰੀਏ ਤੇ ਸਰਕਾਰ ਦਾ ਢਿੱਡ ਭਰੀ ਜਾਈਏ, ਇਹ ਕੋਈ ਸਿੱਖੀ ਨਹੀਂ ਹੈ। ਸੋ ਮਹਾਰਾਜ ਦੀ ਸ਼ਰਧਾ ਪਿਆਰ ਹੋਣਾ ਚਾਹੀਦਾ ਦਿਲ ਦੇ ਵਿੱਚ। 2 ਦਿਨ ਹੋਏ 5ਵੇਂ ਪਾਤਸ਼ਾਹ ਜੀ ਦਾ ਗੁਰਪੁਰਬ ਲੰਘ ਕੇ ਗਿਆ, ਕਈ ਸ਼ਬੀਲਾਂ ਦੇ ਤਰਕ ਕਰਦੇ ਨੇ,
ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਛਬੀਲਾਂ ਦੀ ਉਥਾਨਿੰਗ ਆ, ਇਹਦੀ ਬੈਕਗਰਾਉਂਡ ਕੀ ਹੈ। ਜਦ ਤਤੀ ਤਵੀ ਦੇ ਗੁਰੂ ਸਾਹਿਬ ਚੌਂਕੜਾ ਮਾਰ ਕੇ ਬੈਠੇ ਹੋਏ ਸਨ ਤਾਂ ਜਿਹੜੀ ਚੰਦੂ ਦੀ ਨੂੰਹ ਰਾਣੀ ਸੀਗੀ, ਇਹ ਸਿੱਖ ਪਰਿਵਾਰ ਦੇ ਵਿੱਚੋਂ ਕਿਤੇ ਮਾੜੇ ਕਰਮਾਂ ਨੂੰ ਚੰਦੂ ਦੇ ਘਰ ਇਹਦੇ ਪੁੱਤ ਨਾਲ ਵਿਆਹੀ ਗਈ ਤੇ ਉਹਨੇ ਮਹਾਰਾਜ ਕੋਲੋਂ ਮਾਫੀ ਮੰਗੀ। ਕਹਿੰਦੀ ਮਹਾਰਾਜ ਮੈਂ ਵੀ ਤੁਹਾਡੇ ਨਾਲ ਸ਼ਹੀਦ ਹੋਣਾ ਹੈ, ਮੈਂ ਵੀ ਇੱਥੇ ਮਰਨ ਲੱਗੀ ਹਾਂ, ਮੈਂ ਨਹੀਂ ਇਹ ਦੁਸ਼ਟ ਦੇ ਘਰ ਰਹਿਣਾ, ਇਹਦੀਆਂ ਰੋਟੀਆਂ ਪਕਾਉਣ ਦਾ ਕੀ ਫਾਇਦਾ, ਇਹਦਾ ਆਪਦਾ ਵੀ ਬੇੜਾ ਕਰਕੇ ਤੇ ਮੈਨੂੰ ਵੀ ਨਰਕਾਂ 'ਚ ਪਾਊਗਾ। ਮਹਾਰਾਜ ਮੈਂ ਆਪਦੇ ਸਿੱਖ ਦੀ ਧੀ ਹਾਂ ਤੇ ਹੁਣ ਮਹਾਰਾਜ ਆਪਦੇ ਨਾਲ ਹੀ ਲੈ ਜਾਓ, ਆ ਫੜੋ ਸ਼ਰਬਤ ਛਕੋ। ਉਹਨੇ ਸ਼ਰਬਤ ਭੇਟਾ ਕੀਤਾ, ਉਹੀ ਸ਼ਰਬਤ ਛਬੀਲਾਂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਸੰਗਤਾਂ ਵਰਤਾਉਂਦੀਆਂ ਨੇ। ਇਹਦੇ ਨਾਲ ਪੈਸਾ ਘਟਦਾ ਨਹੀਂ ਹੈ। ਕਿਹੜੀ ਕਹਿੰਦੇ ਚਿੜੀ ਚੁੰਝ ਪਰ ਲੈ ਗਈ, ਨਦੀ ਨਾ ਘਟਿਓ ਨੀਰ। ਨਦੀ 'ਚੋਂ ਕਦੀ ਪਾਣੀ ਘਟਦਾ ਵੇਖਿਆ ਜੇ ਗੁਰਮੁਖੋ? ਕਦੀ ਦਰਿਆ ਕਦੀ ਸਮੁੰਦਰ ਦੇ ਵਿੱਚੋਂ ਜਿੰਨੀਆਂ ਮਰਜ਼ੀ ਬਾਲਟੀਆਂ ਕੱਢੀ ਜਾਓ ਪਾਈ ਜਾਓ, ਕਦੀ ਘਟਦਾ ਵੱਧਦਾ ਵੇਖਿਆ? ਬਿਲਕੁਲ ਨਹੀਂ। ਅਸੀਂ ਟੂਟੀ ਛੱਡਣ ਲੱਗਿਆ 100 ਵਾਰ ਸੋਚਦੇ ਹਾਂ ਕਿ ਪਾਣੀ ਵੇਸਟ ਨਾ ਹੋਏ, ਪਰ ਨਦੀ 'ਚੋਂ ਦਰਿਆ 'ਚੋਂ ਕਦੀ ਪਾਣੀ ਨਹੀਂ ਘਟਦਾ। ਇਉਂ ਗੁਰਦੁਆਰੇ ਛਬੀਲ ਲਾਉਣ ਦੇ ਨਾਲ ਜਾਂ ਘੁੰਗਣੀਆਂ ਪ੍ਰਸ਼ਾਦ ਵਰਤਾਉਣ ਨਾਲ ਇਹ ਨਹੀਂ ਵੀ ਪੈਸਾ ਸਿੱਖਾਂ ਦਾ ਘਟ ਜਾਊਗਾ। ਅਖੇ ਜੀ ਕਿਤਾਬਾਂ ਵੰਡੋ, ਫ੍ਰੀ ਲਿਟਰੇਚਰ ਥੱਲੇ ਵੇਖ ਲਓ, ਜਿੱਥੇ ਪੋਥੀਆਂ ਦਾ ਬਕਸਾ ਪਿਆ ਗੁੜ ਮਿੱਟੀ ਪਈ ਆ, ਲੋਕ ਉਹੀ ਉਲਟੀਆਂ ਸਿੱਧੀਆਂ ਜਿਹੀਆਂ ਪਾੜ ਪੁੜ ਕੇ ਲਿਆ ਕੇ ਸੁੱਟ ਦਿੰਦੇ ਨੇ। ਕਿੱਡੀ ਮੂਰਖ ਦੁਨੀਆ, ਇੱਥੇ ਲਿਆ ਕੇ ਉਹੀ ਸੁੱਟ ਦਿੰਦੇ ਨੇ ਬਿਨਾਂ ਰੁਮਾਲਿਆਂ ਤੋਂ, ਵੀ ਜਿਸ ਤਰ੍ਹਾਂ ਕੂੜਾ ਸੁੱਟਿਆ ਹੁੰਦਾ। ਕੋਈ ਹੈ ਕਿਸੇ ਨੂੰ ਕਦਰ? ਪਿੰਗਲਵਾੜੇ ਵਾਲੇ ਵਿਚਾਰੇ ਫ੍ਰੀ ਬਣਦੇ ਨੇ, ਮੇਰੇ ਵਰਗੇ ਲੈ ਕੇ ਉੱਥੇ ਸੁੱਟਤਾ। ਇਹ ਨਹੀਂ ਵੀ ਸਾਡੇ ਕੋਲ ਪੈਸੇ ਨਹੀਂ, ਦਮਦਮੀ ਟਕਸਾਲ ਦਾ ਨਿਯਮ ਹੈ, ਕਦੀ ਪੋਥੀ ਫ੍ਰੀ ਨਹੀਂ ਦਿੱਤੀ ਜਾਂਦੀ। ਜਿਹਨੇ ਲੈਣੀ ਆਪਦੀ ਬੋਝੀ ਚੋਂ ਪੈਸੇ ਖਰਚੇ, ਉਹਨੂੰ ਪਤਾ ਹੋਵੇ ਵੀ ਪੈਸੇ ਦੇ ਕੇ ਮੈਂ ਬੁੱਕ ਖਰੀਦੀ ਹੈ, ਇਹਦਾ ਮੈਂ ਸਤਿਕਾਰ ਕਿਵੇਂ ਕਰਨਾ ਹੈ। ਕਦੀ ਵੀ ਗੁਰਬਾਣੀ ਦੇ ਗੁਟਕੇ ਤੇ ਪੋਥੀਆਂ ਫ੍ਰੀ ਨਹੀਂ ਦੇਣੀਆਂ ਚਾਹੀਦੀਆਂ। ਫ੍ਰੀ ਲੈਣ ਵਾਲੇ ਤਾਂ ਅਦਬ ਨਹੀਂ ਕਰਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਮਰਜ਼ੀ 500 ਰੁਪਈਆ ਦੇਵੇ ਤੇ ਬਾਜ਼ਾਰ ਚੋਂ ਖਰੀਦ ਲਵੇ। ਸਾਡੇ ਦਿਲ ਨੂੰ ਇਸ ਤਰ੍ਹਾਂ ਦੁੱਖ ਹੁੰਦਾ ਜਿਸ ਤਰ੍ਹਾਂ ਕਹਿੰਦੇ ਵਰਸ਼ਾ ਮਾਰ ਕੇ ਪਾੜਿਆ ਹੁੰਦਾ। ਮੈਂ ਜਦ ਵੀ ਦੁਕਾਨਾਂ ਤੇ ਜਾਂਦਾ ਤੇ ਮੇਰੇ ਹਿਰਦੇ ਸੱਲ ਵੱਜਦਾ, ਉਹ ਮੈਂ ਵੇਖਦਾ ਦੁਕਾਨਦਾਰਾਂ ਨੂੰ ਪੁੱਠਾ ਹੀ ਮਹਾਰਾਜ ਖੋਲ ਕੇ, ਕਿਉਂਕਿ ਅਗਲੇ ਪਾਸੇ ਵੇਖਣ ਵਾਲੇ ਦਰਸ਼ਨ ਕਰਨ ਵਾਲੇ ਬੈਠੇ ਹੁੰਦੇ। ਦੁਕਾਨਦਾਰਾਂ ਕੀ ਕਰਨਾ, ਆਪ ਚੌਂਕੜਾ ਮਾਰ ਕੇ ਬੈਠੇ ਹੋਣਾ ਤੇ ਮਹਾਰਾਜ ਪੁੱਠਾ ਖੋਲ ਦੇਣਾ ਉਹੀ ਬਿਨਾਂ ਮੰਗਲ ਤੋਂ ਹੀ। ਲਓ ਜੀ ਵੇਖੋ ਜੀ ਆਹ ਬੱਤਰੇ ਜੀ ਆਹ ਸ਼ਾਹੀ, ਕੋਈ ਸਤਿਕਾਰ ਹੈ ਗੁਰੂ ਸਾਹਿਬ ਦਾ? ਜਿਹੜਾ ਮਰਜ਼ੀ ਪੈਸੇ ਖਰਚੇ ਆਪਦੇ ਘਰ ਲੈ ਜਾਏ। ਹੁਣ ਥੋੜੀ ਸਖਤੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟਾ ਘੱਟ ਤੋਂ ਘੱਟ 10 ਲੱਖ ਰੁਪਈਆ ਹੋਣੀ ਚਾਹੀਦੀ ਹੈ। ਮੈਨੂੰ ਮਾਫ ਕਰਨਾ, ਬੰਦਾ ਪੈਸੇ ਖਰਚੇ ਤਾਂ ਪਤਾ ਚੱਲੇ। ਜਿਹੜਾ ਬੰਦਾ ਭੁੱਖਾ ਮਰਦਾ ਹੁੰਦਾ, ਰੋਟੀ ਜੋਗੇ ਉਹਦੇ ਕੋਲ ਪੈਸੇ ਨਹੀਂ, ਤੇ ਡੋਲੀਆਂ ਖਿਡਾਉਣ ਵਾਲਾ ਬਾਬਾ ਉਹ 200, 400, 500 ਰੁਪਈਆ ਆਪਦਾ ਦੇ ਤੇ ਮਹਾਰਾਜ ਕਰ ਲੈ ਜਾਏ। ਸਾਡੇ ਵਰਗੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ। ਹੁਣ ਮਹਾਰਾਜ ਨੇ ਤਾਂ ਕਹਿਣਾ ਨਹੀਂ ਵੀ ਬਾਬਾ ਮੈਂ ਤੇਰੇ ਘਰ ਨਹੀਂ ਜਾਣਾ, ਇਹਨੂੰ ਭਾਵੇਂ ਮੜੀਆਂ ਤੇ ਲਾਈ ਫਿਰੋ, ਭਾਵੇਂ ਕਬਰਾਂ ਤੇ। ਇੱਕ ਪਾਸੇ ਮੜੀ ਕਬਰ ਹੁੰਦੀ ਆ, ਦੂਜੇ ਪਾਸੇ ਮਹਾਰਾਜ। ਕਾਹਦੇ ਲਈ? ਵੀ ਤੇਰੇ ਮੇਰੇ ਵਰਗੇ ਗਰਾਈ ਦੇਣ, ਪੈਸੇ ਇਕੱਠੇ ਹੋਣ, 1000, 2000 ਦੇ ਚੌਲ ਬਣਾਤੇ ਮਿੱਠੇ ਤੇ ਬਾਕੀ ਆਪਦੀ ਜੇਬ 'ਚ। ਨਾ ਕੰਮ ਨਾ ਕਾਰ, ਨਾ ਕੋਈ ਬਾਣੀ ਦਾ ਪਾਠ, ਨਾ ਸੇਵਾ, ਨਾ ਸਿਮਰਨ। ਆਪਦਾ ਚਾਦਰ ਵਿਛਾਓ, ਪੈਸੇ ਇਕੱਠੇ ਕਰੋ ਤੇ ਘਰ ਨੂੰ ਲੈ ਜਾਓ। ਮਹਾਰਾਜ ਨੂੰ ਅਸੀਂ ਗੋਲਕ ਦਾ ਸੋਰਸ ਮੰਨਿਆ ਹੋਇਆ। 500 ਰੁਪਇਆ ਕੀ ਹੁੰਦਾ? 500 ਦਾ ਮਹਾਰਾਜ ਲਿਆਓ ਤੇ ਜਿੰਨੀ ਮਰਜ਼ੀ ਗੋਲ ਇਕੱਠੀ ਕਰੀ ਜਾਓ। ਲੋਕ ਸਾਹਿਬਜ਼ਾਦਿਆਂ ਦੇ ਨਾਮ ਦੇ ਗਰਾਈ ਕਰਦੇ, ਇੱਥੇ ਕਈਆਂ ਨੂੰ ਫੜਿਆ। ਤੇ ਇਸ ਵਾਸਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਨੂੰ ਸਮਝਣਾ ਚਾਹੀਦਾ, ਹਰ ਗੁਰੂ ਦੀ ਮਰਿਆਦਾ ਦੇ ਵਿੱਚ ਵਿਚਰਨਾ ਚਾਹੀਦਾ। ਜੋ ਗੁਰੂ ਸਾਹਿਬ ਦਾ ਦਿੱਤਾ ਜਾਣ ਕੇ ਉਹਦੇ ਵਿੱਚੋਂ ਦਸਵੰਧ ਭੇਟਾ ਕਰੀਏ। ਸਰਕਾਰ ਨੂੰ ਅਸੀਂ ਟੈਕਸ ਦਿੰਦੇ ਹਾਂ, ਬੜਾ ਕੁਛ ਹੈ ਦੁਨੀਆ ਦੇ ਵਿੱਚ। ਮੁੰਡੇ ਕੁੜੀਆਂ ਦੇ ਵਿਆਹਾਂ ਦੇ ਵਿੱਚ ਵੇਖੋ ਕਿੰਨਾ ਪੈਸਾ ਰੋੜਦੇ ਆ, ਤੇ ਆਪਦੇ ਸੂਟਾਂ ਬੂਟਾਂ ਦੇ, ਕੋਠੀਆਂ ਕਾਰਾਂ ਦੇ, ਤੇ
ਆਪਦੇ ਉਹ ਬੜੇ ਬੜੇ ਇੰਜੀਨੀਅਰ, ਬਿਲਡਿੰਗ ਵਾਲਾ ਇੰਜੀਨੀਅਰ ਵੱਖਰਾ, ਨਕਸ਼ੇ ਵਾਲਾ ਵੱਖਰਾ, ਠੇਕੇਦਾਰ ਵੱਖਰਾ, ਤੇ ਉਹ ਜਿਹੜਾ ਡੈਕੋਰੇਸ਼ਨ ਵਾਲਾ ਉਹ ਵੱਖਰਾ, ਫਰਨੀਚਰ ਨਹੀਂ ਮਾਣ, ਕਿੰਨਾ ਕਿੰਨਾ ਪੈਸਾ ਲਾਉਂਦੇ ਆ। ਜੇ ਗੁਰੂ ਘਰ ਸੰਗਤਾਂ ਦੇ ਬੈਠਣ ਦੀ ਜਗ੍ਹਾ ਬਣੀ ਹੈ, ਉਹਦੇ 'ਚ ਤਰਕ ਕਾਹਦਾ ਭਾਈ? ਉਹ ਤਾਂ ਪਬਲਿਕ ਪਲੇਸ ਹੈ, ਸਭਨਾਂ ਦਾ ਸਾਂਝਾ ਘਰ ਹੈ। ਜੇ ਖੁਸ਼ੀ ਦੇ ਨਾਲ ਰੱਬ ਦੇ ਦਿੱਤੇ ਜਾਣ ਕੇ ਉਹਦੇ 'ਚੋਂ 10ਵਾਂ ਹਿੱਸਾ ਭੇਟਾ ਕਰੀਏ, ਕਿੰਨਾ ਚੰਗਾ ਹੋਇਆ। ਮਹਾਰਾਜ ਕਹਿੰਦੇ ਵੀ ਬਾਬੇ ਬੁੱਢੇ ਨਾਲ ਗੱਲ ਕਰੋ, ਤੇ ਬਾਬਾ ਜੀ ਕਹਿਣ ਲੱਗੇ ਗੁਰਮੁਖੋ ਦੁੱਧ ਤੁਸੀਂ ਭੇਟਾ ਕਰਿਆ ਕਰੋ, ਤੁਹਾਨੂੰ 10ਵਾਂ ਹਿੱਸਾ ਘੱਟੋ ਘੱਟ ਚਾਹੀਦਾ। ਕਹਿੰਦੇ ਮਹਾਰਾਜ ਸਾਡੇ ਪਸ਼ੂ ਮਰਨੋਂ ਬਚ ਜਾਣ, ਅਸੀਂ ਤਾਂ ਅੱਧਾ ਦੁੱਧ ਪਾਇਆ ਕਰਾਂਗੇ, ਡੰਗਰ ਜ਼ਰੂਰ ਮਾਰਨੇ ਨੇ। ਕਹਿੰਦੇ ਜੇ ਪੂਰਾ ਜਾਂਦਾ ਵੇਖੀਏ ਅੱਧਾ ਦਈਏ ਗਵਾ, ਅੱਧਾ ਦਾਨ ਕਰ ਦਿਓ, ਤੇ ਇਸ ਵਾਸਤੇ ਡੰਗਰ ਤਾਂ ਬਚਣਗੇ, ਅੱਧਾ ਦੁੱਧ ਸਾਨੂੰ ਵੀ ਬਚੂਗਾ। ਤੋ ਇਸ ਤਰ੍ਹਾਂ ਉਹਨਾਂ ਨੇ ਅਰਦਾਸ ਕੀਤੀ ਕਿ ਸਾਡੇ ਡੰਗਰ ਬਚ ਜਾਣ, ਮੂੰਹ ਖੁਰ ਦੀ ਬਿਮਾਰੀ ਦੂਰ ਹੋ ਜਾਏ, ਅਸੀਂ ਅੱਧਾ ਆਪਦੇ ਘਰਾਂ 'ਚ ਵਰਤਾਂਗੇ ਤੇ ਅੱਧਾ ਗੁਰਦੁਆਰੇ ਲਿਆਵਾਂਗੇ। ਫਿਰ ਸਾਡੇ ਖੈਰ ਅੱਧਾ ਦੁੱਧ, ਤੇ ਜੋ ਦੁੱਧ ਰਿੜਕਦੇ ਉਹਦੇ ਵਿੱਚੋਂ ਵੀ ਅੱਧਾ ਕੀ ਲੰਗਰਾਂ ਵਿੱਚ ਭੇਜ ਦਿੱਤੇ। ਇਸੇ ਕਰਕੇ ਸਤਿਗੁਰਾਂ ਦੇ ਲੰਗਰਾਂ ਦੇ ਵਿੱਚ ਸਦਾ ਦੁੱਧ ਤੇ ਘੀ ਵਾਲੀ ਖੀਰ ਬਣਦੀ ਹੁੰਦੀ ਸੀ ਕਿ ਅਰਦਾਸ ਕਰਕੇ ਗਏ। ਜਾਂ ਜਿਹੜਾ ਤਾਂ ਸਵੇਰੇ ਦੁੱਧ ਆਉਂਦਾ, ਮਾਤਾ ਖੀਵੀ ਜੀ ਵੱਡਾ ਸਾਰਾ ਕੜਾਇਆ ਅੱਗ ਦੇ ਉੱਪਰ ਰੱਖ ਦਿੰਦੇ। ਜਿਹੜਾ ਕੋਈ ਆਉਂਦਾ ਉਹ ਕਹਿੰਦਾ ਜੀ ਦੁੱਧ, ਮਾਤਾ ਜੀ ਨੇ ਕਹਿਣਾ ਉਹ ਕੜਾਹੀ 'ਚ ਪਾ ਦੇ, ਥੱਲੇ ਅੱਗ ਬਲਦੀ ਹੁੰਦੀ ਸੀ, ਉਹਨੇ ਉਬਲਦੇ ਰਹਿਣਾ। ਕਿਸੇ ਨੇ ਆਉਣਾ ਕਹਿਣਾ ਜੀ ਚੌਲ, ਕਹਿਣਾ ਵਿੱਚ ਪਾ ਦੇ। ਕਿਸੇ ਨੇ ਆਉਣਾ ਕਹਿਣਾ ਜੀ ਗੁੜ, ਕਹਿੰਦੇ ਵਿੱਚੇ ਪਾ ਦੇ। ਇਉਂ ਬੜੀ ਸੋਹਣੀ ਖੀਰ ਬਣਦੀ। ਜਿਹੜਾ ਰਾਤ ਨੂੰ ਦੁੱਧ ਆਉਂਦਾ ਤੇ ਮਾਤਾ ਜੀ ਉਹਨੂੰ ਜਾਗ ਲਾ ਕੇ ਦਹੀਂ ਬਣਾ ਲੈਂਦੇ। ਦਹੀਂ ਬਣਾ ਕੇ ਰਿੜਕ ਕੇ ਮੱਖਣ ਕੱਢ ਕੇ ਉਹਦਾ ਘਿਓ ਕੱਢ ਕੇ ਉਹ ਵੀ ਖੀਰ 'ਚ ਹੀ ਪਾ ਦਿੰਦੇ। ਸਬਜ਼ੀ ਭਾਜੀ ਜਿੰਨਾ ਵਰਤਿਆ ਜਾਣਾ ਵਰਤਦੇ, ਬਾਕੀ ਜਮਾ ਨਹੀਂ ਕਰਦੇ, ਉਹ ਸਾਰਾ ਖੀਰ 'ਚ ਪਾ ਦਿੰਦੇ ਜਿੰਨਾ ਵਾਧੂ ਹੁੰਦਾ। ਲੱਸੀ ਪਾਣੀ, ਬਾਕੀ ਹੋਰ ਦੁੱਧ ਪਾਣੀ ਸੰਗਤਾਂ ਨੂੰ ਜਿੰਨਾ ਵਰਤਾਉਣਾ ਉਹਨਾਂ ਵਰਤਾਉਂਦੇ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਲੰਗਰ ਚੱਲੇ, ਪ੍ਰਤੱਖ ਲੰਗਰ ਵੀ ਚੱਲਦਾ ਤੇ ਗੁਰ ਸ਼ਬਦ ਕਥਾ ਕੀਰਤਨ ਦਾ, ਗੁਰੂ ਦੇ ਸ਼ਬਦ ਦਾ ਲੰਗਰ ਵੀ ਚੱਲਦਾ। ਹਰ ਦੋਟ ਨ ਆਵੀ ਖੱਟੀਐ, ਹਰ ਹਰੀ ਪਰਮੇਸ਼ਰ ਦੇ ਨਾਮ ਦੀ ਖੱਟੀ, ਭਾਵ ਲਾਭ ਆਮਦਨ ਦੀ ਤੋਟ ਵੀ ਨਹੀਂ ਹੁੰਦੀ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਧੋ ਜਾਈ। ਖਰਚੇ ਦਿੱਤ ਖਸਮ ਦੀ, ਖਸਮ ਮਾਲਕ ਪਰਮੇਸ਼ਰ ਦੀ ਰਜ਼ਾ ਅਨੁਸਾਰ ਦਿੱਤੇ ਹੋਏ ਖਰਚੇ ਨਾਲ ਸੰਗਤਾਂ ਲਈ ਪ੍ਰਤੱਖ ਲੰਗਰ ਚਲਾਉਂਦੇ ਹਨ ਜਾਂ ਨਾਮਦਾਨ ਦਾ ਲੰਗਰ ਚਲਾਉਂਦੇ ਹਨ। ਆਪ ਖੈਦੀ ਖੈਰ ਦਪਟੀਐ, ਆਪ ਖਾਂਦੇ ਨੇ, ਹੋਰਨਾਂ ਦੀ ਤਾਈ ਖੈਰਾਤ ਦਪਟੀਐ ਦਿੰਦੇ ਹਨ। ਭਾਵ ਆਪ ਨਾਮ ਜਪਦੇ ਨੇ ਅਤੇ ਹੋਰਨਾਂ ਨੂੰ ਜਪਾਉਂਦੇ ਹਨ। ਇਸੇ ਪ੍ਰਕਾਰ ਖਰਚੇ ਦਿੱਤ ਖਸਮ ਦੀ, ਜੋ ਖਸਮ ਮਾਲਕ ਪ੍ਰਭੂ ਦਾ ਸਰੂਪ ਗੁਰੂ ਨਾਨਕ ਦੇਵ ਜੀ ਦੀ ਨਾਮਦਾਨ ਦੀ ਦਾਤ ਦਿੱਤੀ ਹੋਈ ਹੈ। ਆਪ ਖੈਦੀ ਖੈਰ ਦਪਟੀਐ, ਸਤਿਗੁਰੂ ਅੰਗਦ ਦੇਵ ਜੀ ਉਸ ਨੂੰ ਆਪ ਜਪਨ ਰੂਪ ਖਾਂਦੇ ਤੇ ਖਰਚਦੇ, ਪਾਪ ਸੰਬੰਧੀਆਂ ਨੂੰ ਜਪਾਉਂਦੇ ਸਨ ਅਤੇ ਹੋਰਨਾਂ ਦੀ ਤਾਈ ਵੀ ਸੋ ਖੈਰਾਇਤ ਵੰਡਦੇ ਸਨ। ਸਿਫਤ ਖਸਮ ਦੀ, ਜਿਸ ਵੇਲੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਮਾਲਕ ਪਰਮੇਸ਼ਰ ਦੀ ਕੀਰਤਨ ਦੁਆਰਾ ਸਿਫਤ ਸ਼ਲਾਘਾ ਹੁੰਦੀ ਹੈ। ਦੂਰ ਅਰਸਹੁ ਕੁਰਸਹੁ ਚੱਟੀਐ, ਉਸ ਵੇਲੇ ਐਸਾ ਆਤਮਿਕ ਆਨੰਦ ਬਣਦਾ ਹੈ ਕਿ ਅਰਸੋਂ ਅਰਸ਼ ਆਕਾਸ਼ ਪਰ ਬੈਕੁੰਠ ਸੱਚਖੰਡ ਰੂਪ ਕੁਰਸੋਂ ਤਖਤ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਦਾ ਨੂਰ ਪ੍ਰਕਾਸ਼ ਇਹ ਝੜਦਾ ਹੈ, ਵਰਸਦਾ ਹੈ। ਕੁਦਰਤੀ ਆਕਾਸ਼ ਚੋਂ ਨੂਰ ਝੜਦਾ ਹੈ। ਅੱਜ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਦਰਬਾਰ ਦੇ ਵਿੱਚ ਉਹੀ ਨੂਰ ਝਲਕ ਰਿਹਾ ਹੈ।
ਇੱਕ ਵਾਰ ਕਿਉਂਕਿ SGPC ਗੋਰਿਆਂ ਨੇ ਬਣਾਈ ਸੀ ਸੰਨ 1919 ਵਿੱਚ, ਜਿਸ ਵਕਤ ਮਹੰਤ ਵਿਗੜ ਗਏ ਸਨ। ਮਹੰਤਾਂ ਤੋਂ ਕਬਜ਼ਾ ਛਡਾ ਕੇ ਤੇ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਰਿਆਂ ਨੇ ਬਣਾਈ ਸੀ ਤੇ ਇਹਦੇ ਉੱਪਰ ਆਪ ਦਾ ਸਰਬਰਾਹ ਲਾਇਆ ਸੀਗਾ, ਸਰਕਾਰੀ ਬੰਦਾ। ਅੱਜ ਵੀ ਸੱਚਖੰਡ ਹਜੂਰ ਸਾਹਿਬ ਦੇ ਬੋਰਡ ਦਾ ਜਿਹੜਾ ਸਰਬਰਾਹ ਹੈ ਸਰਕਾਰੀ ਬੰਦਾ ਹੈ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬੋਰਡ ਦਾ ਸਰਬਰਾਹ ਵੀ ਸਰਕਾਰੀ ਬੰਦਾ ਹੈ। ਹਰਿਮੰਦਰ ਸਾਹਿਬ ਦਾ ਵੀ ਗੋਰਿਆਂ ਵੱਲੋਂ ਗੋਰੀ ਗੌਰਮੈਂਟ ਦਾ ਇੱਕ ਸਰਕਾਰੀ ਬੰਦਾ ਹੁੰਦਾ ਸੀਗਾ ਤੇ ਉਹਨਾਂ ਨੇ ਇਹ ਜੁਗਤੀ ਬਣਾ ਲਈ ਕਿ ਹਰਿਮੰਦਰ ਸਾਹਿਬ ਜੋ ਹੈ ਇਹਨੂੰ ਪੱਕਾ ਠੇਕੇ ਤੇ ਲੈ ਲੈਣਾ ਹੈ। ਸਾਧ ਸੰਗਤ ਜੀ ਉਹ ਸਾਰਾ ਲਿਖਤ ਪੜਤ ਹੋ ਗਈ। ਜਿਸ ਵਕਤ ਠੇਕੇ ਤੇ ਲੈਣ ਵਾਸਤੇ ਸਾਰੀ ਲਿਖਤ ਪੜਤ ਸੰਪੂਰਨ ਹੋਈ, ਜਿੱਦਨ ਕਬਜ਼ਾ ਲੈਣਾ ਸੀ ਹਰਿਮੰਦਰ ਸਾਹਿਬ ਦਾ, ਦੁਨੀਆ ਦੇ ਵਿੱਚ 8 ਅਜੂਬੇ ਨੇ, 8 ਅਜੂਬੇ। ਪਿੱਛੇ ਜੇ ਰੌਲਾ ਪਿਆ ਸੀ, ਤਾਜ ਮਹਿਲ ਨੂੰ ਵੀ ਅਜੂਬਾ ਕਹਿੰਦੇ ਨੇ, ਇੱਕ ਨੈਗਰਾ ਫਾਲ ਹੈ ਟੋਰਾਂਟੋ ਦੇ ਵਿੱਚ, ਤੇ ਇੱਕ ਸ਼ਾਇਦ CND ਟਾਵਰ, ਹੋਰ ਅਜੂਬੇ ਹਨ। ਪਿੱਛੇ ਜੇ ਰੌਲਾ ਪਿਆ ਸੀ ਕਿ ਹਰਿਮੰਦਰ ਸਾਹਿਬ ਨੂੰ ਵੀ ਅਜੂਬਾ ਮੰਨਿਆ ਜਾਵੇ, ਤੇ ਪਰ ਜਿਹੜੇ ਸ਼ਰਧਾਲੂ ਸਿੱਖ ਉਹਨਾਂ ਇਸ ਗੱਲ ਦੀ ਵਿਰੋਧਤਾ ਕੀਤੀ, ਕਿਉਂਕਿ ਜਿਹੜੀ ਬਿਲਡਿੰਗ ਅਜੂਬਾ ਸੰਕੇਤ ਹੋ ਜਾਂਦੀ ਉਹਦਾ ਰੱਖ ਰਖਾਵ ਮੇਨਟੇਨ ਜੋ ਹੈ ਉਹ ਸਰਕਾਰ ਦੇ ਹੱਥ ਆ ਜਾਂਦਾ। ਗੁਰੂ ਘਰ ਦੀ ਇਹ ਮਰਜ਼ਾਦਾ ਰਹੀ ਹੈ ਕਿ ਗੁਰੂ ਘਰ ਦੀਆਂ ਇਮਾਰਤਾਂ ਦੀ ਜੋ ਸੇਵਾ ਹੈ ਸੰਗਤਾਂ ਖੁਦ ਆਪ ਕਰਦੀਆਂ ਨੇ। ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਰਾਹੀਂ ਸੰਗਤਾਂ ਆਪ ਸੇਵਾ ਨਿਭਾਉਂਦੀਆਂ ਨੇ। ਇਹਦੀ ਮੇਨਟੇਨ ਰੱਖ ਰਖਾਵ ਵੀ ਸੰਗਤਾਂ ਦੇ ਹੱਥ ਹੈ, ਸਰਕਾਰ ਦਾ ਨਹੀਂ ਹੋਣਾ ਚਾਹੀਦਾ। ਗੁਰੂ ਘਰ ਦੇ ਵਿੱਚ ਸਰਕਾਰ ਦਾ ਕੋਈ ਕੰਮ ਨਹੀਂ ਹੈ, ਕੋਈ ਦਖਲ ਨਹੀਂ ਹੋਣਾ ਚਾਹੀਦਾ। ਪਰ ਉਹਨਾਂ ਠੇਕੇ ਤੇ ਲੈ ਲਿਆ ਹਰਿਮੰਦਰ ਸਾਹਿਬ, ਤੇ ਜਿਸ ਵਕਤ ਕਬਜ਼ਾ ਲੈਣਾ ਸੀਗਾ, ਜਿਸ ਦਿਨ ਉਹ ਸਰਕਾਰੀ ਬੰਦਾ ਕਬਜ਼ਾ ਲੈਣ ਵਾਲੇ ਆਇਆ, ਅੰਮ੍ਰਿਤ ਵੇਲੇ 4 ਵਜੇ ਕੀਰਤਨ ਵਾਲਿਆਂ ਦੇ ਮਗਰ ਬੈਠਾ ਹੋਇਆ ਸੀਗਾ। ਦਿਨ ਜਿਹੜੇ ਕਬਜ਼ਾ ਲੈਣਾ ਸੀ, ਜਦੋਂ ਮਗਰ ਬੈਠਾ ਹੋਇਆ ਸੀ ਤਾਂ ਕੀ ਹੋਇਆ, ਉਹਦੀ ਪਿੱਠ ਵਾਲੇ ਪਾਸਿਓਂ ਜਿੱਥੇ ਰਾਗੀ ਬੈਠਦੇ ਨੇ ਉਧਰਲੇ ਪਾਸਿਓਂ ਇੱਕ ਸੂਰਜ ਟੈਪ ਬਹੁਤ ਹੀ ਪ੍ਰਕਾਸ਼ਮਈ ਗੋਲਾ ਆਇਆ, ਜਿਸ ਤਰ੍ਹਾਂ ਸੂਰਜ ਆਇਆ ਹੁੰਦਾ, ਪ੍ਰਕਾਸ਼ ਦਾ ਅੱਗ ਵਰਗਾ ਬਲਦਾ ਹੋਇਆ, ਜਿਹਦੇ ਵੱਲ ਵੇਖ ਕੇ ਅੱਖਾਂ ਚੋਂ ਅੰਧੇਰਾ ਜਾਣ ਐਸਾ ਗੋਲਾ ਆਇਆ ਉਸ ਦਰਵਾਜ਼ੇ ਪਾਸਿਓਂ, ਪਿੱਠ ਵਾਲੇ ਪਾਸਿਓਂ। ਤੇ ਉਹਦੇ ਵੇਖਦਿਆਂ ਵੇਖਦਿਆਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੁਝ ਕੁ ਮਿੰਟ ਜਾਂ ਸਕਿੰਟ ਰੁਕਿਆ ਤੇ ਇੱਕਦਮ ਉਹ ਫਟਿਆ। ਪਰ ਇੰਨੀ ਜ਼ਬਰਦਸਤ ਆਵਾਜ਼ ਆਈ। ਜਿਹੜੇ ਗੋਰੇ ਹੁੰਦੇ ਨੇ ਇਹ ਸਟੰਟ ਤਾਂ ਬਥੇਰੇ ਕਰਦੇ, ਪਰ ਹੁੰਦੇ ਬੜੇ ਟਾਕਲ ਨੇ। ਗੇਂਦ ਵਿਖਾ ਕੇ ਜੋ ਮਰਜ਼ੀ ਕਰ ਲਓ, ਸੂਈਆਂ ਤੋਂ ਡਰਦੇ ਨੇ। ਜਹਾਜ਼ਾਂ ਦੇ ਵਿੱਚ ਕਿਰਪਾਨ ਨਹੀਂ ਲਿਜਾਣ ਦਿੰਦੇ, ਪਤਾ ਨਹੀਂ ਕੀ ਕਰਦੇ ਨੇ, ਬਾਜ ਨਹੀਂ ਲਿਜਾਣ ਦਿੰਦੇ, ਪੱਗ ਦੀ ਪਿੰਨ ਨਿੱਕੀ ਜੀ ਸੂਈ ਤੋਂ ਡਰਦੇ ਨੇ। ਤੋ ਇਹ ਡਰਾਕਲ ਬੜੇ ਹੁੰਦੇ ਹਨ, ਡਰਦੇ ਬੜੀ ਛੇਤੀ ਨੇ। ਉਹ ਇੰਨਾ ਡਰਿਆ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹਨੇ ਸਮਝਿਆ ਵੀ ਇਹ ਕੁਦਰਤ ਭਗਵਾਨ ਦਾ ਮੰਦਿਰ ਹੈ ਤੇ ਇੱਥੇ ਅਸੀਂ ਪ੍ਰਬੰਧ ਨਹੀਂ ਕਰ ਸਕਦੇ। ਉਹਨੇ ਕੁਦਰਤੀ ਨਜ਼ਾਰਾ ਸਮਝਿਆ, ਘਬਰਾ ਕੇ ਉੱਥੋਂ ਜਿਉਂ ਦੌੜਿਆ, ਉਹਨੇ ਪਿੱਛਾ ਭੌਂ ਕੇ ਨਹੀਂ ਵੇਖਿਆ, ਮੁੜ ਕੇ ਨਹੀਂ ਨਾ ਲਿਆ ਕਿ ਮੈਂ ਦਰਬਾਰ ਸਾਹਿਬ ਦਾ ਕਬਜ਼ਾ ਲੈਣਾ। ਉਹ ਸ਼੍ਰੋਮਣੀ ਕਮੇਟੀ ਬਣਾਈ ਗਈ, ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹੱਥ ਰਿਹਾ। ਤੋ ਇੰਜ ਉਹ ਜਿਹੜਾ ਗੋਲਾ ਸੀ ਫਟ ਕੇ, ਨੁਕਸਾਨ ਤਾਂ ਨਹੀਂ ਕੋਈ ਹੋਇਆ, ਸਮਝ ਲਓ ਗੋਰੇ ਨੂੰ ਡਰਾਉਣਾ ਸੀਗਾ। ਸਾਰੀਆਂ ਸੰਗਤਾਂ ਨੇ ਇਹਨੂੰ ਗੁਰੂ ਰਾਮਦਾਸ ਦਾ ਕ੍ਰਿਸ਼ਮਾ ਸਮਝਿਆ ਤੇ ਦੂਜੇ ਪਾਸੇ ਦਰਵਾਜ਼ੇ ਥਾਣੀ ਉਹ ਜਿਹੜੀ ਲਾਈਟ ਸੀ ਬਾਹਰ ਨੂੰ ਨਿਕਲ ਗਈ, ਨੁਕਸਾਨ ਕੀਤੇ ਬਿਨਾਂ, ਸਿਰਫ ਡਰਾਇਆ ਹੀ। ਜਿੱਥੇ ਘੜਿਆਲ ਲੱਗਾ ਹੁੰਦਾ ਦਰਸ਼ਨੀ ਡਿਓੜੀ, ਦਹਲੀਜ਼ ਤੇ ਨਮਸਕਾਰ ਕਰਕੇ ਪੁਲ ਦੇ ਉੱਪਰ
ਜਦ ਨਮਸਕਾਰ ਕਰਕੇ ਅੱਗੇ ਨੂੰ ਜਾਈਦਾ ਹਰਿਮੰਦਰ ਸਾਹਿਬ, ਤਾਂ ਦਰਵਾਜ਼ੇ ਦੇ ਖੱਬੇ ਹੱਥ ਉਹ ਇੱਕ ਕਾਲਾ ਜਿਹਾ ਬਣਿਆ ਜਿੱਥੇ ਘੜਿਆਲ ਟੰਗਿਆ ਹੋਇਆ। ਉਸ ਘੜਿਆਲ ਦੇ ਉੱਪਰ ਪੱਥਰ ਦੇ ਵਿੱਚ ਇਹ ਸਾਰੀ ਵਿਚਿੱਤਰ ਘਟਨਾ ਉੱਥੇ ਲਿਖੀ ਹੋਈ ਹੈ। ਕਿਹੜਾ ਸੰਨ ਸੀਗਾ, ਕਿਹੜਾ ਦਿਨ, ਕਿਹੜਾ ਵਾਰ, ਸਾਰਾ ਕੁਝ ਉੱਥੇ ਬਕਾਇਦਾ ਲਿਖਿਆ ਹੋਇਆ ਹੈ। ਤੋ ਇਸ ਤਰ੍ਹਾਂ ਸਤਿਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਦਰਬਾਰ ਦੇ ਵਿੱਚ, ਗੁਰੂ ਘਰ ਦੇ ਵਿੱਚ ਅੱਜ ਵੀ ਨੂਰ ਝੜਦਾ ਪਿਆ ਹੈ। ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਵੀ ਆਤਮਿਕ ਆਨੰਦ ਦਾ, ਰੂਹਾਨੀਅਤ ਦੇਸ਼ ਤੋਂ ਨੂਰ ਝੜਦਾ ਹੈ। ਸਿਵਤ ਖਸਮ ਦੀ ਜਿਸ ਵੇਲੇ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਰੂਪ ਦਰਬਾਰ ਦੇ ਵਿੱਚ ਵਾਹਿਗੁਰੂ ਦੀ ਸਿਫਤ, ਭਾਵ ਕੀਰਤਨ ਭਜਨ ਸਵਾ ਪਹਿਰ ਦੇ ਤੜਕੇ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਤਾਂ ਸਪੀਕਰ ਆਸਾ ਦੀ ਵਾਰ ਪ੍ਰਾਰੰਭ ਹੋਣ ਵਕਤ ਹੀ ਲਾਏ ਜਾਂਦੇ। ਪਹਿਲਾ ਕੀਰਤਨ ਜਿਹੜਾ 3 ਪਹਿਰੇ ਦੀ ਚੌਂਕੀ ਜਿਹਨੂੰ ਕਹਿੰਦੇ ਨੇ, ਉਹ ਗੁਪਤ ਰੂਪ ਦੇ ਵਿੱਚ ਹੁੰਦਾ। ਪਰ ਅੱਜ ਕੱਲ੍ਹ ਨੈਟ ਦਾ ਜ਼ਮਾਨਾ ਹੈ, ਸਾਇੰਸ ਦੇ ਸਾਧਨ ਬੜੇ ਉੱਤਮ ਹਨ। ਤੋ ਇਸ ਲਈ ਆਪਦੇ ਘਰ ਬੈਠੇ ਆਪਾਂ 2-2:30 ਵਜੇ ਤੋਂ ਹੀ ਕੀਰਤਨ ਪ੍ਰਾਰੰਭ ਹੋ ਜਾਂਦਾ, ਉਦੋਂ ਹੀ ਸਪੀਕਰ ਲੱਗ ਜਾਂਦੇ ਤੇ ਉਦੋਂ ਹੀ ਕੀਰਤਨ ਆਪਾਂ ਸੁਣ ਸਕਦੇ ਹਾਂ। ਸਵਾ ਪਹਿਰ ਦੇ ਤੜਕੇ ਤੋਂ ਲੈ ਕੇ ਜਿਹੜੀ 3 ਪਹਿਰ ਦੀ ਚੌਂਕੀ ਹੈ, ਪਹਿਲਾਂ ਉਹ ਲੱਗਦੀ ਹੈ, ਉਸ ਤੋਂ ਬਾਅਦ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ। ਫਿਰ ਮਹਾਰਾਜ ਦਾ ਪ੍ਰਕਾਸ਼ ਬਾਅਦ ਵਿੱਚ ਹੁੰਦਾ। ਇਉਂ ਕੀਰਤਨ ਪ੍ਰਾਰੰਭ ਹੋ ਜਾਂਦਾ। ਉਸ ਵੇਲੇ ਜਿਵੇਂ ਬੈਕੁੰਠ ਦੇ ਵਿੱਚ ਵਿਸ਼ਨੂੰ ਭਗਵਾਨ ਦੇ ਚਿਹਰੇ ਉੱਤੇ ਨੂਰ ਝੜਦਾ ਹੈ। ਨੂਰ ਅਰਸਹੁ ਕੁਰਸਹੁ ਝਟੀਐ। ਇਉਂ ਸੱਚਖੰਡ ਰੂਪ ਕੁਰਸੋਂ ਤਖਤ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਦਾ ਅਰਸੋਂ ਆਕਾਸ਼ ਦੇ ਵਿੱਚੋਂ ਰੱਬੀ ਨੂਰ ਜਿਹੜਾ ਪ੍ਰਕਾਸ਼ ਹੈ, ਸਾਧ ਸੰਗਤ ਦੇ ਵਿੱਚ ਆ ਕੇ ਆਤਮਿਕ ਆਨੰਦ ਦੇ ਦਿੰਦਾ ਹੈ। ਤੇ ਇਹ ਸਮਝ ਲਓ ਰੂਹਾਨੀਅਤ ਦੇਸ਼ ਦਾ ਸੰਗਤਾਂ ਦੇ ਵਿੱਚ ਨੂਰ ਝੜਦਾ ਹੈ। ਮੇਰੇ ਇੱਕ ਟੀਚਰ ਦਾ ਨਾਮ ਸੀ ਨੂਰ, ਅਸਲੀ ਨਾਮ ਅਜੇ ਵੀ ਨਹੀਂ ਮੈਨੂੰ ਯਾਦ, ਪਰ ਨੂਰ ਮੈਨੂੰ ਯਾਦ ਹੈ। ਉਹਦਾ ਤਖੱਲਸ ਸੀ ਨੂਰ। 6ਵੀਂ ਤੋਂ ਲੈ ਕੇ ਮੈਟ੍ਰਿਕ ਤੱਕ ਉਹ ਮੇਰੇ ਇੰਚਾਰਜ ਰਹੇ ਨੇ। ਪੰਜਾਬੀ ਦੇ ਵਿੱਚ ਬੜੇ ਮਾਹਰ ਸਨ। ਉਹਨਾਂ ਦੀਆਂ ਕਹਾਣੀਆਂ ਰੇਡੀਓ 'ਤੇ ਚੱਲਦੀਆਂ ਸਨ। ਸੱਚਮੁੱਚ ਹੀ ਕਹਿੰਦੇ ਮੈਂ ਨਾਨਕਸਰ ਸਾਹਿਬ ਸੰਗਤ ਵਿੱਚ ਗਿਆ, ਭੂਰਾ ਸਾਹਿਬ ਦੇ ਦਰਸ਼ਨ ਕੀਤੇ, ਬਾਣੀ ਦੇ ਨਿਯਮ ਪੜ੍ਹੇ ਤਾਂ ਮੂਲ ਮੰਤਰ ਕਰਨ ਨੂੰ ਦਿਲ ਕੀਤਾ। ਜਿਉਂ ਮੂਲ ਮੰਤਰ ਦਾ ਪਾਠ ਸ਼ੁਰੂ ਕੀਤਾ, ਕਹਿੰਦੇ ਅੱਜ ਤੱਕ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਮੂਲ ਮੰਤਰ ਬੰਦ ਹੀ ਨਹੀਂ ਹੋਇਆ। ਤੇ ਸੱਚਮੁੱਚ ਬਜ਼ੁਰਗ ਅਵਸਥਾ ਦੇ ਵਿੱਚ ਵੀ ਕਹਿੰਦੇ ਸਾਈਕਲ ਤੇ ਮੈਂ ਆਉਣਾ 15 ਕਿਲੋਮੀਟਰ ਸਾਡਾ ਪਿੰਡ, ਉੱਥੋਂ ਲੈ ਕੇ ਹਰਿਮੰਦਰ ਸਾਹਿਬ, ਤੇ ਸਾਰੀ ਦਿਹਾੜੀ ਕਹਿੰਦੇ ਛਬੀਲਾਂ ਦੇ ਸੇਵਾ ਕਰੀਦੀ ਆ, ਕੀਰਤਨ ਸੁਣੀਦਾ, ਤੇ ਚਿਹਰੇ ਤੇ ਬੜਾ ਜਾਹੋ ਜਲਾਲ, ਬਾਣੀ ਦਾ ਨਾਮ ਦਾ ਨੂਰ। ਇਉਂ ਸੰਗਤਾਂ ਦੇ ਵਿੱਚ ਪਤਾ ਨਹੀਂ ਕਿੰਨਿਆਂ ਨੂੰ ਉੱਥੇ ਪ੍ਰਾਪਤ ਹੁੰਦਾ ਹੈ। ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸ ਚੜਾਓ। ਦੁਨੀਆ ਕੋਲ ਅਰਬਾਂ ਰੁਪਈਆ ਹੈ, ਕੋਠੀਆਂ ਕਾਰਾਂ ਮਾਰ ਕੋਈ ਗਿਣਤੀ ਨਹੀਂ, ਕਿੰਨੀ ਪ੍ਰਾਪਰਟੀ ਹੈ, ਫਿਰ ਵੀ ਲੋਕਾਂ ਦੇ ਮੂੰਹ ਸੁੱਕੇ ਹੋਏ ਨੇ। ਮਾਸਾ ਕਿਤੇ ਰੂਹਾਨੀਅਤ ਨਹੀਂ ਹੈ। ਪਰ ਮਹਾਰਾਜ ਦਾ ਨਿਹੰਗ ਸਿੰਘ ਭਾਵੇਂ ਜੇਬ 'ਚ ਰੁਪਈਆ ਵੀ ਨਾ ਹੋਵੇ ਤੇ ਕੋਈ ਵੀ ਪ੍ਰਾਪਰਟੀ, ਕੋਈ ਜਾਇਦਾਦ ਨਹੀਂ, ਪਰ ਉਹਦੇ ਚਿਹਰੇ ਦਾ ਨੂਰ ਤੁਸੀਂ ਦੇਖੋਗੇ, ਉਹ ਹਮੇਸ਼ਾ ਅੱਡੀ ਚੁੱਕੀ ਰਹਿੰਦੀ ਹੈ ਤੇ ਹਮੇਸ਼ਾ ਐਕਟਿਵ, ਭੱਜੇ ਫਿਰਦੇ ਤੇ ਜਕਾਰੇ ਛੱਡਦੇ ਨੇ। ਕੋਈ ਉਦਾਸੀ ਦੀ ਕਿਰਨ ਹੀ ਨਹੀਂ, ਕੋਈ ਸੋਗ ਅਫਸੋਸ ਦਾ ਨਾਮ ਹੀ ਨਹੀਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ ਲਿਖਿਆ, ਜੇ ਤੁਸੀਂ ਆਪਦੇ ਘਰ ਬੈਠੇ ਵੀ ਪੜੋਗੇ ਤਾਂ ਘਰ ਦੇ ਵਿੱਚ ਉਹੀ ਨੂਰ ਆ ਕੇ ਚੜਨ ਲੱਗ ਪਏਗਾ ਜਿਹੜਾ ਗੁਰਦੁਆਰੇ ਚੜਦਾ। ਪ੍ਰਤਾਪ ਤੇ ਬਾਣੀ ਦਾ ਹੈ ਨਾ, ਭਾਵੇਂ ਜਿੱਥੇ ਮਰਜ਼ੀ ਪੜਨ ਲੱਗ ਪਓ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਦੁੱਖ ਤੇ ਪਾਪ ਬੰਦੇ ਨੂੰ ਮਾਰ ਸੁੱਟਦੇ ਨੇ, ਬੰਦਾ ਨਹੀਂ ਮਰਦਾ, ਦੁੱਖ ਪਾਪ ਬੰਦੇ ਨੂੰ ਮਾਰਦੇ ਨੇ। ਰੋਗ ਨਹੀਂ ਖਹਿੜਾ ਛੱਡਦੇ, ਸਰੀਰ ਕਮਜ਼ੋਰ ਕਰ ਦਿੰਦੇ ਨੇ। ਤੇ ਇਸ ਵਾਸਤੇ ਜਿਹੜੀ ਬਾਣੀ ਹੈ, ਮਹਾਰਾਜ ਦਾ ਨਾਮ ਹੈ, ਦੁੱਖਾਂ ਦੇ ਪਾਪਾਂ ਦਾ ਖਾਤਮਾ ਕਰਦੀ ਹੈ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਤੇ ਆਪੇ ਸਰੀਰ ਪ੍ਰਫੁੱਲਤ ਰਹਿਣਾ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੰਗਤਾਂ ਦੇ
ਹਿਰਦੇ ਵਿੱਚ ਆਤਮਿਕ ਆਨੰਦ ਦਾ ਰੂਹਾਨੀ ਅੰਦੇਸ਼ ਤੋਂ ਨੂਰ ਝੜਦਾ ਹੈ। ਡਿਠੇ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਦਰਸ਼ਨ ਵੇਖ ਕਰਕੇ ਮਲ ਜਨਮ ਜਨਮ ਦੀ ਕਟਿਆ, ਜਨਮਾਂ ਜਨਮਾਂਤਰਾਂ ਦੀ ਪਾਪਾਂ ਨੂੰ ਮੈਲ ਕੱਟੀ ਜਾਂਦੀ ਹੈ। ਮੈਲ ਕੇਵਲ ਬਾਣੀ ਕੱਟ ਸਕਦੀ ਹੈ। ਦਾਨ ਪੁੰਨ ਜਿਹੜੇ ਨੇ ਉਹ ਵੈਸੇ ਥੋੜਾ ਬਹੁਤਾ ਲਾਭ ਦਿੰਦੇ ਨੇ, ਸਵਰਗਾਂ ਦਾ ਸੁੱਖ, ਪਰ ਪਾਪ ਜਿਹੜੀ ਹੈ ਉਹ ਦਾਨ ਪੁੰਨ ਨਹੀਂ ਕੱਟ ਸਕਦੇ। ਗੁਰਬਾਣੀ ਨਾਲ ਪਾਪ ਖਤਮ ਹੁੰਦੇ ਨੇ। ਦੁੱਖ ਰੋਗ ਸੰਤਾਪ ਉਤਰ ਸੋਹਣੀ ਸੱਚੀ ਬਾਣੀ। ਦੁੱਖ ਰੋਗ ਪਾਪਾਂ ਦੀ ਹਰ ਇੱਕ ਸੱਚੀ ਗੁਰਬਾਣੀ ਹੈ। ਤੋ ਇਸ ਲਈ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਦ ਜਾਣੀ। ਕਰੋੜਾਂ ਹੀ ਪੁੰਨ ਲੱਗਦੇ ਨੇ ਗੁਰਬਾਣੀ ਸੁਣਨ ਤੋਂ, ਕਿਉਂਕਿ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਸਤਿਗੁਰੂ ਦੇ ਦਰਸ਼ਨ ਇਕੱਲੇ ਖਾਲੀ ਨਹੀਂ ਹਨ। ਜੇ ਸਤਿਗੁਰੂ ਦੇ ਦਰਸ਼ਨ ਕਰਾਂਗੇ ਨਾਲ ਆਸਾ ਦੀ ਵਾਰ ਵੀ ਸੁਣਾਂਗੇ, ਕਿਉਂਕਿ ਮਹਾਰਾਜ ਦੀ ਹਜ਼ੂਰੀ 'ਚ ਆਸਾ ਦੀ ਵਾਰ ਲੱਗਦੀ ਹੁੰਦੀ ਅੰਮ੍ਰਿਤ ਵੇਲੇ। ਜੇ ਸ਼ਾਮਾਂ ਨੂੰ ਦਰਸ਼ਨ ਕਰਾਂਗੇ ਨਾਲ ਰਹਿ ਰਸ ਵੀ ਸੁਣਾਂਗੇ। ਤੋ ਇਸ ਲਈ ਮੇਰੇ ਦਰਸ਼ਨਾਂ ਦੇ ਨਾਲ ਹੀ ਨਹੀਂ, ਤੋ ਡਿਠੇ ਸੱਚੇ ਪਾਤਸ਼ਾਹ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਤੁਹਾਡੇ ਦਰਸ਼ਨ ਵੇਖ ਕੇ ਤੇ ਮਹਾਰਾਜ ਦੀ ਹਜ਼ੂਰੀ 'ਚ ਕੀਰਤਨ ਵੀ ਹੁੰਦਾ ਬਾਣੀ ਵੀ ਹੁੰਦੀ ਹੈ। ਇਹ ਸੁਣ ਕੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਮੈਲ ਕੱਟੀ ਜਾਂਦੀ ਹੈ। ਬਾਕੀ ਗੁਰੂ ਸਾਹਿਬ ਖੁਦ ਆਪ ਜੂ ਬਾਣੀ ਪੜ੍ਹਦੇ ਨੇ। ਅੰਮ੍ਰਿਤ ਵੇਲੇ 1-1:30 ਵਜੇ ਤੋਂ ਉੱਠ ਕੇ ਇਸ਼ਨਾਨ ਕਰਕੇ ਸਮਾਧੀ ਸਥਿਤ ਹੋ ਜਾਂਦੇ, ਤੇ ਜਦ ਦਿਨ ਜਿਹੜੇ ਦਰਵਾਜ਼ਾ ਖੋਲਦੇ 6, 6:15, 6:30 ਐਸੇ ਵਕਤ ਤਾਂ ਜਿਹਦੇ ਤੇ ਨਿਗਾਹ ਪਾਉਂਦੇ ਉਹ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ, ਕਿਉਂਕਿ ਗੁਰੂ ਸਾਹਿਬ ਬਾਣੀ ਰੂਪ ਨੇ, ਨਾਮ ਸਰੂਪ ਹਨ। ਇਸ ਲਈ ਪ੍ਰਤੱਖ ਮਹਾਰਾਜ ਦੇ ਦਰਸ਼ਨ ਕਰਕੇ ਪਾਪਾਂ ਦੇ ਨਾਸ਼ ਹੁੰਦੇ ਨੇ। ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਮਨ ਦਰਿਆਉ ਜਨਮ ਹਮ ਕਾਲਖਤ ਹੋਵੈ। ਸੁਖੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਮਲ ਜਨਮ ਜਨਮ ਦੀ ਕਟਿਆ, ਡਿਠੇ ਸੱਚੇ ਪਾਤਸ਼ਾਹ हे ਸੱਚੇ ਪਾਤਸ਼ਾਹ ਤੇਰੇ ਪ੍ਰਤੱਖ ਦਰਸ਼ਨ ਕਰਕੇ, ਤੇਰੇ ਬਾਣੀ ਰੂਪ ਦਰਸ਼ਨ ਕਰਕੇ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਸੱਚ ਜੇ ਗੁਰ ਫੁਰਮਾਇਆ, ਇਹ ਸਤਿਗੁਰੂ ਅੰਗਦ ਦੇਵ ਜੀ ਜਿਹੜਾ ਸਤਿਗੁਰੂ ਸਾਹਿਬ ਜੀ ਨੇ ਸੱਚਾ ਹੁਕਮ ਫਰਮਾਇਆ ਕਹਿਣਾ ਕੀਤਾ ਹੈ। ਜੋ ਐਦੋ ਬੋਲਹੁ ਹਟਿਆ, ਤੁਸੀਂ ਇਸ ਗੁਰਾਂ ਦੇ ਬਚਨਾਂ ਵੱਲੋਂ ਕਿਵੇਂ ਹਟਦੇ? ਭਾਵ ਨਹੀਂ ਹਟ ਸਕਦੇ ਸਨ। ਜਾਂ ਇਸੇ ਪ੍ਰਕਾਰ ਸੱਚ ਜੇ ਗੁਰ ਫੁਰਮਾਇਆ, ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਾ ਬਚਨ ਫਰਮਾਇਆ ਹੈ ਕਿ ਗੁਰੂ ਅੰਗਦ ਦੇਵ ਜੀ ਮੇਰਾ ਸਰੂਪ ਹੈ। ਜੋ ਐਦੋ ਬੋਲਹੁ ਹਟਿਆ, ਅਸੀਂ ਇਹ ਸੱਚਾ ਬਚਨ ਕਹਿਣ ਤੋਂ ਕਿਵੇਂ ਹਟ ਸਕਦੇ ਹਾਂ? ਭਾਵ ਨਹੀਂ ਹਟ ਸਕਦੇ। ਤਰੀ ਕੌਲ ਨਾ ਪਾਲਿਓ, ਸਿੰਘ ਨੇ ਜਿਸ ਤਰ੍ਹਾਂ ਪਾਠ ਕੀਤਾ ਬਿੰਦੀ ਲਾ ਕੇ, ਪੁੱਤਰੀ ਬਹੁ ਵਚਨ, ਪੁੱਤਰੀ ਤਾਂ ਸਪੁੱਤਰੀ ਹੁੰਦੀ ਹੈ ਲੜਕੀ, ਜੇ ਪੁੱਤਰੀ ਕਹਾਂਗੇ ਫਿਰ ਲੜਕੀ ਦਾ ਅਰਥ ਬਣ ਜਾਊਗਾ। ਪੁੱਤਰੀ ਬਿੰਦੀ ਲਾ ਕੇ ਸਪੁੱਤਰਾ ਨੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਦੋਨਾਂ ਸਪੁੱਤਰਾਂ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਕੌਲ ਬਚਨ ਹੁਕਮ ਨਹੀਂ ਪਾਲਣਾ ਕੀਤਾ, ਨਹੀਂ ਮੰਨਣਾ ਕੀਤਾ। ਕਰ ਪੀਰਹੁ, ਬਣਾਉਣੇ ਤਾਂ ਪੀਰ ਸੀਗੇ, ਕਰ ਪੀਰਹੁ ਪੀਰ ਕਰਨੇ ਸੀਗੇ। ਕੰਨ ਮੁਰਟਿਆ, ਆਪਣੇ ਪੁੱਤਰਾਂ ਨੂੰ ਗੁਰੂ ਜੀ ਨੇ ਸਾਰੇ ਸੰਸਾਰ ਦਾ ਪੂਜਨੀਕ ਗੁਰੂ ਬਣਾ ਦੇਣਾ ਸੀਗਾ, ਕਰ ਦੇਣਾ ਸੀਗਾ, ਪਰੰਤੂ ਬਚਨ ਨਾ ਮੰਨਣ ਕਰਕੇ ਕੰਨ ਹੁੰਦਾ ਜਿਹੜਾ ਸੁਣਨ ਵਾਲਾ ਕੰਨ ਥੱਲੇ ਭਾਰਾ ਲਾਇਆ, ਅੱਧਾ ਯਈਆ ਜਾਂ ਅੱਧਾ ਹਾ, ਇਹਦਾ ਮਤਲਬ ਹੈ ਮੋਢਾ।
ਤੇ ਇਹਨਾਂ ਵੱਲੋਂ ਮਹਾਰਾਜ ਨੇ ਮੋਢਾ ਮੋੜ ਲਿਆ, ਕੰਨਾ ਮੋੜ ਲਿਆ। ਆਪ ਜੇ ਗੁਰਾਂ ਦਾ ਬਚਨ ਮੰਨ ਲੈਂਦੇ ਤਾਂ ਗੁਰਤਾ ਗੱਦੀ ਪੁੱਤਰਾਂ ਨੂੰ ਬਖਸ਼ ਦਿੰਦੇ, ਪਰ ਪੁੱਤਰਾਂ ਦੇ ਬਚਨ ਨਾ ਮੰਨਣ ਕਰਕੇ ਆਪਣੇ ਸੇਵਕ ਪਾਵਨ ਸ੍ਰੀ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਗੁਰ ਅੰਗਦ ਗੁਰ ਅੰਗਦ ਗੰਗੋ ਹੋ ਜਾਣ ਤਰੰਗੇ ਉਠਾਇਆ। ਜਿਵੇਂ ਗੰਗਾ ਦੇ ਵਿੱਚੋਂ ਲਹਿਰਾਂ ਉੱਠਦੀਆਂ ਤੇ ਉਹ ਗੰਗਾ ਦਾ ਹੀ ਰੂਪ ਹੁੰਦੀਆਂ, ਇਹ ਉਹ ਮਹਾਰਾਜ ਨੇ ਆਪ ਦੇ ਵਿੱਚੋਂ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਗਟ ਕੀਤੇ। ਦਿਲ ਖੋਟਾ ਆਕੀ ਫਿਰਨ, ਸਾਹਿਬਜ਼ਾਦਿਆਂ ਦੇ ਦਿਲ ਹਿਰਦੇ ਵਿੱਚ ਗੁਰੂ ਪੁੱਤਰ ਹੋਣ ਦਾ ਹੰਕਾਰ, ਇਹ ਖੋਟਾਪੁਣਾ ਸੀਗਾ, ਇਹ ਖੁਟਿਆਈ ਸੀਗੀ। ਇਸੇ ਕਰਕੇ ਬਚਨ ਮੰਨਣ ਤੋਂ ਆਕੀ ਬਾਗੀ ਹੋਏ ਤੁਰੇ ਫਿਰਦੇ ਸਨ। ਬੰਨ ਭਾਰ, ਉਹਨਾਂ ਨੇ ਹੰਕਾਰ ਰੂਪੀ ਪੰਡ ਬਨ ਕੇ, ਭਾਰ ਬਨ ਕੇ ਆਪਣੇ ਅੰਤःਕਰ ਰੂਪੀ ਛੱਟ ਦੇ ਵਿੱਚ ਪਾ ਕੇ ਜਾਇਨ ਛੱਟੀਐ, ਚੁੱਕਿਆ ਹੋਇਆ ਸੀਗਾ ਅੰਤःਕਰ ਰੂਪੀ ਛੱਟ ਦੇ ਵਿੱਚ ਪਾ ਕੇ। ਇਸੇ ਪ੍ਰਕਾਰ ਉਦਾਸੀਨ ਸੰਪਰਦਾ ਵਿੱਚ ਇਹ ਦੋਵੇਂ ਪੰਕਤੀਆਂ ਦਾ ਅਰਥ ਇੰਜ ਕਰਦੇ ਨੇ, ਕਿਉਂਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੋਂ ਉਦਾਸੀਨ ਸੰਪਰਦਾ ਚੱਲੀ ਹੈ ਤੇ ਮੈਂ ਬਾਬਾ ਸ੍ਰੀ ਚੰਦ ਜੀ ਨੂੰ ਆਪ ਦੇ ਵੱਲੋਂ ਬਹੁਤ ਸਤਿਕਾਰਯੋਗ ਮੰਨਦਾ ਹਾਂ ਤੇ ਉਹਨਾਂ ਦੇ ਪੈਰ ਧੋ ਕੇ ਵੀ ਆਪਾਂ ਪੀਣ ਨੂੰ ਤਿਆਰ ਹਾਂ। ਜੇ ਬਚਨ ਗੁਰੂ ਸਾਹਿਬ ਦਾ ਨਹੀਂ ਮੰਨਿਆ, ਉਹਨਾਂ ਆਪਦੀ ਮਰਜ਼ੀ ਨਾਲ ਨਹੀਂ ਮੰਨਿਆ, ਜੇ ਗੁਰੂ ਜੀ ਦੀ ਮਰਜ਼ੀ ਹੁੰਦੀ ਤਾਂ ਉਹਨਾਂ ਮੰਨ ਲੈਣਾ ਸੀਗਾ। ਵਾਹਿਗੁਰੂ ਅਕਾਲ ਪੁਰਖ ਵੱਲੋਂ ਇਸ ਤਰ੍ਹਾਂ ਹੀ ਸੀਗਾ ਕਿ ਬਚਨ ਸਾਹਿਬਜ਼ਾਦੇ ਨਾ ਮੰਨਣ, ਕਿਉਂਕਿ ਗੁਰਤਾ ਗੱਦੀ ਦਾ ਤਖਤ ਪਾਵਨ ਸ੍ਰੀ ਲਹਿਣਾ ਜੀ ਦੇ ਫੇਰ ਵਿੱਚ ਸੀਗਾ। ਉਹਨਾਂ ਦੇ ਹੱਕ ਵਿੱਚ ਸ਼ੁਰੂ ਤੋਂ ਹੀ ਧੁਰ ਦਰਗਾਹ ਤੋਂ ਰੱਬ ਨੇ ਲਿਖ ਕੇ ਭੇਜਿਆ ਸੀਗਾ। ਇਹ ਤਾਂ ਕੁਦਰਤੀ ਪ੍ਰੀਖਿਆ ਦਾ ਬਹਾਨਾ ਬਣਨਾ ਸੀਗਾ। ਤਖਤ ਰਾਜਾ ਸੋਭਾ ਹੈ ਜੇ ਤਖਤ ਹੈ ਲਾਇਕ ਹੋਏ। ਬਾਕੀ ਬਾਬਾ ਸ੍ਰੀ ਚੰਦ ਜੀ ਜਤੀ ਸਤੀ ਮਹਾਂਪੁਰਖ ਹੋਏ ਨੇ। ਅੱਜ ਤਾਂ ਆਪਣੀਆਂ ਧੀਆਂ ਪੁੱਤਰ ਕੁੜੀਆਂ ਹੀ ਤੇ ਮੁੰਡੇ ਹੀ ਪਾਲਦੇ ਆ ਤੇ ਘਰ ਪਰਿਵਾਰ ਦੀਆਂ ਹੀ ਪਰਿਕਰਮਾ ਕਰਦੇ, ਥੱਕਦੇ ਨਹੀਂ ਦਿਨ ਵੀ ਤੇ ਰਾਤ ਵੀ। ਕਦੀ ਘੜੀ ਘੰਟਾ ਗੁਰਦੁਆਰੇ ਲਈ ਕੱਢਦੇ ਨਹੀਂ, ਕਦੀ 2 ਮਿੰਟ ਚੌਂਕੜਾ ਨਹੀਂ ਮਾਰ ਸਕਦੇ ਤੇ ਨਿੰਦਿਆ ਕਰਦੇ ਆ ਬਾਬੇ ਸ੍ਰੀ ਚੰਦ ਦੇ। ਉਹਨਾਂ ਦੇ ਮੂੰਹ 'ਚ ਕੀੜੇ ਪੈਣਗੇ। ਜਿਹੜੇ ਜਿੰਨੀ ਕਮਾਈ ਹੈ ਸੰਗਤਾਂ ਤੋਂ ਲੁੱਟ ਕੇ ਆਪਦੇ ਪਰਿਵਾਰ ਨੂੰ ਦਿੰਦੇ ਨੇ ਤੇ ਨਿੰਦਿਆ ਕਰਨ ਬਹਿ ਜਾਂਦੇ ਆ ਬਾਬਾ ਸ੍ਰੀ ਚੰਦ ਜੀ। ਅਗੇ ਜੀ ਐ ਜੀ ਆਉਂ ਜੀ, ਹੁਣ ਤੇ ਇੰਨਾ ਗੁੱਸਾ ਚੜ੍ਹਦਾ ਵੀ ਉਹਨਾਂ ਦੇ ਮੂੰਹ ਤੇ ਮਾਰੀਏ। ਨਿੰਦਕ ਦਾ ਮਾਥਾ ਇਹਾਂ ਉਹਾਂ ਕਾਲਾ, ਕਾਲੇ ਮੂੰਹਾਂ ਵਾਲੇ ਨੇ ਜਿਹੜੇ ਬਾਬੇ ਸ੍ਰੀ ਚੰਦ ਦੀ ਨਿੰਦਿਆ ਕਰਦੇ ਨੇ। ਇਹ ਬਾਣੀ 'ਚ ਨਿੰਦਿਆ ਨਹੀਂ ਹੈ। ਤੁਸੀਂ ਦੱਸੋ ਨਿੰਦਿਆ ਹੈ? ਮਾੜਾ ਆਖਿਆ ਕਿਤੇ ਬਾਬੇ ਨੂੰ? ਮੈਂ ਤਾਂ ਨਹੀਂ ਸਮਝਦਾ। ਜੇ ਕੋਈ ਇਹ ਬਾਣੀ ਨੂੰ ਲੈ ਕੇ ਆਖੇ ਜੀ ਗੁਰੂ ਸਾਹਿਬ ਨੇ ਮਾੜਾ ਆਖਿਆ, ਮਾੜਾ ਥੋੜ੍ਹਾ ਆਖਿਆ। ਤੁਸੀਂ ਦੱਸੋ ਵੀ ਤੁਸੀਂ ਆਗਿਆ ਮੰਨਦੇ ਹੋ? ਦਾੜੀ ਕੌਣ ਰੰਗਣੋਂ ਨਹੀਂ ਹਟਦਾ? ਸਾਰੇ ਰੰਗਦੇ ਨੇ। ਕਟਾਉਣੋਂ ਕੌਣ ਨਹੀਂ ਹਟਦਾ? ਸਾਰੇ ਕਟਾਉਂਦੇ ਨੇ। ਪਹਿਲੀ ਗੱਲ ਤਾਂ ਗਾਤਰਾ ਪਾਉਣਾ ਅੰਮ੍ਰਿਤ ਛਕਣਾ, ਜੇ ਛਕ ਲਿਆ ਤਾਂ ਕੌਣ ਮੰਨਦਾ? ਵਾਹਿਗੁਰੂ ਦਾ ਭਜਨ ਆਪਾਂ ਕਰਦੇ ਹਾਂ। ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਈ ਜੀ। ਉਹ ਤਾਂ ਗੁਰੂ ਸਾਹਿਬ ਜੀ ਦੀ ਆਪ ਦੀ ਮਰਜ਼ੀ ਸੀਗੀ ਵੀ ਮਹਾਰਾਜ ਦੇ ਉਹ ਬਚਨ ਪ੍ਰੀਖਿਆ ਵਾਲੇ ਨਹੀਂ ਮੰਨੇ। ਉਹ ਤਾਂ ਬਾਬਾ ਜੀ ਨਾਮ ਜਪਦੇ ਸੀ ਨਾ। ਆਪਾਂ ਕਿੱਥੇ ਨਾਮ ਜਪਦੇ ਆ? ਕਿੱਥੇ ਸਮਾਧੀ ਲੱਗਦੀ ਹੈ ਸਾਡੀ? ਦੱਸੋ। ਅਸੀਂ ਆਪ ਦਾ ਟੱਬਰ ਪਾਲਦੇ ਹਾਂ। ਬਾਬਾ ਜੀ ਸਾਰੀ ਉਮਰ ਰੱਬ ਦੇ ਲੇਖੇ ਸਵਾਸ ਲਾਉਂਦੇ ਨੇ। ਉਹਨਾਂ ਕਿਤੇ ਨਿਗਾਹ ਭਰ ਕੇ ਸਾਧ ਸੰਗਤ ਜੀ ਕਿਸੇ ਵੱਲ ਨਹੀਂ ਤੱਕਿਆ, ਕਿਸੇ ਵੱਲ ਨਹੀਂ ਤੱਕਿਆ। ਇੰਨੀ ਨਿਗਾਹ ਸਵੱਲੀ ਸੀਗੀ। ਜਿਹੜਾ ਬਾਬਾ ਮੋਹਨ ਸੀਗਾ ਉਹਨੇ ਆਪਦੀ ਸਗੀ ਘਰ ਵਾਲੀ ਵੱਲ ਵੀ ਨਿਗਾਹ ਭਰ ਕੇ ਨਹੀਂ ਸੀ ਕਦੀ ਵੇਖਿਆ। ਤੇ ਮਾਤਾ ਦਇਆ ਕੌਰ ਗੁਰੂ ਅਮਰਦਾਸ ਦੇ ਚਰਨਾਂ 'ਚ ਆਏ, ਕਹਿੰਦੇ ਮਹਾਰਾਜ ਵੀ ਚੰਗਾ ਵਿਆਹ ਕੀਤਾ। ਉਹ ਬੀਬੀ ਵਿਚਾਰੀ ਰੋਂਦੀ ਰਹਿੰਦੀ ਹੈ ਤੇ ਉਹ ਮੈਨੂੰ ਸਗੋਂ ਵੱਖਰਾ, ਪਹਿਲਾਂ ਇੱਕ ਦੁੱਖ ਸੀਗਾ ਹੁਣ ਡਬਲ ਇਹਦਾ ਵੀ ਦੁੱਖ ਹੈ। ਆਪਦੇ ਪੁੱਤਰ ਨੂੰ ਸਮਝਾਓ ਵੀ ਤੂੰ ਵਿਆਹ ਕਰਾਇਆ, ਆਪਦੇ ਘਰ ਤਾਂ ਰਹੋ। ਉਹਨੂੰ ਵਿਚਾਰੀ ਨੂੰ ਬੁਲਾਇਆ ਤਾਂ ਸਹੀ, ਕਦੇ ਉਹਨੂੰ ਬੁਲਾਇਆ ਨਹੀਂ ਹੈ। ਇੰਨੇ ਗੁਰੂ ਕੇ ਸਾਹਿਬਜ਼ਾਦੇ, ਜਿਵੇਂ ਮਾੜਾ ਕਹੋ ਬਾਬੇ ਮੋਹਨ ਨੂੰ, ਆ ਜਿਹੜੇ ਨਿੰਦਕ ਲੋਕ ਨੇ ਮਿਸ਼ਨਰੀ ਜਾਂ ਹੋਰ ਤਰਕਸ਼ੀਲ ਸੁਸਾਇਟੀ ਵਾਲੇ, ਇਹ ਬਾਬੇ ਸ੍ਰੀ ਚੰਦ ਦੇ ਬਾਬੇ ਮੋਹਨ ਦੀ ਰੱਜ ਕੇ ਨਿੰਦਿਆ ਕਰਦੇ ਨੇ। ਔਰ ਮੈਨੂੰ ਬਹੁਤ ਬੁਰਾ ਲੱਗਦਾ। ਮਹਾਂਪੁਰਖ ਬਾਬਾ ਜਰਨੈਲ ਸਿੰਘ ਸਾਹਿਬ ਖਾਲਸਾ ਪਿੰਡਾਂ ਵਾਲੇ ਇਹ ਸਰਕਾਰੀ ਏਜੰਸੀਆਂ ਦੇ ਮੈਂਬਰ ਹਨ ਔਰ ਸਰਕਾਰਾਂ ਇਹਨਾਂ ਨੂੰ ਪੈਸਾ ਦਿੰਦੀਆਂ ਵੀ ਬਕਵਾਸ ਮਾਰੋ, ਪੈਸਾ ਸਾਡੇ ਕੋਲੋਂ।
ਆਮ ਬੰਦੇ ਕੋ ਰੋਟੀ ਖਾਣ ਜੋਗੇ ਪੈਸੇ ਨਹੀਂ, ਉਹ ਰੇਡੀਓ ਚਲਾਉਂਦੇ ਪਏ ਨੇ। ਤੇ ਇਸ ਵਾਸਤੇ ਰੱਬ ਦੀ ਦਰਗਾਹ 'ਚ ਉਹਨਾਂ ਲੋਕਾਂ ਨੂੰ ਲੇਖਾ ਦੇਣਾ ਪਊਗਾ। ਬਾਬਾ ਮੋਹਨ ਤੇ ਬਾਬਾ ਸ੍ਰੀ ਚੰਦ ਜੀ, ਉਹਨਾਂ ਦੇ ਪੈਰ ਵੀ ਬੰਦਾ ਧੋ ਕੇ ਪੀਵੇ। ਵੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਦ ਨੰਗੇ ਪੈਰੀ ਆਪ ਬਾਬੇ ਮੋਹਨ ਦੇ ਚੁਬਾਰੇ ਹੇਠ ਭੁੰਜੇ ਬੈਠ ਕੇ ਕੀਰਤਨ ਕਰਕੇ ਪੋਥੀਆਂ ਲੈ ਕੇ ਆਏ। ਆਪਾਂ ਕੌਣ ਹੁੰਦੇ ਆ ਭਾਈ ਨਿੰਦਕ, ਨਿੰਦਿਆ ਕਰਨ ਵਾਲੇ? ਸ੍ਰੀ ਗੁਰੂ ਅਰਜਨ ਦੇਵ ਨੇ ਬਾਬੇ ਮੋਹਨ ਦੀ ਉਸਤਤੀ ਕੀਤੀ ਹੈ ਬਾਣੀ ਵਿੱਚ, ਤੇ ਤੁਸੀਂ ਕੌਣ ਹੁੰਦੇ ਹੋ? ਤੁਸੀਂ ਬਾਬੇ ਨੂੰ ਮਾੜਾ ਆਖੋ ਭਾਈ। ਉਦਾਸੀ ਸੀਗੇ। ਸ੍ਰੀ ਚੰਦ ਬਾਬਾ ਜੀ ਸਾਡੇ ਕੋਲ ਬਾਠ ਪਿੰਡ ਹੈ, ਬਾਠ ਬਟਾਲੇ ਤੋਂ ਜਦ ਪਠਾਨਕੋਟ ਨੂੰ ਜਾਈਦਾ, ਪਹਿਲਾਂ ਗੁਰਦਾਸਪੁਰ ਆਉਂਦਾ ਹੈ, ਉਹ ਤੋਂ ਅੱਗੇ ਪਠਾਨਕੋਟ, ਤੇ ਮੁੜ ਕੇ ਗਾਂ ਜੰਮੂ ਨੂੰ ਰੋਡ ਨਿਕਲਦਾ, ਜੰਮੂ ਤੋਂ ਅੱਗੇ ਕਸ਼ਮੀਰ। ਬਟਾਲੇ ਤੋਂ ਗੁਰਦਾਸਪੁਰ ਨੂੰ ਜਾਂਦੀਆਂ ਰਸਤੇ ਵਿੱਚ ਧਾਰੀਵਾਲ ਦੀਆਂ ਨਹਿਰਾਂ ਆਉਂਦੀਆਂ ਨੇ। ਨਸ਼ਹਿਰਾ ਪਿੰਡ ਵੀ ਉੱਥੇ ਹੀ ਹੈ, ਉੱਥੇ ਹੀ ਆਸ-ਪਾਸ ਬਾਠ ਪਿੰਡ ਹੈ, ਬਾਠ। ਬਾਬਾ ਸ੍ਰੀ ਚੰਦ ਜੀ ਦਾ ਉੱਥੇ ਆਸਣ ਸੀਗਾ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਿਕਾਰ ਖੇਡਦੇ ਖੇਡਦੇ ਪਤਾ ਲੱਗਾ ਕਿ ਬਾਬਾ ਸ੍ਰੀ ਚੰਦ ਜੀ ਬਾਠ ਪਿੰਡ ਨੇ। ਮਹਾਰਾਜ ਸੱਚੇ ਪਾਤਸ਼ਾਹ ਜੁੱਤੀ ਲਾ ਕੇ, ਕਿੰਨੇ ਸੂਰਮੇ ਸੀਗੇ, ਸਰਕਾਰਾਂ ਡਰਦੀਆਂ ਸੀਗੀਆਂ। ਚੰਦੂ ਦੀ ਨੱਕ 'ਚ ਨਕੇਲ ਪਾਈ, ਉਹਨਾਂ ਈਰਖਾ ਨਹੀਂ ਕੀਤੀ ਬਾਬੇ ਨਾਲ, ਕੋਈ ਗੁੱਸਾ ਨਹੀਂ ਕੀਤਾ, ਕੋਈ ਲੜਾਈ ਨਹੀਂ ਕੀਤੀ ਵੀ ਬਾਬਾ ਤੂੰ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਮੰਨਿਆ। ਅਸੀਂ ਕੌਣ ਹੁੰਦੇ ਆ ਭਾਈ ਪੁੱਛਣ ਵਾਲੇ ਬਾਬਾ ਜੀ ਨੂੰ? ਇਹ ਤਾਂ ਪਿਓ ਪੁੱਤ ਦਾ ਮਾਮਲਾ ਹੈ। ਪਿਓ ਪੁੱਤ ਦੇ ਵਿੱਚ ਮੈਂ ਕੌਣ ਆ ਤੀਸਰਾ ਬੰਦਾ ਦਖਲ ਦੇਣ ਵਾਲਾ? ਤੁਸੀਂ ਦੱਸੋ। ਸ੍ਰੀ ਗੁਰੂ ਨਾਨਕ ਦੇਵ ਨੇ ਬਚਨ ਕੀਤਾ ਤੇ ਨਹੀਂ ਮੰਨਿਆ ਬਾਬੇ ਸ੍ਰੀ ਚੰਦ ਨੇ, ਤੇ 3rd% ਦਾ ਮਤਲਬ ਕੀ ਹੋਇਆ? ਬਕਵਾਸ ਮਾਰਨ ਦਾ। ਮੈਨੂੰ ਮਾਫ ਕਰਨਾ, ਇਹ ਸਭ ਕੁਝ ਅਖਬਾਰਾਂ 'ਚ ਤੇ ਆ ਜਿਹੜੀ YouTube ਹੈ ਇਹਨਾਂ ਤੇ ਬੜਾ ਕੁਝ ਲੋਕਾਂ ਨੇ ਮਸ਼ਹੂਰੀ ਲਈ ਪਾਇਆ ਹੋਇਆ, ਬੜਾ ਕੁਝ ਦੁਨੀਆ 'ਚ ਚੱਲਦਾ ਹੈ। ਗੁਰਦੁਆਰਿਆਂ ਦੀ ਸੇਵਾ ਸੰਭਾਲ ਜੀ ਅੱਜ ਅਸੀਂ ਪ੍ਰਧਾਨ ਬਣ ਗਏ, ਸਾਨੂੰ ਸੋਝੀ ਆ ਗਈ, ਸੌਖੇ ਦਿਨ ਆ ਗਏ। ਇਹ ਥੋੜਾ ਵੀ ਆਪਾਂ ਹੀ ਆ ਸਭ ਕੁਝ। ਇੱਥੋਂ ਦੇ ਪ੍ਰਬੰਧਕ ਗੁਰੂ ਘਰਾਂ ਦੀ ਸੇਵਾ ਸੰਭਾਲ ਉਦਾਸੀ ਸੰਪਰਦਾ ਦੇ ਮਹਾਂਪੁਰਖ ਕਰਦੇ ਰਹੇ ਨੇ। ਮੈਨੂੰ ਮਾਫ ਕਰਨਾ, ਇਹ ਸਭ ਕੁਝ ਸੰਸਾਰ ਦੇ ਵਿੱਚ ਉਲਟਾ ਪ੍ਰਚਾਰ ਚੱਲ ਰਿਹਾ। ਤਾਂ ਮੈਂ ਬੇਨਤੀ ਕਰ ਰਿਹਾ, ਸੱਚਖੰਡ ਹਜੂਰ ਸਾਹਿਬ ਹੁਣ ਰੇਲ ਗੱਡੀ ਸਾਡੇ ਹੁੰਦਿਆਂ ਸ਼ੁਰੂ ਹੋਈ ਹੈ। ਪਹਿਲਾਂ ਕੌਣ ਜਾਂਦਾ ਹੁੰਦਾ ਸੀ ਦੱਸੋ? ਕੋਈ ਗਿਆ ਹਜੂਰ ਸਾਹਿਬ? ਅੱਜ ਵੀ ਕਿੰਨਾ ਦੂਰ ਸੰਗਤਾਂ ਦੇ ਕੰਨਾਂ ਨੂੰ ਹੱਥ ਲਵਾਤੇ ਸਰਕਾਰ ਨੇ। ਆ ਪਿਛਲੇ ਸਾਲ ਜਿਹੜੀਆਂ ਗਈਆਂ ਉਹ ਅਰਦਾਸ ਹੀ ਕੀਤੀ ਉਹਨਾਂ ਵੀ ਅੱਜ ਤੋਂ ਬਾਅਦ ਬਾਬਾ ਤੇ ਨਹੀਂ ਆਉਂਦੇ। ਇੰਨਾ ਤੰਗ ਕੀਤਾ ਕਰੋਨਾ ਦਾ ਬਹਾਨਾ ਲਾ ਕੇ 15-15 20-20 ਦਿਨ ਉਹ ਲੋਕ ਵਿਚਾਰੇ ਰੋਂਦੇ ਸੀ ਵੀ ਅਸੀਂ ਤਾਂ ਹਜੂਰ ਸਾਹਿਬ ਹੀ ਚੰਗੇ। ਉਹ ਬਾਬਿਆਂ ਨੇ ਚੰਗੇ ਭਲੇ ਸਤਿਕਾਰ ਨਾਲ ਸਾਰੇ ਟੈਸਟ ਟੁਸਟ ਕਰਾ ਕੇ ਗੱਡੀ 'ਚ ਚਾੜਿਆ। ਰਾਜ ਪਤਾ ਨਹੀਂ ਸਰਕਾਰ ਨੇ ਕੀ ਕਰਤਾ। ਝੂਠਾ ਹੀ ਪ੍ਰਚਾਰ ਕਰਨ ਖਾਤਰ ਉਹ ਇੱਕ ਰਾਗੀ ਨਿਰਮਲ ਸਿੰਘ ਦਾ ਨਾਂ ਝੂਠਾ ਲਾਤਾ, ਇੱਕ ਸੰਗਤਾਂ ਦਾ ਝੂਠਾ ਨਾਂ ਲਾਤਾ। ਪਤਾ ਨਹੀਂ ਕਾਹਦੀ ਰਾਜਨੀਤੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਹਜੂਰ ਸਾਹਿਬ ਤਾਂ ਅੱਜ ਵੀ ਜਾਣਾ ਮੁਸ਼ਕਲ ਹੈ। ਉਹਨਾਂ ਦਿਨਾਂ 'ਚ ਜਦ ਇੱਥੇ ਤੁਰਕਾਂ ਦਾ ਰਾਜ ਸੀਗਾ ਤੇ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ, ਉਹਨਾਂ ਨੂੰ ਤਾਂ ਸਰਕਾਰਾਂ ਘਰਾਂ 'ਚ ਨਹੀਂ ਸੀ ਰਹਿਣ ਦਿੰਦੀਆਂ। ਪ੍ਰਬੰਧ ਕਿੰਨੇ ਕਰਨਾ ਸੀਗਾ? ਗੁਰਦੁਆਰਿਆਂ ਦੀ ਸੇਵਾ ਸੰਭਾਲ ਉਦਾਸੀ ਸੰਪਰਦਾ ਦੇ ਮਹਾਂਪੁਰਖ ਕਰਦੇ ਰਹੇ। ਹਜੂਰ ਸਾਹਿਬ ਵੀ ਪ੍ਰਬੰਧਕ ਉਦਾਸੀ ਸੀਗੇ, ਹਰਮੰਦਰ ਸਾਹਿਬ ਦੇ ਅੰਦਰ ਵੀ ਉਦਾਸੀ ਸੰਪਰਦਾ ਦੇ ਮਹਾਂਪੁਰਖ ਸਨ। ਕੋਈ ਸੰਪਰਦਾ ਮਾੜੀ ਨਹੀਂ ਹੁੰਦੀ, ਪੁਲਿਸ ਵਾਲੇ ਸਾਰੇ ਮਾੜੇ ਨਹੀਂ। ਕਈ ਦਾਨੀ ਪੁਰਸ਼ ਵੀ ਨੇ ਜਿਹੜੇ ਯਤੀਮਖਾਨਾ ਚਲਾ ਰਹੇ ਨੇ, ਹਰ ਬਕਾਇਦਾ ਮੈਂ ਉਹਨਾਂ ਬਾਰੇ ਪੜ੍ਹਿਆ ਤੇ ਵੇਖਿਆ। ਬੜੇ ਬੜੇ ਚੜ੍ਹਦੀ ਕਲਾ ਵਾਲੇ ਬਾਣੀ ਬਣਨ ਵਾਲੇ ਨਿਤਨੇਮੀ ਨੇ। ਸਾਰਾ ਮਹਿਕਮਾ ਮਾੜਾ ਨਹੀਂ ਹੁੰਦਾ, ਕੁਛ ਬੰਦੇ ਵਿੱਚ ਮਾੜੇ ਹੁੰਦੇ ਜੋ ਬਦਨਾਮੀ ਕਰਾ ਦਿੰਦੇ ਨੇ। ਸੋ ਇਸ ਲਈ ਸਾਧੂ ਸੰਤ ਮਾੜੇ ਨਹੀਂ, ਮਹੰਤਾਂ ਨੇ ਬਦਨਾਮੀ ਕਰਾ ਦਿੱਤੀ, ਉਹ ਗੱਲ ਵੱਖਰੀ ਹੈ। ਜੇ ਸ਼੍ਰੋਮਣੀ ਕਮੇਟੀ ਅੱਜ ਅਸੀਂ ਪ੍ਰਬੰਧਕ ਪ੍ਰਧਾਨ ਬਣ ਗਏ ਤੇ ਸਾਧੂ ਵੀ ਸ਼ੁਰੂ ਤੋਂ ਸੇਵਾਦਾਰ ਰਹੇ ਨੇ। ਇਹਨਾਂ ਦਾ ਵੀ ਸਤਿਕਾਰ, ਇਹਨਾਂ ਦਾ ਵੀ ਇਹੀ ਘਰ ਹੈ। ਇਹ ਨਹੀਂ ਵੀ ਇੱਕ ਪੁੱਤ ਕਾਬਜ ਹੋ ਜਾਏ ਤੇ ਦੂਜੇ ਨੂੰ ਕਹੇ ਵੀ ਤੂੰ ਇੱਥੇ ਆ ਨਹੀਂ ਸਕਦਾ। ਜਦ ਸੱਚਖੰਡ ਹਰਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਅਕਾਲ ਤਖਤ ਸਾਹਿਬ ਗੁਰਦੁਆਰਾ ਕੋਠਾ ਸਾਹਿਬ ਤੋਂ ਸੋਨੇ ਦੀ ਪਾਲਕੀ ਵਿੱਚ ਮਹਾਰਾਜ ਦਾ ਪਾਵਨ ਸਰੂਪ ਸਤਿਨਾਮ ਵਾਹਿਗੁਰੂ ਕਰਦਿਆਂ ਫੁੱਲਾਂ ਦੀ ਵਰਖਾ ਹੇਠ ਸੰਗਤਾਂ ਲੈ ਕੇ ਆਉਂਦੀਆਂ ਨੇ, ਤਾਂ ਉਦਾਸੀ ਸੰਪਰਦਾ ਦੇ ਮਹਾਂਪੁਰਖ
ਜਿਹੜੇ ਕਿ ਹਰਿਮੰਦਰ ਸਾਹਿਬ ਦੇ ਮੁੱਢ ਦੇ ਵਿੱਚ ਬ੍ਰਹਮ ਅਖਾੜਾ ਬ੍ਰਹਮ ਬੂਟਾ ਹੈ, ਉਹਦੇ ਵਿੱਚੋਂ ਇੱਕ ਉਦਾਸੀ ਮਹਾਂਪੁਰਖ ਜਿਹਨੇ ਗਿਣਤੀ ਲਾਈ ਹੁੰਦੀ ਹੈ ਤੇ ਉਹ ਤੂਤੀ ਵਾਜਾ ਫੜ ਕੇ, ਉਹਦਾ ਗੁਰਮਤਿ ਦੇ ਵਿੱਚ ਹੋਰ ਕੋਈ ਨਾਮ ਹੈ ਤੇ ਉਹ ਉੱਚੀ ਉੱਚੀ ਵਜਾਉਂਦਾ ਨਰਸਿੰਘਾ। ਉਹ ਉਦਾਸੀ ਸੰਪਰਦਾ ਦੀ ਡਿਊਟੀ ਆ ਅਜੇ ਵੀ। ਇੱਕ ਰਾਗੀ ਸ਼ਾਮ ਸੋਂ ਦੀ ਧਰਮਸ਼ਾਲਾ 'ਚ 2 ਬਾਟਲੀਆਂ ਕੜਾਹ ਪ੍ਰਸ਼ਾਦੀਆਂ ਆਉਂਦੀਆਂ, ਜਿਹਦਾ 2 ਵਜੇ ਭੋਗ ਲੱਗਦਾ। ਉਹਨਾਂ ਬਾਬਾ ਜੀ ਦੀ ਅਰਦਾਸ ਹੁੰਦੀ ਹੈ ਰਾਗੀ ਸ਼ਾਮ ਸੋਂ ਦੀ। ਤੇ ਇੱਕ ਉਦਾਸੀ ਸੰਪਰਦਾ ਵਾਲੇ ਮਹਾਂਪੁਰਖਾਂ ਵੱਲੋਂ ਸਪੈਸ਼ਲ ਇੱਕ ਬੰਦਾ ਆਉਂਦਾ, ਉਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਰਸਿੰਘਾ ਵਜਾਉਂਦਾ ਹੈ। ਜੀ ਅੱਜ ਅਸੀਂ ਪ੍ਰਬੰਧਕ ਬਣ ਗਏ, ਇਹ ਨਹੀਂ ਵੀ ਉਹ ਸ਼ਰਧਾਲੂ ਨਹੀਂ। ਮੈਂ ਬਿਜਲੀ ਦਾ ਕੰਮ ਕਰਦਾ ਰਿਹਾ, ਦਰਬਾਰ ਸਾਹਿਬ ਦੇ ਆਸ-ਪਾਸ ਜਿੰਨੇ ਯਾਦ ਕਰਨਾ ਕੋਈ ਕੰਪਲੇਂਟ ਹੋਣੀ। ਬ੍ਰਹਮ ਬੂਟਾ ਅਖਾੜਾ ਮੰਦਿਰ ਦੇ ਵਿੱਚ ਮੈਂ ਕੰਮ ਕਰਨ ਜਾਂਦਾ ਰਿਹਾ। ਮਾੜਾ ਮੋਟਾ ਕੋਈ ਸੁੱਚ ਬੱਤੀ, ਕੋਈ ਤਾਰ, ਕੋਈ ਵੀ ਕੰਮ ਹੋਣਾ ਬਿਜਲੀ ਦਾ, ਤੇ ਮੈਂ ਉੱਥੇ ਵੇਖਿਆ ਕਿ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ, ਜੇ ਉਹਨਾਂ ਨੇ ਨਿਯਮ ਲਿਖ ਕੇ ਲਾਏ ਨੇ, ਕਹਿੰਦੇ ਭਿੱਖਿਆ ਨਹੀਂ ਮੰਗਣੀ। ਜੇ ਕੋਈ ਭਿੱਖਿਆ ਮੰਗਦਾ ਜਾਂ ਕੋਈ ਗ੍ਰਾਹੀ ਕਰਦਾ ਸਾਡੇ ਨਾਮ ਤੇ, ਉਹ ਸਾਡਾ ਬੰਦਾ ਨਾ ਜਾਣੋ। ਸਾਡੀ ਦੁਕਾਨ ਜਿਹੜੀ ਪੋਥੀਆਂ ਦੇਣ ਵਾਲੀ ਹੈ ਦਮਦਮੀ ਟਕਸਾਲ ਦੀ, ਉਹ ਖੁਦ ਉਹਨਾਂ ਮਹੰਤਾਂ ਦੀ ਹੈ। ਅਸੀਂ ਉਹਨਾਂ ਨੂੰ ਕਿਰਾਇਆ ਦਿੰਦੇ ਹਾਂ, ਕਿਰਾਏ ਦੇ ਕੇ ਲੀਜ਼ ਦੇ ਉੱਪਰ ਉਹ ਦੁਕਾਨ ਖਰੀਦੀ ਹੋਈ ਹੈ। ਜਿੰਨੀ ਮਾਰਕੀਟ ਹੈ ਗੁਰੂ ਰਾਮਦਾਸ ਰਾਮ ਵਾਲੇ ਪਾਸੇ, ਸਭ ਮਹੰਤਾਂ ਦੀ ਹੈ। ਜਿਹੜਾ ਰੇਲਵੇ ਸਟੇਸ਼ਨ ਅੰਮ੍ਰਿਤਸਰ ਸਾਹਿਬ ਦਾ ਹੈ, ਇਹ ਸਾਰੀ ਪ੍ਰਾਪਰਟੀ ਮਹੰਤਾਂ ਦੀ ਹੈ। ਅੰਮ੍ਰਿਤਸਰ ਦਾ ਅੱਧਾ ਸ਼ਹਿਰ ਉਹ ਉਦਾਸੀ ਸੰਪਰਦਾ ਵਾਲੇ ਸਾਧੂਆਂ ਦਾ। ਬੜੇ ਮਹਾਨ ਸੇਵਾਦਾਰ, ਚੜ੍ਹਦੀ ਕਲਾ ਵਾਲਾ ਉਹਨਾਂ ਦਾ ਜੀਵਨ ਹੁੰਦਾ ਸੀਗਾ। ਇਸ ਲਈ ਮਾੜੀ ਬਿਰਤੀ ਵਾਲੇ ਗੁਰਮੁਖ ਨਹੀਂ ਹਨ, ਸਮਾਧੀ ਵਾਲੇ ਨੇ, ਨਾਮ ਜਪਣ ਵਾਲੇ ਨੇ। ਤੇ ਬਾਬਾ ਸ੍ਰੀ ਚੰਦ ਜੀ ਬੇਹੰਗਮ ਮਹਾਂਪੁਰਖ ਹੋਏ ਨੇ। ਪਿਓ ਪੁੱਤ ਦੀ ਆਪਸੀ ਗੱਲਬਾਤ ਸੀਗੀ, ਪਿਓ ਦਾ ਬਚਨ ਨਹੀਂ ਮੰਨਿਆ। ਕੁਦਰਤ ਭਗਵਾਨ ਦੀ, ਰੱਬ ਵੱਲੋਂ ਪਤਾ ਨਹੀਂ ਕਿਉਂ ਉਹਨਾਂ ਦੇ ਦਿਮਾਗ 'ਚ ਨਹੀਂ ਆਇਆ ਵੀ ਅਸੀਂ ਬਚਨ ਮੰਨ ਕੇ ਗੱਦੀ ਲੈ ਲਈਏ। ਉਹਨਾਂ ਦੇ ਕਰਮਾਂ 'ਚ ਪਰਮਾਤਮਾ ਨੇ ਨਹੀਂ ਸੀ ਲਿਖੀ। ਮਾਤਾ ਜੀ ਦੇ ਸਮਝਾਉਣ ਤੋਂ ਵੀ ਉਹ ਬਚਨ ਨਹੀਂ ਉਹਨਾਂ ਨੇ ਮੰਨਿਆ। ਰੱਬ ਨੇ ਗੱਦੀ ਨਹੀਂ ਸੀ ਲਿਖੀ। ਪਰ ਸਾਡਾ ਮਤਲਬ ਕੋਈ ਨਹੀਂ ਵੀ ਉਹਨਾਂ ਦੀ ਨਿੰਦਿਆ ਕਰੀਏ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕ, ਨਰਕੇ ਘੋਰ ਭਵਨ। ਇੰਨਾ ਹੀ ਬਚਨ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਬੰਨ ਭਾਰ ਉਚਾਈ ਛੱਟੀ ਹੈ। ਤੇ ਉਹਨਾਂ ਦੇ ਮਨ ਦੇ ਵਿੱਚ ਪੁੱਤਰ ਹੋਣ ਦਾ ਮਾਣ ਸੀਗਾ, ਤੇ ਉਹਨਾਂ ਵੱਲੋਂ ਪੁੱਤਰੀ ਕੌਲ ਨਾ ਪਾਲਿਓ, ਪੁੱਤਰਾਂ ਨੇ ਬਚਨ ਨਹੀਂ ਪਾਲਿਆ। ਤੇ ਕਰ ਪੀਰੋ, ਪੀਰ ਕਰਨਾ ਸੀਗਾ, ਕੰਨ ਮਰਟੀ ਹੈ। ਮਹਾਰਾਜ ਨੇ ਮੋਢਾ ਮੋੜ ਲਿਆ, ਦਿਲ ਖੋਟਾ ਆਕੀ ਫਿਰਨ। ਗੁਰੂ ਜੀ ਤੋਂ ਬਗਾਵਤ ਕੀਤੀ ਸੀ ਉਹਨਾਂ ਨੇ, ਬਾਗੀ ਸੀਗੇ। ਕਿਉਂ? ਹੁਕਮ ਮੰਨਣ ਤੋਂ ਬਾਗੀ ਸੀਗੇ। ਤੇ ਦਿਲ ਵਿੱਚ ਤੇ ਨਾ ਹੁਕਮ ਮੰਨਣ ਦੀ ਖੁਟਿਆਈ ਸੀਗੀ। ਇੰਨਾ ਕੁ ਸੀਗਾ, ਔਗਣ ਤੇ ਸਾਰਿਆਂ 'ਚ ਹੁੰਦਾ, ਨਹੀਂ ਤੇ ਬੰਦਾ ਭਗਵਾਨ ਬਣ ਜਾਏ। ਸਾਧ ਸੰਗਤ ਜੀ, ਰੱਬ ਰੱਬ ਹੀ ਹੈ, ਬੰਦਾ ਬੰਦਾ ਹੀ ਹੈ, ਪਰ ਹੈ ਮਹਾਂਪੁਰਖ ਸੀਗੇ। ਬਾਬਾ ਸ੍ਰੀ ਚੰਦ ਜੀ ਸ਼ਿਵ ਜੀ ਦਾ ਕਹਿੰਦੇ ਅਵਤਾਰ ਸਨ, ਗੁਰੂ ਘਰ ਦੇ ਵਿੱਚ ਅਵਤਰੇ ਨੇ। ਇਹ ਮਾਮਲਾ ਗੁਰਦੁਆਰੇ ਦਾ, ਗੁਰੂ ਨਾਨਕ ਸਾਹਿਬ ਦਾ ਆਪ ਦਾ ਹੈ, ਤੇ ਇਹ ਸਾਨੂੰ ਬੋਲਣ ਦਾ ਕੋਈ ਇਹਦੇ 'ਚ ਅਧਿਕਾਰ ਨਹੀਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਕਮ ਕੀਤੇ, ਉਹ ਹੁਕਮ ਆਮ ਹੁਕਮ ਨਹੀਂ ਸਨ, ਗੁਰਤਾ ਗਦੀ ਦੀ ਪ੍ਰੀਖਿਆ ਵਾਲੇ ਹੁਕਮ ਸਨ। ਬਾਣੀ ਵਿੱਚ ਲਿਖਿਆ ਹੈ, ਤਖਤ ਰਾਜਾ ਸੋਭ ਹੈ, ਜੇ ਤਖਤ ਲਾਇਕ ਹੋਈ। ਇਸ ਗੁਰਤਾ ਗੱਦੀ ਦੇ ਤਖਤ ਉੱਪਰ ਉਹੀ ਰਾਜਾ ਗੁਰੂ ਮਹਾਰਾਜ ਬੈਠਦੇ ਨੇ, ਜਿਹੜੇ ਇਸ ਗੁਰਤਾ ਗੱਦੀ ਦੇ ਤਖਤ ਦੇ ਲਾਇਕ ਹੁੰਦੇ ਨੇ, ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਵਾਹਿਗੁਰੂ ਜੀ ਨੇ ਗੁਰਤਾ ਗੱਦੀ ਲਿਖ ਕੇ ਭੇਜੀ ਹੈ। ਬਿਰਾਜਮਾਨ ਤਾਂ ਉਹਨਾਂ ਨੇ ਹੀ ਹੋਣਾ ਹੈ। ਜੇ ਸਾਹਿਬਜ਼ਾਦਿਆਂ ਹੁਕਮ ਨਹੀਂ ਮੰਨਿਆ ਤੇ ਵਾਹਿਗੁਰੂ ਅਕਾਲ ਪੁਰਖ ਦਾ ਭਾਣਾ ਸੀਗਾ ਵੀ ਉਹ ਪੁੱਤਰ ਦਾ ਮਾਮਲਾ ਹੈ। ਇਸ ਵਿੱਚ ਸਾਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ। ਇੱਕ ਗੱਲ ਨੂੰ ਲੈ ਕੇ ਬਾਬਾ ਸ੍ਰੀ ਚੰਦ ਜੀ ਦੀ ਨਿੰਦਿਆ ਕਰਨੀ ਸਾਧ ਸੰਗਤ ਜੀ ਉਹ ਮੁਨਾਸਬ ਨਹੀਂ ਹੈ, ਕਿਉਂਕਿ ਬਾਬਾ ਜੀ ਦਾ ਸਤਿਕਾਰ ਗੁਰੂ ਸਾਹਿਬ ਖੁਦ ਆਪ ਕਰਦੇ ਰਹੇ ਨੇ। ਇਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਿਤਾ ਸਨ, ਤੇ ਉਹਨਾਂ ਦੀ ਗੱਲ ਵੱਖਰੀ ਹੈ। ਬਾਕੀ ਗੁਰੂ ਸਾਹਿਬਾਨ
ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਾਬਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਬਾਬਾ ਜੀ ਗੁਰੂ ਰਾਮਦਾਸ ਜੀ ਦੀ ਪਰਖ ਕਰਨ ਵਾਸਤੇ ਚਲੇ ਗਏ। ਗੁਰੂ ਸਾਹਿਬ ਨੂੰ ਨਮਸਕਾਰ ਕਰਨੀ ਚਾਹੀਦੀ ਸੀ, ਬਾਬੇ ਸ੍ਰੀ ਚੰਦ ਨੇ ਮੱਥਾ ਨਹੀਂ ਟੇਕਿਆ। ਗੁਰਤਾ ਗੱਦੀ ਸੀਗੀ, ਸੋਚਿਆ ਵੇਖਦੇ ਹਾਂ ਬੜਾ ਗੁੱਸੇ ਹੁੰਦੇ ਨੇ ਕਿ ਨਹੀਂ, ਤੇ ਉਲਟਾ ਖੜੇ ਹੋ ਕੇ ਜਾ ਕੇ ਸਵਾਲ ਕੱਢ ਮਾਰਿਆ ਕਿ ਹੇ ਪੁਰਖਾ, ਤੂੰ ਇੰਨਾ ਲੰਬਾ ਦਾੜਾ ਕਿਉਂ ਵਧਾਇਆ ਹੋਇਆ ਹੈ? ਬਲਕਿ ਸਵਾਲ ਸਹੀ ਨਹੀਂ ਸੀਗਾ। ਵਧਾਈ ਦੀ ਚੀਜ਼ ਉਹ ਹੁੰਦੀ ਹੈ ਜਿਹੜੀ ਆਪਣੇ ਕੋਲੋਂ ਹੋਵੇ। ਇਹ ਤਾਂ ਪਰਮਾਤਮਾ ਦੀ ਦਾਤ ਸੀਗੀ, ਉਹਨੂੰ ਤਾਂ ਸੰਭਾਲ ਕੇ ਰੱਖਣਾ ਹਰੇਕ ਮਾਈ ਭਾਈ ਦਾ ਫਰਜ਼ ਬਣਦਾ। ਸਾਰੇ ਸਰੂਪਾਂ ਦੇ ਵਿੱਚੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਦਾੜਾ ਲੰਬੇਰਾ ਸੀਗਾ। ਸ੍ਰੀ ਗੁਰੂ ਰਾਮਦਾਸ ਜੀ ਨੇ ਗੁੱਸਾ ਨਹੀਂ ਕੀਤਾ, ਉੱਠ ਕੇ ਖਲੋ ਗਏ। ਬਾਬਾ ਜੀ ਨੂੰ ਉੱਚੀ ਜਗ੍ਹਾ ਤੇ ਬਿਠਾ ਲਿਆ, ਆਖਿਆ ਬੈਠੋ ਬਾਬਾ ਜੀ, ਸਾਥੋਂ ਗਲਤੀ ਹੋ ਗਈ, ਤੁਸੀਂ ਆਏ ਗੁਰੂ ਸਾਹਿਬ ਦੀ ਵੱਡੇ ਸਾਹਿਬਜ਼ਾਦੇ ਹੋ, ਸਾਨੂੰ ਉੱਠ ਕੇ ਤੁਹਾਡਾ ਸਤਿਕਾਰ ਕਰਨਾ ਚਾਹੀਦਾ ਸੀ, ਸਾਨੂੰ ਖਿਆਲ ਨਹੀਂ ਰਿਹਾ। ਤੇ ਬਾਬਾ ਜੀ ਦੇ ਚਰਨ ਫੜ ਲਏ, ਖੱਬੇ ਹੱਥ ਨਾਲ ਚਰਨ ਫੜੇ, ਸੱਜੇ ਹੱਥ ਨਾਲ ਦਾੜਾ ਫੜ ਕੇ ਚਰਨਾਂ ਨੂੰ ਲਾ ਕੇ ਕਹਿਣ ਲੱਗੇ, ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਤਾਂ ਇਹਨੂੰ ਵਧਾਇਆ ਕਿ ਸੰਗਾ ਕਰ ਚਵਨ ਧੂੜਾ ਭੁਲਾਵਾ, ਚਰਨ ਧੂੜ ਮੁਖ ਲਾਈ। ਗੁਰ ਸਿੱਖਾਂ ਕੀ ਹਮ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀਗਤ ਪਾਹੀ। ਜੇ ਗੁਰੂ ਰਾਮਦਾਸ ਜੀ ਇੰਨੀ ਨਿਮਰਤਾ ਜਨਾ ਰਹੇ ਨੇ, ਫਿਰ ਅਸੀਂ ਕਿਉਂ ਭਾਈ ਬਾਬਾ ਸ੍ਰੀ ਚੰਦ ਜੀ ਦੇ ਵਿਰੁੱਧ ਬੋਲਦੇ ਹਾਂ? ਸਾਨੂੰ ਕੀ ਅਧਿਕਾਰ ਹੈ, ਕਿੰਨੇ ਸਾਨੂੰ ਅਥਾਰਟੀ ਦਿੱਤੀ ਹੈ ਕਿ ਆਪਾਂ ਬਾਬਾ ਜੀ ਦੀ ਨਿੰਦਿਆ ਕਰੀਏ? ਫਿਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਤ ਮੈਂ ਕੱਲ ਜ਼ਿਕਰ ਕੀਤਾ ਸੀ ਕਿ ਗੁਰੂ ਸਾਹਿਬ ਨੰਗੇ ਪੈਰੀਂ ਬਾਬਾ ਜੀ ਦੇ ਅਸਥਾਨ ਬਾਠ ਪਹੁੰਚੇ। ਸ਼ਿਕਾਰ ਖੇਡਦਿਆਂ ਪਤਾ ਚੱਲਿਆ ਕਿ ਬਾਬਾ ਜੀ ਤੇ ਬਾਠ ਪਿੰਡ ਭਜਨ ਬੰਦਗੀ ਕਰ ਰਹੇ ਨੇ, ਤਾਂ ਗੁਰੂ ਸਾਹਿਬ ਘੋੜੇ ਤੋਂ ਉਤਰ ਕੇ ਬਾਬਾ ਜੀ ਨੂੰ ਮੱਥਾ ਟੇਕਣ ਗਏ। ਜਾ ਕੇ ਮੱਥਾ ਟੇਕਿਆ, ਸਾਹਿਬਜ਼ਾਦਾ ਵੀ ਨਾਲ ਹੀ ਸੀ ਬਾਬਾ ਗੁਰਦੱਤਾ ਜੀ, ਉਹ ਵੀ ਘੋੜੇ ਚੜੇ ਸਨ। ਸ਼ਿਕਾਰ ਖੇਡਦੇ ਖੇਡਦੇ ਉੱਥੇ ਧਾਰੀਵਾਲ ਦੀਆਂ ਨਹਿਰਾਂ ਦੇ ਕੋਲ ਸਥਾਨ ਹੈ। ਬਾਬਾ ਜੀ ਨੇ ਆਖਿਆ, ਪੁਰਖਾ ਤੇਰੇ ਕਿੰਨੇ ਬੱਚੇ ਨੇ, ਕਿੰਨੇ ਤੇਰੇ ਭੁਜੰਗੀ ਨੇ, ਕਿੰਨੇ ਤੇਰੇ ਸਾਹਿਬਜ਼ਾਦੇ ਨੇ? ਕਹਿੰਦੇ ਜੀ ਆਪ ਦੀ ਕਿਰਪਾ ਨਾਲ ਸੁੱਖ ਨਾਲ 5 ਨੇ, 5। ਇੱਕ ਧੀ ਰਾਣੀ ਹੈ। ਕਹਿੰਦੇ ਇੱਕ ਸਾਨੂੰ ਵੀ ਦੇ। ਕਹਿੰਦੇ ਮਹਾਰਾਜ ਸਾਰੇ ਲੈ ਲਓ, ਸਾਰੇ ਤੁਹਾਡੇ ਹੀ ਨੇ। ਕਹਿੰਦੇ ਨਹੀਂ, ਇੱਕ ਦੇ ਆਪ ਦੀ ਖੁਸ਼ੀ ਦੇ ਨਾਲ। ਕਹਿੰਦੇ ਜੀ ਜਿਹਦੇ ਤੇ ਮਰਜ਼ੀ ਹੱਥ ਰੱਖ ਦਿਓ। ਕਹਿੰਦੇ ਆ ਵੱਡਾ ਹੈ? ਕਹਿੰਦੇ ਜੀ ਹਾਂ, ਆ ਸਾਨੂੰ ਦੇ ਦੇ। ਹੇ ਪੁਰਖਾ, ਤੁਸੀਂ ਲੋਕ ਸਾਡੇ ਪਿਤਾ ਸਤਿਗੁਰੂ ਜੀ ਤੋਂ ਪ੍ਰਸੰਨਤਾ ਲੈ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਲੈ ਗਏ, ਬਾਕੀ ਦਾ ਸਾਰਾ ਕੁਝ ਹੀ ਤੁਹਾਡੇ ਘਰ ਚਲਾ ਗਿਆ। ਸ੍ਰੀ ਗੁਰੂ ਰਾਮਦਾਸ ਜੀ ਨੂੰ ਵੀ ਇਹੀ ਵਚਨ ਕੀਤਾ ਬਾਬਾ ਸ੍ਰੀ ਚੰਦ ਨੇ। ਕਹਿੰਦੇ ਵਾਹ ਪੁਰਖਾ ਵਾਹ। ਜਦੋਂ ਦਾੜਾ ਹੱਥ 'ਚ ਫੜ ਕੇ ਚਰਨਾਂ ਨੂੰ ਲਾਇਆ, ਕਹਿੰਦੇ ਤੁਹਾਡੇ 'ਚ ਇਹੀ ਗੁਣ ਸੀਗਾ, ਤਾਈਓ ਤੁਸੀਂ ਗੁਰਤਾ ਗੱਦੀ ਦੀ ਬਖਸ਼ਿਸ਼ ਲਈ। ਸਾਡੇ 'ਚ ਆਹ ਗੁਣ ਨਹੀਂ ਸੀ, ਬਸ ਇੱਕ ਘਾਟ ਸੀਗੀ, ਸਾਡੇ ਮਨ ਵਿੱਚ ਮਾਣ ਸੀਗਾ ਕਿ ਅਸੀਂ ਇਹ ਬਖਸ਼ਿਸ਼ ਤੋਂ ਵਾਂਝੇ ਰਹਿ ਗਏ, ਤਾਈਓ ਨਾ ਤੁਸੀਂ ਸਾਡੇ ਘਰੋਂ ਸਭ ਕੁਝ ਲੈ ਰਹੇ ਹੋ। ਗੁਰੂ ਹਰਗੋਬਿੰਦ ਸਾਹਿਬ ਨੂੰ ਆਖਿਆ, ਕਹਿੰਦੇ ਪੁਰਖਾ ਤੁਹਾਡੀ ਇਹੀ ਨਿਮਰਤਾ ਹੈ ਕਿ ਤੁਸੀਂ ਬੜੇ ਪਿਆਰ ਤੇ ਮਿਠਾਸ ਨਾਲ ਬੋਲਦੇ ਹੋ, ਨਿਮਰਤਾ ਜਣਾਉਂਦੇ ਹੋ, ਤਾਈਓ ਸਾਡੇ ਘਰੋਂ ਸਭ ਕੁਝ ਤੁਸੀਂ ਲੈ ਆਏ। ਇੱਕ ਮੇਰੇ ਕੋਲ ਸੇਲੀ ਟੋਪੀ ਬਚੀ, ਉਦਾਸੀ ਸੰਪਰਦਾ ਦੀ ਗੱਦੀ ਸੀਗੀ, ਇਹ ਲਿਆ ਆਪ ਦਾ ਪਚੰਗੀ ਦੇ ਸਾਹਿਬਜ਼ਾਦਾ, ਜੋ ਮੇਰੇ ਕੋਲ ਹੈ ਮੈਂ ਉਹ ਵੀ ਤੁਹਾਡੇ ਕਰ ਦੇ ਦਿੰਦਾ। ਉਹ ਬਾਬਾ ਗੁਰਦੱਤਾ ਜੀ ਨੂੰ ਧੰਨ ਬਾਬਾ ਸ੍ਰੀ ਚੰਦ ਜੀ ਨੇ ਸੇਲੀ ਟੋਪੀ ਦੇ ਕੇ, ਉਦਾਸੀ ਸੰਪਰਦਾ ਦੀ ਗੱਦੀ ਦੇ ਕੇ ਗੱਦੀ ਨਸ਼ੀਨ ਬਣਾਇਆ।
ਉਦਾਸੀ ਸੰਪਰਦਾ ਦੇ ਬਾਨੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਸਾਹਿਬਜ਼ਾਦਾ ਬਾਬਾ ਸ੍ਰੀ ਚੰਦ ਜੀ ਹਨ। ਉਸ ਤੋਂ ਬਾਅਦ ਗੱਦੀ ਨਸ਼ੀਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਾ ਸ੍ਰੀ ਬਾਬਾ ਗੁਰਦਿੱਤਾ ਜੀ ਹੋਏ ਨੇ। ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਠਿੱਕਾ ਜੋ ਵਰ ਮੰਗਿਆ ਸੋਈ ਦਿੱਤਾ। ਅੱਜ ਵੀ ਲੋਕ ਕੀਰਤਪੁਰ ਸਾਹਿਬ ਉਹਨਾਂ ਦੀ ਸਮਾਧ ਤੇ ਜਾ ਕੇ ਵਰ ਲੈਂਦੇ ਨੇ। ਫਿਰ ਇਹਨਾਂ ਦੇ ਗਾਂ 4 ਧੂਏ ਹੋਏ ਨੇ, ਇੱਕ ਅਲਮਸਤ ਦਾ ਧੂਆਂ, ਇੱਕ ਹਸਨ ਖਾਨ ਦਾ, ਉਹ ਸਾਰੇ ਨਾਮ ਆਉਂਦੇ ਨੇ। ਕੀਰਤਪੁਰ ਸਾਹਿਬ ਦੇ ਉੱਪਰ ਟੀਸੀ ਦੀ ਦਾ ਬਾਬਾ ਗੁਰਦਿੱਤਾ ਜੀ ਦੀ ਸਮਾਧੀ ਹੈ। ਜਦ ਮਰੀ ਗਾਂ ਜਿਉਂਦੀ ਕਰਨ ਖਾਤਰ ਗੁਰੂ ਸਾਹਿਬ ਦੀ ਨਾਰਾਜ਼ਗੀ ਝੱਲਣੀ ਪਈ ਤੇ ਆਪ ਦਾ ਸਰੀਰ ਤਿਆਗ ਕੇ ਚਲੇ ਗਏ। ਮਹਾਰਾਜ ਨੇ ਬੜੇ ਵਰ ਦਿੱਤੇ ਸਨ। ਹੇਠਾਂ ਉਦਾਸੀ ਸੰਪਰਦਾ ਮਹਾਤਮਾ ਦੇ ਜਿਹੜੇ 4 ਧੂਏ ਹੋਏ ਨੇ, ਬਾਬੇ ਗੁਰਦਿੱਤੇ ਤੋਂ ਬਾਅਦ ਉਹਨਾਂ ਦੇ ਥੱਲੇ ਅਸਥਾਨ ਹੈ। ਹੇਠਾਂ ਜ਼ਮੀਨ ਦੇ ਉੱਪਰ ਗਰਾਊਂਡ ਦੇ ਉਦਾਸੀ ਸੰਪਰਦਾ ਦਾ ਪਵਿੱਤਰ ਸਥਾਨ ਨਾਲੇ ਗੁਰਦੁਆਰਾ ਸਾਹਿਬ ਵੀ ਸ਼ੋਭਤ ਹੈ। ਇਸ ਲਈ ਸ੍ਰੀ ਗੁਰੂ ਰਾਮਦਾਸ ਜੀ ਤਾਂ ਬਾਬੇ ਸ੍ਰੀ ਚੰਦ ਦੇ ਪੈਰ ਫੜ ਰਹੇ ਨੇ, ਚਰਨ ਝਾੜ ਰਹੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਦਾ ਸਾਹਿਬਜ਼ਾਦਾ ਬਾਬਾ ਸ੍ਰੀ ਚੰਦ ਨੂੰ ਭੇਟਾ ਕਰਕੇ ਉਹਨਾਂ ਤੋਂ ਖੁਸ਼ੀਆਂ ਲੈ ਰਹੇ ਨੇ, ਬਖਸ਼ਿਸ਼ਾਂ ਲੈ ਰਹੇ ਨੇ। ਤੇ ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਨੂੰ ਉਦਾਸੀ ਸੰਪਰਦਾ ਦੀ ਨਿਸ਼ਾਨੀ ਸੇਲੀ ਟੋਪੀ ਬਖਸ਼ਿਸ਼ ਕੀਤੀ। ਤੇ ਅਸੀਂ ਕੌਣ ਹੁੰਦੇ ਹਾਂ ਬਾਈ ਨਿੰਦਿਆ ਕਰਨ ਵਾਲੇ? ਤੁਸੀਂ ਦੱਸੋ ਕਿ ਆਪਾਂ ਬਾਬਾ ਸ੍ਰੀ ਚੰਦ ਜੀ ਦੀ ਇਸ ਗੱਲ ਤੋਂ ਨਿੰਦਿਆ ਕਰੀਏ? ਕਿ ਵੇਖੋ ਜੀ, ਬਾਣੀ ਵਿੱਚ ਲਿਖਿਆ ਹੋਇਆ, ਦਿਲ ਖੋਟਿਆ ਕੀ ਫਿਰਨ, ਬਨ ਭਾਰ ਵਿਛਾਇਨ ਛੱਟੀ ਹੈ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮਰਟੀ ਹੈ। ਬਚਨ ਨਹੀਂ ਬਾਲਿਆ, ਇਹ ਗੱਲ ਸਹੀ ਹੈ, ਪਰ ਉਹ ਬਚਨ ਸਖਤ ਸੀਗੇ। ਜੇ ਸਾਡੇ ਵਰਗੇ ਹੁੰਦੇ ਤਾਂ ਸਾਥੋਂ ਵੀ ਨਹੀਂ ਸੀ ਮੰਨਿਆ ਜਾਣਾ। ਬਾਬੇ ਬੁੱਢੇ ਨੇ ਨਹੀਂ ਮੰਨਿਆ, ਦੱਸੋ ਫਿਰ ਬਾਬਾ ਬੁੱਢਾ ਐਵੇਂ ਥੋੜ੍ਹਾ, ਕਿੰਨੀ ਉਹਦੀ ਮਹਾਨ ਸੇਵਾ ਹੈ। ਭਾਈ ਭਗੀਰਥ ਕੋਲੋਂ ਨਹੀਂ ਮੰਨਿਆ ਗਿਆ, ਉਹ ਤਾਂ ਇੱਕ ਕੌਤਕ ਸੀਗਾ ਮਹਾਰਾਜ ਦਾ। ਬਚਨ ਮੰਨਣਾ ਹੀ ਬਾਬਾ ਲਹਿਣਾ ਜੀ ਨੇ ਸੀ। ਉਹ ਬਚਨ ਜਿਹੜੇ ਗੁਰਤਾ ਗੱਦੀ ਦੀ ਪਰਖ ਵਾਲੇ ਬੜੇ ਸਖਤ ਕਰੜੇ ਸਨ। ਮੁਰਦਾ ਕੌਣ ਖਾਊਗਾ? ਤੁਸੀਂ ਦੱਸੋ। ਜੇ ਕੋਈ ਤੁਹਾਨੂੰ ਕਹੇ ਵੀ ਮੁਰਦਾ ਖਾ ਲਓ, ਸਾਡੇ ਵਰਗੇ ਤਾਂ ਬਾਣੀ ਨੂੰ ਨਹੀਂ ਛੱਡਦੇ, ਨਿੱਕੀ ਨਿੱਕੀ ਗੱਲ ਤੇ ਤਰਕ ਕਰਦੇ ਨੇ, ਗੁਰੂ ਦੇ ਇਤਿਹਾਸ ਨੂੰ ਨਹੀਂ ਛੱਡਦੇ। ਮੁਰਦਾ ਕੌਣ ਖਾਏਗਾ? ਉੱਥੇ ਤਾਂ ਸਾਰੇ ਭੱਜਣਗੇ, ਤਰਕ ਕਰਨਗੇ। ਸੋ ਇਹ ਗੱਦੀ ਦੀ ਜੋ ਵੀ ਬਖਸ਼ਿਸ਼ ਸੀਗੀ ਪਾਵਨ ਸ੍ਰੀ ਲਹਿਣਾ ਜੀ ਦੇ ਭਾਗਾਂ ਵਿੱਚ ਸੀ। ਉਹਨਾਂ ਬਚਨ ਮੰਨਣਾ ਉਹਨਾਂ ਹੀ ਸੀਗਾ। ਮੁਰਦਾ ਖਾਣ ਵਾਲਾ ਬਚਨ ਵੀ ਮੰਨਿਆ ਤੇ ਜਦ ਬਸਤਰ ਲਾਇਆ ਤਾਂ ਕੜਾ ਪ੍ਰਸ਼ਾਦੀ ਦੇਗ ਵੇਖੀ। ਤੋ ਇਸ ਲਈ ਗੁਰੂ ਘਰ ਦੇ ਵਿੱਚ ਬਾਬੇ ਸ੍ਰੀ ਚੰਦ ਦੀ ਸੀਟ ਬੁੱਕ ਹੈ। ਜੇ ਦਰਬਾਰ ਗੁਰੂ ਨਾਨਕ ਸਾਹਿਬ ਦਾ ਹੈ ਤੇ ਸੰਗਤ ਦੇ ਵਿੱਚ ਬਾਬੇ ਸ੍ਰੀ ਚੰਦ ਦੀ ਸੀਟ ਵੀ ਹੈ। ਇੱਥੇ ਰਿਜ਼ਰਵ ਹੈ ਉਦਾਸੀ ਸੰਪਰਦਾ ਮਹਾਤਮਾ ਦੀ ਸੀਟ, ਉਹਨਾਂ ਦਾ ਆਸਣ ਵੀ ਹੈ। ਕਾਰਨ ਕੀ ਹੈ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਦਾਸੀ ਸੰਪਰਦਾ ਦੇ ਮਹਾਤਮਾ ਨੇ ਕੀਤੀ ਹੈ। ਅਲਮਸਤ ਫਕੀਰ ਸ੍ਰੀ ਨਾਨਕ ਮੱਥੇ ਯੂਪੀ ਦੇ ਵਿੱਚ ਵੇਖੋ ਕਿੰਨੀ ਦੂਰ, ਉੱਥੇ ਸਿੱਧਾ ਨੇ ਤੇ ਕਬਜ਼ਾ ਕਰ ਲਿਆ ਤੇ ਅਲਮਸਤ ਨੇ ਉਹਦੀ ਵਿਰੋਧਤਾ ਕੀਤੀ ਸੀਗੀ। ਕਹਿਣ ਲੱਗਾ ਕਿ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਮੈਂ ਤੁਹਾਨੂੰ ਇੱਥੇ ਰਹਿਣ ਨਹੀਂ ਦਿਆਂਗਾ। ਉਹ ਕਹਿੰਦੇ ਗੋਰਖ ਮੱਤਾ। ਤੇ ਉਹ ਮਹਾਂਪੁਰਖ ਕਹਿਣ ਲੱਗੇ ਇਹ ਸ਼੍ਰੀ ਨਾਨਕ ਮੱਤਾ ਹੈ। ਉਹਨਾਂ ਅੱਗ ਲਾ ਕੇ ਪਿੱਪਲ ਸਾੜ ਹੀ ਦਿੱਤਾ। ਕਹਿੰਦੇ ਲੈ ਲਾ ਨਾਨਕ ਮੱਤਾ, ਪਿੱਪਲ ਦੀ ਨਿਸ਼ਾਨੀ ਸੀ ਨਾ। ਹੁਣ ਦੱਸ ਕਿਹੜੀ ਨਿਸ਼ਾਨੀ ਹੈ? ਫਿਰ ਉਸ ਅਲਮਸਤ ਫਕੀਰ ਸਾਧ ਨੇ ਜੋ ਉਦਾਸੀ ਸੰਪਰਦਾ ਦਾ ਮਹਾਤਮਾ ਬਾਬੇ ਗੁਰਦਿੱਤੇ ਤੋਂ ਇੱਕ ਧੂਆਂ ਜੇ ਦੇ ਕੋਲ ਸੀਗਾ, ਸਾਧ ਸੰਗਤ ਜੀਓ, ਉਹਨੇ ਸਮਾਧੀ ਲਾ ਲਈ। ਅਰਦਾਸਾ ਕਰ ਦਿੱਤਾ ਵੀ ਮਹਾਰਾਜ ਮੈਂ ਮਰਨੀ ਮਰ ਜਾਊਂ ਪਰ ਪਾਣੀ ਨਹੀਂ ਮੂੰਹ 'ਚ ਪਾਊਂਗਾ, ਇੱਕ ਵੀ ਘੁੱਟ ਪਾਣੀ ਦਾ ਨਹੀਂ ਪੀਊਂਗਾ, ਨਾ ਰੋਟੀ ਦੀ ਬੁਰਕੀ ਪਾਊਂਗਾ। ਜੇ ਤੂੰ ਆਏਗਾ ਗੁਰਦੁਆਰਾ ਸਾਹਿਬ ਦੀ ਮਰਿਆਦਾ ਇਹਨਾਂ ਭੰਗ ਕੀਤੀ ਹੈ, ਮੇਰੇ 'ਚ ਤਾਕਤ ਨਹੀਂ ਹੈ ਕਿ ਮੈਂ ਇਹਨਾਂ ਦਾ ਮੁਕਾਬਲਾ ਕਰ ਸਕਾਂ, ਪਰ ਮੈਂ ਅਰਦਾਸ ਜ਼ਰੂਰ ਕਰ ਸਕਦਾ। ਮੈਂ ਤੇਰੇ ਚਰਨਾਂ 'ਚ ਅਰਦਾਸ ਕਰਦਾ ਕਿ ਗੁਰਦੁਆਰੇ ਦੀ ਮਰਿਆਦਾ ਨੂੰ ਕਾਇਮ ਕਰ, ਕਿਰਪਾ ਕਰ। ਤੇ ਉਹਨਾਂ ਚਿਰ ਮੈਂ ਮਰਨ ਵਰਤਦੇ ਆ, ਉਹਨਾਂ ਚਿਰ ਖਾਵਾਂ ਪੀਵਾਂਗਾ ਨਹੀਂ। ਜੇ ਨਹੀਂ ਆਏਗਾ ਤੇ ਆਪ ਦਾ ਸਰੀਰ ਮੈਂ ਤਿਆਗ ਦਿਆਂਗਾ। ਸਤਿਗੁਰੂ ਮਹਾਰਾਜ
ਛੇਵੇਂ ਪਾਤਸ਼ਾਹ ਉਧਰ ਭਾਈ ਕੀ ਟਰੋਲੀ ਸਾਈਂ ਦਾਸ ਤੇ ਉਹਨਾਂ ਦੀ ਸਾਲੀ ਵੱਡੀ ਬੀਬੀ ਰਾਮੋ ਜੀ ਯਾਦ ਕਰ ਰਹੀ ਸੀ। ਮਾਤਾ ਗੰਗਾ ਜੀ ਨੂੰ ਆਖਣ ਲੱਗੇ ਕਿ ਮਾਤਾ ਜੀ ਤੁਸੀਂ ਸਾਈਂ ਦਾਸ ਦੇ ਘਰ ਜਾਓ, ਉਹਨੂੰ ਹੌਸਲਾ ਦਿਓ ਤੇ ਅਸੀਂ ਕੋਈ ਮਹਾਂਪੁਰਖ ਸਾਨੂੰ ਯਾਦ ਕਰ ਰਹੀ ਹੈ। ਸ਼੍ਰੀ ਨਾਨਕ ਮੱਤਾ ਸਾਹਿਬ ਸਿੱਧਾ ਨੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਹੈ, ਉੱਥੋਂ ਦੀ ਮਰਜ਼ਾਦਾ ਬਹਾਲ ਕਰਕੇ ਜਲਦੀ ਆਵਾਂਗੇ। ਸਿੰਘਾਂ ਨੂੰ ਆਖਿਆ ਭਾਈ ਤੁਸੀਂ ਸਾਡੇ ਮਗਰ ਮਗਰ ਆਇਓ, ਅਸੀਂ ਛੇਤੀ ਜਾਣਾ। ਮਿੰਟਾਂ ਸਕਿੰਟਾਂ 'ਚ ਅੰਮ੍ਰਿਤਸਰ ਸਾਹਿਬ ਤੋਂ ਛਪਣੀ ਹੋ ਗਏ। ਸਿੰਘਾਂ ਨੂੰ ਨਾਲ ਨਹੀਂ ਲਿਆ, ਸਿੰਘਾਂ ਨੂੰ ਆਖਿਆ ਵੀ ਮਗਰੇ ਮਗਰ ਤੁਰੇ ਆਓ। ਝਟਪਟ ਉੱਥੇ ਜਾ ਕੇ ਪ੍ਰਗਟ ਹੋ ਗਏ ਤੇ ਸਿੰਘ ਬੜੇ ਚਿਰ ਬਾਅਦ ਵਿੱਚ ਪਹੁੰਚੇ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਆਏ ਨੇ, ਸਿੱਧਾ ਨੇ ਸਿਰ ਤੇ ਰੱਖੇ ਪੈਰ ਤੇ ਜਿਉਂ ਨੱਠੇ, ਮੁੜ ਕੇ ਪਿੱਛਾ ਭੌਂ ਕੇ ਨਹੀਂ ਦੇਖਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਵਾਹਿਗੁਰੂ ਕਹਿ ਕੇ ਪਾਣੀ ਦਾ ਛੱਟਾ ਮਾਰਿਆ। ਉਹ ਪਿੱਪਲ ਜੜਾ ਸਮੇਤ ਜਿਹੜਾ ਉੱਡਿਆ ਸੀਗਾ, ਗੁਰੂ ਨਾਨਕ ਸਾਹਿਬ ਨੇ ਹੱਥ ਦਾ ਇਸ਼ਾਰਾ ਕਰਕੇ ਆਖਿਆ ਵੀ ਇਹ ਪਿੱਪਲ ਅਸੀਂ ਤੇਰੇ ਹੇਠਾਂ ਬੈਠੇ ਆ ਤੇ ਤੂੰ ਕਿੱਧਰ ਨੂੰ ਉੱਡ ਰਿਹਾ। ਉਹ ਅੱਧੀਆਂ ਜੜ੍ਹਾਂ ਉੱਪਰ ਹੀ ਸਨ। ਉਸੇ ਤਰ੍ਹਾਂ ਹੀ ਦੁਬਾਰ ਤੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਗਟ ਕਰ ਦਿੱਤਾ ਅਲਮਸਤ ਫਕੀਰ ਨੂੰ। ਸਾਧ ਸੰਗਤ ਜੀਓ, ਬਖਸ਼ਿਸ਼ਾਂ ਕੀਤੀਆਂ, ਉਹਦੇ ਸਿਰ ਤੇ ਹੱਥ ਰੱਖਿਆ, ਆਖਿਆ ਧੰਨ ਹੈ ਗੁਰਮੁਖਾ, ਜੋ ਤੂੰ ਗੁਰੂ ਘਰ ਦੀ ਸੇਵਾ ਸਤਿਕਾਰ ਹਿੱਤ ਇਤਨਾ ਵੱਡਾ ਪ੍ਰਣ ਕਰ ਚੁੱਕਾ ਸੀ। ਅਸੀਂ ਕਿੰਨੀ ਦੂਰ ਜੇ ਨਾ ਆਇਆ ਜਾਂਦਾ। ਫਿਰ ਕਹਿੰਦੇ ਮਹਾਰਾਜ ਮਰਜ਼ਾਦਾ ਕੌਣ ਬਹਾਲ ਕਰਦਾ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ, ਦਲ ਪੰਜਨ ਗੁਰ ਸੂਰਮਾ, ਇਸ ਲਈ ਗੁਰੂ ਸੂਰਮਾ ਆਖਿਆ। ਸਿੱਧ ਕਿੰਨੇ ਸ਼ਕਤੀਆਂ ਵਾਲੇ ਸੀ, ਮਹਾਰਾਜ ਦਾ ਤੇਜ ਪ੍ਰਤਾਪ ਨਹੀਂ ਸਹਾਰ ਸਕੇ, ਗੁਰੂ ਸਾਹਿਬ ਦੇ ਸਾਹਮਣੇ ਨਹੀਂ ਆ ਸਕੇ। ਵੇਖੋ ਡਰਦੇ ਮਾਰੇ ਦੌੜ ਗਏ। ਗੁਰੂ ਸਾਹਿਬ ਨੇ ਸ੍ਰੀ ਨਾਨਕ ਮੱਤਾ ਸਾਹਿਬ ਗੁਰਦੁਆਰਾ ਦੀ ਮਰਜ਼ਾਦਾ ਬਹਾਲ ਕੀਤੀ। ਉੱਥੇ ਆਪਾਂ ਕਈ ਵਾਰ ਦਰਸ਼ਨ ਕਰਨ ਗਏ। ਹਰ ਮੱਸਿਆ 'ਤੇ ਹਰੇਕ ਮਹੀਨੇ ਅੰਮ੍ਰਿਤ ਸੰਚਾਰ ਹੁੰਦਾ। ਇੱਕ ਦੋ ਵਾਰ ਅੰਮ੍ਰਿਤ ਸੰਚਾਰ ਵੀ ਕੀਤਾ ਹੈ। ਬੜਾ ਵੱਡਾ ਸਰੋਵਰ ਹੈ, ਗੁਰੂ ਸਾਹਿਬ ਦੀ ਕਿਰਪਾ ਹੈ। ਇਲਾਕਾ ਨਿਵਾਸੀ ਬੜੀਆਂ ਸਿੱਖ ਸੰਗਤਾਂ ਤੋਂ ਲਾਭ ਪ੍ਰਾਪਤ ਕਰਦੀਆਂ ਨੇ। ਉੱਥੋਂ ਦੇ ਗੁਰਮੁਖ ਆਸੇ ਪਾਸੇ ਦੇ ਸਾਡੇ ਕੋਲ ਇੱਥੇ ਪਾਠੀ ਸਿੰਘ ਦੀ ਰੋਟੀ ਵੀ ਨਿਭਾਉਂਦੇ ਨੇ। ਜਦ ਗੁਰਦੁਆਰਾ ਰੀਠਾ ਸਾਹਿਬ ਨੂੰ ਜਾਈਏ ਤਾਂ ਹਰਿਦੁਆਰ ਤੋਂ ਨਾਨਕਪੁਰੀ ਟਾਂਡਾ, ਨਾਨਕਪੁਰੀ ਟਾਂਡਾ ਤੋਂ ਅੱਗੇ ਸ਼੍ਰੀ ਨਾਨਕ ਮੱਤਾ, ਸ਼੍ਰੀ ਨਾਨਕ ਮੱਤਾ ਤੋਂ ਅੱਗੇ ਗੁਰਦੁਆਰਾ ਬੌਲੀ ਸਾਹਿਬ, ਫਿਰ ਉਧਰੋਂ ਹੀ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ, ਤੇ ਰੀਠਾ ਸਾਹਿਬ ਤੋਂ ਅੱਗੇ ਜੋਸ਼ੀ ਮੱਠ ਨੂੰ ਰਸਤਾ ਨਿਕਲ ਜਾਂਦਾ ਪਹਾੜਾਂ ਦੇ ਵਿੱਚ। ਫਿਰ ਅੱਗੇ ਸ਼੍ਰੀ ਹੇਮਕੁੰਟ ਸਾਹਿਬ, ਇੱਕ ਤਾਂ ਸਿੱਧਾ ਹੀ ਹਰਿਦੁਆਰ ਤੋਂ ਰਿਸ਼ੀਕੇਸ਼ ਨੂੰ ਜਾਂਦਾ, ਇੱਕ ਇੱਧਰ ਯੂਪੀ ਥਾਣੀ ਘੁੰਮ ਕੇ ਰੀਠਾ ਸਾਹਿਬ ਥਾਣੀ ਵੀ ਆਪਾਂ ਇੱਕ ਵਾਰ ਗਏ ਸੀਗੇ। ਸੋ ਐਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਬਾਬਾ ਸ੍ਰੀ ਚੰਦ ਜੀ ਦੀ ਗੱਦੀ ਦੇ ਵਾਰਸ ਅਲਮਸਤ ਫਕੀਰ ਜੀ ਨੇ, ਜੋ ਬਾਬੇ ਗੁਰਦਿੱਤੇ ਤੋਂ ਬਾਅਦ ਹੋਏ, ਉਹਨਾਂ ਨੇ ਸ਼੍ਰੀ ਨਾਨਕ ਮੱਤੇ ਸਾਹਿਬ ਦੀ ਮਰਜ਼ਾਦਾ ਨੂੰ ਕਾਇਮ ਰੱਖਿਆ। ਫਿਰ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲੱਗੇ, ਸਾਡੇ ਵਰਗੇ ਕੱਟੜ ਖਾਲਸਾ ਜਿਹੜੇ ਅੱਜ ਕੱਲ੍ਹ ਨਿੰਦਿਆ ਕਰਦੇ ਨਹੀਂ ਥੱਕਦੇ ਵੀ ਹਮੇ ਦਾ ਸਿੰਘ ਸਾਹਿਬ ਹਾਂ ਜੀ, ਅਸੀਂ ਤਾਂ ਨਿਹੰਗਾ ਅਕਾਲੀ ਹਾਂ ਜੀ, ਉਹ ਸਾਰੇ ਭੱਜ ਗਏ ਸੀਗੇ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ। ਆ ਢਾਡੀ ਕਵੀਸ਼ਰ ਸੁਣਾਉਂਦੇ ਨਹੀਂ ਵੀ ਬਦਾਵਾ ਲਿਖ ਦਿੱਤਾ, ਮਨ ਕਹਿੰਦੇ ਆਪਦੇ ਨਾਂ ਲਿਖੋ, ਨਾਂ ਲਿਖ ਕੇ ਸਿਗਨੇਚਰ ਕਰੋ, ਇੱਥੇ ਕਾਗਜ਼ ਤੇ ਲਿਖ ਕੇ ਜਾਓ ਵੀ ਅਸੀਂ ਭੱਜਣ ਲੱਗੇ ਆ। ਕੱਲ ਨੂੰ ਪੁੱਤ ਮੈਂ ਤੁਹਾਨੂੰ ਪੁੱਛਣਾ ਵੀ ਔਖੀ ਵੇਲੇ ਤੁਸੀਂ ਭੱਜ ਗਏ, ਕਹਿੰਦੇ ਲਿਖਾ ਲਓ। ਮਰਨ ਬਦਾਵਾ ਲਿਖਾਇਆ ਸੀਗਾ ਉਹਨਾਂ ਕੋਲ। ਪਰ ਅਸੀਂ ਇਹ ਗੱਲ ਮੰਨਦੇ ਹਾਂ ਕਿ ਸਿੰਘ ਭੱਜੇ ਨਹੀਂ ਸਨ। ਹਾਂ, ਗੁਰੂ ਜੀ ਨੂੰ ਤੰਗ ਕੀਤਾ ਸੀ, ਜ਼ਬਰਦਸਤੀ ਹੁਕਮ ਕਰਵਾਇਆ ਸੀ ਮਾਤਾ ਜੀ ਕੋਲੋਂ ਕਿ ਗੁਰੂ ਜੀ ਨੂੰ ਮਨਾਓ, ਕਿਲ੍ਹਾ ਛੱਡ ਦੇਣ। ਗੁਰੂ ਜੀ ਨੂੰ ਗਰਸ ਕੇ ਮਜਬੂਰ ਕਰਕੇ ਮਾਤਾ ਜੀ ਦੇ ਰਾਹੀਂ ਸਿੰਘਾਂ ਨੇ ਕਿਲ੍ਹਾ ਛਡਾਇਆ ਸੀਗਾ। 5 ਪੋਹ ਦੀ ਤੇ 6 ਪੋਹ ਦੀ ਦਰਮਿਆਨੀ ਰਾਤ 12 ਵਜੇ ਜਦ ਮਹਾਰਾਜ ਨੇ ਕਿਲ੍ਹਾ ਛੱਡਿਆ, ਗੁਰੂ ਜੀ ਦਾ ਦਿਲ ਰੋਇਆ। ਆਖਿਆ ਸਿੰਘੋ, ਮੇਰੇ ਪਿਆਰੇ ਸਿੰਘੋ, ਮੈਂ ਤੁਹਾਡੇ ਪੈਰ ਫੜਦਾ, ਤੁਹਾਡੇ ਅੱਗੇ ਹੱਥ ਜੋੜਦਾ। ਹੈ ਮਾਤਾ ਜੀ, ਮੇਰੇ ਸਤਿਕਾਰਯੋਗ ਮਾਤਾ ਜੀ। ਗੁਰੂ ਤੇਗ ਬਹਾਦਰ ਨੇ ਆਖਿਆ ਸੀ, ਗੁਜਰੀ ਜੀ ਇਹ ਅਕਾਲ ਪੁਰਖ ਨੇ, ਇਹਨਾਂ ਨੂੰ ਬੱਚੇ ਨਾ ਸਮਝਿਓ,
ਇਹਨਾਂ ਦੇ ਭਾਣੇ 'ਚ ਦਖਲ ਨਾ ਦਿਓ। ਤੋ ਮਾਤਾ ਜੀ ਨੇ ਗੁਰੂ ਜੀ ਨੂੰ ਗਰਸਿਆ, ਮਜਬੂਰ ਕੀਤਾ, ਆਖਿਆ ਤੁਸੀਂ ਸਾਹਿਬਜ਼ਾਦਿਆਂ ਦੀ ਰੱਖਿਆ ਲਈ ਕਿਹੜਾ ਛੱਡਣਾ ਚਾਹੁੰਦੇ ਹੋ? ਮੇਰਾ ਜੁਮਾ ਦੋਸ਼ ਪੋਸ਼ ਕੱਲ ਨੂੰ ਮੈਨੂੰ ਨਾ ਆਖਿਓ ਵੀ ਗੁਰੂ ਗੋਬਿੰਦ ਸਿੰਘ ਨੇ ਆਹ ਕਰਾਤਾ ਉਹ ਕਰਾਤਾ। ਕਿਲੇ 'ਚ ਰਹੋਗੇ ਤਾਂ ਸੇਫ ਰਹੋਗੇ। ਅੱਜ ਤੁਸੀਂ ਚੱਲੇ ਹੋ, ਤੁਹਾਡੀ ਆਪੋ ਆਪਣੀ ਜ਼ਿੰਮੇਵਾਰੀ ਹੋਊਗੀ, ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ, ਕਿਉਂਕਿ ਤੁਰਕਾਂ ਦਾ ਕੋਈ ਭਰੋਸਾ ਨਹੀਂ, ਤੁਹਾਨੂੰ 4 ਕਦਮ ਅੱਗੇ ਨਾ ਲੰਘਣ ਦੇਣ। ਜਿਨ੍ਹਾਂ ਦੀ ਰੱਖਿਆ ਲਈ ਤੁਸੀਂ ਜਾ ਰਹੇ ਹੋ, ਇਹਨਾਂ ਦੀ ਹੋਰ ਵਿਪਤਾ ਪੈ ਸਕਦੀ ਹੈ। ਮੇਰੇ ਪਿਆਰੇ ਸਿੰਘੋ, 1 ਹਫ਼ਤਾ ਰਹਿ ਜਾਓ, ਕਹਿੰਦੇ ਨਹੀਂ, 7 ਦਿਨ 7 ਘੰਟੇ ਨਹੀਂ ਰਹਿ ਸਕਦੇ। ਚਲੋ 4 ਦਿਨ, ਚਲੋ 3 ਦਿਨ, ਚਲੋ 2 ਦਿਨ, ਚਲੋ 24 ਘੰਟੇ। ਕਹਿੰਦੇ ਨਹੀਂ ਮਹਾਰਾਜ, 1 ਘੰਟਾ ਨਹੀਂ ਸਾਡੇ ਕੋਲ ਕੱਟਿਆ ਜਾਂਦਾ। ਕਹਿੰਦੇ ਚੰਗਾ, ਫਿਰ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੈ, ਹੋਣੀ ਟਲਦੀ ਨਹੀਂ ਹੈ। ਜੋ ਵਾਹਿਗੁਰੂ ਨੇ ਲਿਖਿਆ ਸੋ ਹੋ ਕੇ ਰਹੂਗਾ। ਚਲੋ, ਗੁਰੂ ਮਹਾਰਾਜ ਨੇ ਆਪ ਤੋਂ ਅੱਗੇ ਸਭਨਾਂ ਨੂੰ ਕੱਢਿਆ, ਆਪ ਸਭ ਤੋਂ ਪਿੱਛੇ ਹੋਏ ਤੇ ਗੁਰੂ ਮਹਾਰਾਜ ਨੇ ਜਕਾਰਾ ਛੱਡਿਆ, ਆਖਿਆ ਖਾਲਸਾ ਜੀ, ਜੋ ਸਾਡੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸਥਾਨ ਹੈ, ਇਹਦੀ ਸੇਵਾ ਸੰਭਾਲ ਕੌਣ ਕਰੇਗਾ? ਉੱਥੇ ਮੱਥਾ ਟੇਕਣ ਗਏ ਸੀ, ਅਰਦਾਸਾ ਕਰਕੇ ਕਿਲਾ ਛੱਡਿਆ, ਆਖਿਆ ਵੀ ਇਹਦੀ ਸੇਵਾ ਸੰਭਾਲ ਕੌਣ ਕਰੂ? ਕੋਈ ਰਹੇ ਇੱਥੇ? ਹੁਣ ਮਰਨਾ ਥੋੜੋ, ਮੇਰੇ ਵਰਗੇ ਤਾਂ ਪਹਿਲਾਂ ਹੀ ਮਾਰੀ ਛਾਲ ਤੇ ਆਨੰਦਪੁਰ ਦੀਆਂ ਜੂਹਾਂ ਛੱਡ ਕੇ ਘੋੜਿਆਂ ਦੇ ਚੜ੍ਹ ਕੇ ਪਿੱਛਾ ਭੌਂਕੀ ਵੇਂਦੇ ਵੀ ਮਹਾਰਾਜ ਆਉਂਦੇ ਕਿ ਨਹੀਂ ਆਉਂਦੇ। ਉਹ ਤਾਂ ਪਹਿਲਾਂ ਹੀ ਡਰਦੇ ਮਾਰੇ, ਆਪਦੀ ਜਾਨ ਚਾਹੀਦੀ ਹੈ। ਜਾਨ ਰਹੂਗੀ ਤਾਂ ਗੁਰਦੁਆਰੇ ਸਾਂਭ ਲਾਂਗੇ, ਜੇ ਜਾਨ ਹੀ ਨਾ ਰਹੀ ਮਰਨਾ ਥੋੜੋ। ਸਾਰਿਆਂ ਜਵਾਬ ਦੇ ਦਿੱਤਾ ਸੀਗਾ। ਤੁਸੀਂ ਦੱਸੋ ਕਿਹੜਾ ਸਿੰਘ ਉੱਠਿਆ? ਜਿਹੜੇ ਅਸੀਂ ਆਪਦੇ ਆਪ ਨੂੰ ਸਿੰਘ ਕਹਾਉਂਦੇ ਆ, ਗਾਤਰਿਆਂ ਵਾਲੇ ਅਕਾਲੀ ਨਿਹੰਗ ਸਿੰਘ ਸਾਹਿਬ, ਕਿਸੇ ਨੇ ਰੱਖਿਆ ਲਈ ਬਾਂਹ ਖੜੀ ਕੀਤੀ ਵੀ ਮੈਂ ਗੁਰਦੁਆਰੇ ਰਹੂੰਗਾ, ਮੈਂ ਝਾੜੂ ਦੇਵਾਂਗਾ, ਮੈਂ ਸੇਵਾ ਸੰਭਾਲ ਕਰੂੰਗਾ? ਕੋਈ ਨਹੀਂ ਮੰਨਿਆ। ਮਨ ਆਖਿਆ ਬੜੀ ਹੈਰਾਨੀ ਦੀ ਗੱਲ ਹੈ। ਜਿੱਥੇ ਮੌਜਾਂ ਮਾਣੀਆਂ, ਰੋਟੀ ਪਾਣੀ ਖਾਧਾ, ਸਰੀਰ ਤਗੜੇ ਕੀਤੇ, ਕੋਈ ਵੀ ਉੱਥੇ ਰਹਿਣ ਲਈ ਤਿਆਰ ਨਹੀਂ। ਦੱਸੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸਗੰਜ ਦੇ ਦੜੇ ਸਾਹਿਬ ਦੀ ਕੋਈ ਸੇਵਾ ਕਰਨ ਲਈ ਤਿਆਰ ਨਹੀਂ? ਉਸ ਵਕਤ ਤੁਸੀਂ ਸੱਚ ਨਹੀਂ ਮੰਨਣਾ। ਉਦਾਸੀ ਸੰਪਰਦਾ ਬਾਬਾ ਸ੍ਰੀ ਚੰਦ ਜੀ ਦੀ ਗੱਦੀ ਨਸ਼ੀਨ, ਜਿਹੜੇ 4 ਧੂਆਂ ਦੇ ਵਿੱਚੋਂ ਇੱਕ ਅਲਮਸਤ ਦੇ ਧੂਏ ਦੀ ਸਾਖੀ ਮੈਂ ਸੁਣਾਈ ਹੈ, ਉੱਥੇ ਨਾਨਕ ਮੱਤੇ ਦੀ। ਇਹ ਗੁਰਬਖਸ਼ ਸਾਹਿਬ ਵੀ ਇਹ ਇੱਕ ਧੂਆਂ ਇਹਦੇ ਕੋਲ ਸੀ। 4 ਗੱਦੀਆਂ ਅੱਗੇ ਕਨਵਰਟ ਹੋਈਆਂ ਬਾਬੇ ਗੁਰਦਿੱਤੇ ਤੋਂ, ਇੱਕ ਗੱਦੀ ਇਹਦੇ ਕੋਲ ਸੀਗੀ ਬਾਬੇ ਗੁਰਬਖਸ਼ ਸਾਹਿਬ ਕੋਲ। ਇਹਨੇ ਗਾਤਰਾ ਨਹੀਂ ਸੀ ਪਾਇਆ, ਕਿਰਪਾਨ ਨਹੀਂ, ਅੰਮ੍ਰਿਤ ਨਹੀਂ ਸੀ ਛਕਿਆ। ਉਦਾਸੀ ਸੰਪਰਦਾ ਦਾ ਮਹਾਤਮਾ ਸੀਗਾ। ਇਹਨੇ ਹੱਥ ਜੋੜੇ, ਕਹਿੰਦੇ ਮਹਾਰਾਜ ਜੇ ਆਪ ਦੀ ਆਗਿਆ ਹੋਵੇ ਤਾਂ ਮੈਂ ਰਹਿਣ ਨੂੰ ਤਿਆਰ ਹਾਂ। ਵੇਖੋ ਪਤਾ ਸੀਗਾ ਵੀ ਤੁਰਕ ਆ ਜਾਣਗੇ, ਕਬਜ਼ਾ ਹੋ ਜਾਊਗਾ, ਗਾਟਾ ਲਾ ਕੇ ਸੁੱਟ ਦੇਣ, ਕੋਈ ਜ਼ਿੰਮੇਵਾਰੀ ਨਹੀਂ। ਪਰ ਆਪਦੀ ਜਾਨ ਤਲੀ ਤੇ ਰੱਖ ਕੇ ਇਹ ਗੱਲ ਮੰਨੀ ਕਿ ਮੈਂ ਇੱਥੇ ਰਹੂੰਗਾ। ਪਰ ਮਹਾਰਾਜ ਮੈਂ ਭੁੱਖਾ ਮਰੂੰਗਾ, ਤੁਸੀਂ ਤਾਂ ਸਾਰੇ ਚੱਲੇ ਹੋ, ਰੋਟੀਆਂ ਕਿੱਥੋਂ ਚੱਲਣਗੀਆਂ? ਲੰਗਰ ਤਾਂ ਬੰਦ, ਪ੍ਰਸ਼ਾਦਾ ਕਿੱਥੋਂ ਖਾਊਂਗਾ? ਸੇਵਾ ਕਿਵੇਂ ਕਰੂੰਗਾ ਜੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਗੜਾ ਰਹੋ, ਤੂੰ ਇੱਜ਼ਤ ਰੱਖੀ ਗੁਰੂ ਘਰ ਦੀ। ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਥਾਨ ਹੈ, ਸਾਡੇ ਪਿਤਾ ਜੀ ਦਾ। ਚੰਡੀ ਦੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਪੰਕਤੀ ਆਉਂਦੀ ਹੈ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ। ਮੈਂ ਬਾਬੇ ਸ੍ਰੀ ਚੰਦ ਦੀ ਮਹਿਮਾ ਕਰ ਰਿਹਾ। ਉਦਾਸੀ ਸੰਪਰਦਾ ਦੇ ਮਹਾਤਮਾ ਜੀ, ਗੁਰੂ ਮਹਾਰਾਜ ਦੀ ਸੱਜੀ ਬਾਂਹ, ਗੁਰਦੁਆਰੇ ਦੀ ਸੱਜੀ ਬਾਂਹ ਬਾਬਾ ਸ੍ਰੀ ਚੰਦ ਜੀ ਨੇ। ਬੰਦੇ ਦੀ ਸੱਜੀ ਬਾਂਹ ਲਾ ਦਿਓ ਤੇ ਦੱਸੋ ਬੰਦਾ ਕੰਮ ਕਿਵੇਂ ਕਰੂਗਾ? ਤੁਸੀਂ ਆਪ ਸਿਆਣੇ। ਖਾਲਸਾ ਭਾਵੇਂ ਖੱਬੀ ਬਾਂਹ ਹੈ ਤੇ ਬਾਬਾ ਸ੍ਰੀ ਚੰਦ ਜੀ ਸੱਜੀ ਬਾਂਹ ਹੈ। ਖਾਲਸਾ ਤਾਂ ਹੁਣੀ ਅੰਮ੍ਰਿਤਧਾਰੀ ਪ੍ਰਗਟ ਹੋਇਆ, ਪਹਿਲਾਂ ਨਹੀਂ ਸੀ ਲੱਭਦਾ। ਬਿਪਤਾ ਦਾ ਮਾਰਿਆ, ਜਿਉਂ ਜੰਮਿਆ ਇਹਦੇ ਸਿਰ ਮੁਸ਼ਕਲਾਂ ਹੀ ਪਈਆਂ ਰਹੀਆਂ। ਬਾਬੇ ਬੰਦੇ ਬਹਾਦਰ ਤੋਂ ਲੈ ਕੇ ਵੇਖ ਲਓ, ਨਾ ਤਾਂ ਗੁਰੂ ਗੋਬਿੰਦ ਸਿੰਘ ਨੂੰ ਦੁਨੀਆ ਟਿਕਣ ਦਿੱਤਾ, ਪੰਜਾਬ ਦੀ ਧਰਤੀ ਮਹਾਰਾਜ ਨੂੰ ਛੱਡਣੀ ਪਈ। ਆਨੰਦਪੁਰੋਂ ਭਜਾਇਆ ਤੇ ਮਾਲਵੇ ਦੀ ਧਰਤੀ ਉਥੋਂ ਵੀ ਭਜਾਤਾ। ਹਜੂਰ ਸਾਹਿਬ ਜਾ ਕੇ ਸਰੀਰ ਪਿੱਛੋਂ ਕਟਾਰ ਮਾਰੀ, ਸੁੱਤੇ ਪਿਆ, ਜ਼ਿੰਦਗੀ ਜਿਉਣ ਨਹੀਂ ਦਿੱਤੀ। ਬੰਦੇ ਬਹਾਦਰ ਨੂੰ ਵੇਖੋ, ਮਾਸ ਨੋਚ ਨੋਚ ਕੇ ਸ਼ਹੀਦ ਕੀਤਾ। ਇਹ ਦੁਨੀਆ ਇੰਨੀ ਭੈੜੀ ਹੈ। ਮਗਰੋਂ ਤਾਂ
ਕਬਰਾਂ ਨੂੰ ਵੀ ਪੂਜਦੀ ਹੈ, ਦੀਵੇ ਜਗਾਉਂਦੀ ਹੈ, ਪਰ ਜਿਉਂਦੇ ਬੰਦੇ ਦੀ ਕੋਈ ਉਹਨੂੰ ਜ਼ਿੰਦਗੀ ਵੀ ਨਹੀਂ ਨਸੀਬ ਹੈ, ਉਹਦਾ ਕੋਈ ਸਤਿਕਾਰ ਨਹੀਂ। ਇਹ ਇੰਡੀਆ ਹੈ, ਪਿਆ ਭਾਵੇਂ ਤੜਫੇ, ਤਰਲੇ ਮਾਰਦਾ ਪਾਣੀ ਦੇ ਘੁੱਟ ਤੋਂ ਮਰ ਜਾਊਗਾ, ਪਰ ਮੂੰਹ 'ਚ ਕੋਈ ਦੁਨੀਆ ਦਾ ਪਾਣੀ ਨਹੀਂ ਪਾਊਗਾ। ਮਗਰੋਂ ਦੀਵੇ ਜਗਾਉਣ, ਜੋਤਾਂ ਜਗਾਉਣ, ਨੱਕ ਰਗਣ, ਜੋ ਮਰਜ਼ੀ ਕਰ, ਬੰਦਾ ਤਾਂ ਪਾਣੀ ਨੂੰ ਤਰਸਦਾ ਮਰ ਗਿਆ। 4 ਦਿਨਾਂ ਦੀ ਜ਼ਿੰਦਗੀ ਆਪਦੀ ਖਰੀਦੀ ਜ਼ਮੀਨ ਤੇ ਰਹਿਣ ਨਹੀਂ ਦਿੱਤੀ, ਫਿਰ ਮੱਥੇ ਟੇਕੇ ਕਿਸ ਕੰਮ ਦੱਸੋ ਭਾਈ। ਖਾਲਸਾ ਬਿਪਤਾ ਦਾ ਮਾਰਿਆ ਰਿਹਾ। ਇਹਨਾਂ ਉਦਾਸੀ ਸੰਪਰਦਾ ਦੇ ਮਹਾਤਮਾ ਦੇ ਬਾਰੇ ਜਾਈਏ। ਇਹਨਾਂ ਨੇ ਅੱਜ ਤੱਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ ਔਰ ਗੁਰੂ ਮਹਾਰਾਜ ਦਾ ਸੇਵਾ ਸਤਿਕਾਰ ਪੂਰੀ ਮਰਿਆਦਾ ਬਹਾਲ ਰੱਖੀ। ਧੰਨ ਬਾਬਾ ਸ੍ਰੀ ਚੰਦ ਜੀ ਮਹਾਂਪੁਰਖ, ਉਹਨਾਂ ਦੀ ਗੱਦੀ ਦੇ ਵਾਰਿਸ ਬਾਬਾ ਗੁਰਬਖਸ਼ ਸਾਧ ਨੇ ਕਲਗੀਧਰ ਦਾ ਬਚਨ ਮੰਨਿਆ ਔਰ ਗੁਰੂ ਘਰ ਦੀ ਇੱਜ਼ਤ ਰੱਖੀ। ਮਹਾਰਾਜ ਕਹਿੰਦੇ ਇਹ ਸਾਡੇ ਪਿਤਾ ਜੀ ਦਾ ਥੜਾ ਸਾਹਿਬ ਹੈ, ਤੂੰ ਜਦ ਇੱਥੇ ਝਾੜੂ ਦਿਆ ਕਰੇਗਾ ਤਾਂ ਤੈਨੂੰ ਇੱਕ ਸੋਨੇ ਦੀ ਮੋਹਰ ਸਵੇਰੇ ਲੱਭਿਆ ਕਰੇਗੀ, ਇੱਕ ਤੈਨੂੰ ਸ਼ਾਮਾਂ ਨੂੰ ਲੱਭਿਆ ਕਰੇਗੀ। ਸੋਨਾ ਦੇਖੋ ਕਿੰਨਾ ਕੀਮਤੀ ਹੈ, ਵੇਚ ਵਟ ਕੇ ਜੋ ਮਰਜ਼ੀ ਆਪਦਾ ਲੰਗਰ ਪਾਣੀ ਤਿਆਰ ਕਰੀ, ਬਣਾਈ, ਵਰਤਾਈ। ਔਰ ਇੱਥੇ ਇੰਨੀਆਂ ਸੰਗਤਾਂ ਹੋਣਗੀਆਂ, ਆਨੰਦਪੁਰ ਸਾਹਿਬ ਵਸਦਾ ਰਹੇਗਾ। ਉਜੜ ਤੇ ਉਹ ਵਸਾਇਓ, ਸਾਡੇ ਪਿਤਾ ਜੀ ਨੇ ਉਜੜਾ ਤੇ ਵਸਾਇਆ। ਇਹ ਪਿਤਾ ਸਤਿਗੁਰੂ ਜੀ ਦਾ ਸਥਾਨ ਹੈ। ਇੱਥੇ ਤੂੰ ਆਪਦੇ ਲੰਗਰ ਦੀ ਕੀ ਗੱਲ ਕਰਦਾ, ਇੱਥੇ ਗੁਰੂ ਕੇ ਲੰਗਰ ਚੱਲਣਗੇ, ਲਹਿਰਾਂ ਬਹਿਰਾਂ ਹੋਣਗੀਆਂ। ਅੱਜ ਵੀ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ, ਕੋਈ ਆਨੰਦ ਸਾਹਿਬ ਦੇ ਪਾਠ ਕਰਕੇ, 3 ਆਨੰਦ ਸਾਹਿਬ ਦੇ ਪਾਠ, ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸਾਂ ਸੁਧ, ਤਾਂ ਉਹਦੀ ਅਰਦਾਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਸੰਪੂਰਨ ਕਰਦੇ ਹਨ। ਐਸਾ ਸਹਿਯੋਗ, ਐਸੀਆਂ ਸੇਵਾਵਾਂ ਗੁਰੂ ਘਰ ਦੇ ਵਿੱਚ ਇਹਨਾਂ ਦਾ ਉਦਾਸੀ ਸੰਪਰਦਾ ਮਹਾਂਪੁਰਖਾਂ ਦਾ ਬਹੁਤ ਬੜਾ ਹਿੱਸਾ ਹੈ। ਬੜੇ ਮੁਸ਼ਕਲ ਦੇ ਸਮੇਂ ਇਹਨਾਂ ਮਹਾਰਾਜ ਨੂੰ ਸਮਝਿਆ। ਅੱਜ ਵੀ ਗੁਰੂ ਸਾਹਿਬ ਦਾ ਇਹਨਾਂ ਦੇ ਸਥਾਨਾਂ ਤੇ ਪਾਵਨ ਪ੍ਰਕਾਸ਼ ਹੈ, ਪਰ ਕਈ ਲੋਕ ਤੰਬਾਕੂ ਵਰਤਣ ਲੱਗ ਪਏ, ਕਈ ਬੀੜੀ ਪੀਣ ਲੱਗ ਪਏ। ਉਹ ਇਸ ਕਰਕੇ ਗੁਰੂ ਘਰ ਤੋਂ ਵਿਵਰਜਿਤ ਨੇ। ਨਸ਼ੇ ਪੱਤੇ ਵਾਲੇ ਗੁਰੂ ਦੇ ਸਿੱਖ ਨਹੀਂ ਹੋ ਸਕਦੇ, ਪਰ ਅਸਲੀ ਜੋ ਉਦਾਸੀ ਮਹਾਤਮਾ ਨੇ ਉਹ ਨਾ ਤਾਂ ਨਸ਼ਾ ਵਰਤਦੇ ਨੇ ਤੇ ਨਾ ਕਿਸੇ ਹੋਰ ਕ੍ਰਿਤੀ ਨੂੰ ਕਰਦੇ ਨੇ। ਮਹਾਰਾਜ ਦੀ ਮਰਜ਼ਾਦਾ ਦੇ ਵਿੱਚ ਸਾਧੂ ਪੁਣੇ 'ਚ ਰਹਿ ਕੇ ਤਪੱਸਿਆ ਕਰਦੇ ਆ ਤੇ ਸੱਚੇ ਸੁੱਚੇ ਹਨ। ਸਾਡੇ ਨਗਰ ਦੇ ਵਿੱਚ ਇੱਕ ਉਦਾਸੀ ਮਹਾਤਮਾ ਹੁੰਦੇ ਸੀ, ਪਗਵੇਂ ਚੋਲੇ ਵਾਲੇ। ਉਹਨਾਂ ਜਪਜੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ। ਬਸ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ, ਸੁੱਖ ਹਾਸਲ ਕਰਨਾ। 24 ਘੰਟਿਆਂ ਬਾਅਦ ਜਦ ਕਿਸੇ ਨੇ ਪਿਆਰ ਨਾਲ ਪ੍ਰਸ਼ਾਦਾ ਬਣਾ ਦਿੱਤਾ, ਮਰਜ਼ਾਦਾ ਦਾ ਦੇਸੀ ਘਿਓ ਦਾ ਤਿਆਰ ਕੀਤਾ, 24 ਘੰਟਿਆਂ ਬਾਅਦ ਪ੍ਰਸ਼ਾਦਾ ਛਕ ਦਿਆ। ਔਰ ਬਾਕੀ ਟਾਈਮ ਤਪੱਸਿਆ ਕਰਦੇ ਰਹਿੰਦੇ, ਕੋਈ ਤਨਖਾਹ ਨਹੀਂ ਲੈਂਦੇ, ਕੋਈ ਚੜਾਵਾ ਨਹੀਂ ਚੁੱਕਦੇ, ਨਿਸ਼ਕਾਮ ਸੇਵਾ ਉਹਨਾਂ ਨੇ ਕੀਤੀ। ਤੇ ਅਸਥਾਨ ਹੈ ਗੁਰਦੁਆਰਾ ਸ਼ਹੀਦਾਂ ਬਾਬਾ ਅਰੂੜ ਸਿੰਘ, ਬਾਬਾ ਦਿਆਲ ਸਿੰਘ, ਮਾਲਵੇ ਦੇ ਸਿੰਘ ਜੋ ਬਾਬੇ ਦੀਪ ਸਿੰਘ ਦੇ ਜਥੇ ਵਿੱਚ ਸਨ, ਉਸ ਅਸਥਾਨ ਦੇ ਸ਼ਹੀਦ ਹੋਏ। ਉੱਥੇ ਉਹਨਾਂ ਦਾ ਆਸਨ ਰਿਹਾ, ਫਿਰ ਉੱਥੇ ਚੜ੍ਹਾਈ ਕੀਤੀ। ਇਸ ਲਈ ਉਦਾਸੀ ਸੰਪਰਦਾ ਦੇ ਮਹਾਤਮਾ ਨੂੰ ਨਮਸਕਾਰ ਕਰਨੀ ਬਣਦੀ ਹੈ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਜੀ ਨੇ 20 ਰੁਪਈਏ ਦਿੱਤੇ, ਸਭ ਤੋਂ ਪਹਿਲਾਂ ਮਹਾਰਾਜ ਨੇ ਉਹਨਾਂ 20 ਰੁਪਈਆਂ ਦਾ ਜਿਹੜਾ ਭੋਜਨ ਸੀਗਾ ਸਾਧੂਆਂ ਨੂੰ ਛਕਾਇਆ ਸੀਗਾ। ਉਹ ਨਿਹੰਗਾਂ ਨੂੰ ਜਾਂ ਸਾਡੇ ਵਰਗੇ ਗਾਤਰਿਆਂ ਵਾਲੇ ਨਹੀਂ ਸਨ, ਉਦੋਂ ਕੱਟੜ ਸਿੱਖ ਨਹੀਂ ਸਨ, ਸਾਧੂ ਹੀ ਸੀ, ਭਜਨ ਬੰਦਗੀ ਵਾਲੇ। ਸਾਧੂਆਂ ਦਾ ਬਹੁਤ ਬੜਾ ਮਹਾਤਮਾ ਹੁੰਦਾ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਜੇ ਅਸੀਂ ਅੱਜ ਕੱਲ੍ਹ ਪੱਗਾਂ ਦਸਤਾਰਾਂ ਸਜਾ ਲਈਆਂ, ਅਕਾਲੀ ਨਿਹੰਗ ਬਣ ਗਏ, ਗਾਤਰੇ ਪਾ ਲਏ, ਸਿੰਘ ਸਾਹਿਬ ਬਣ ਗਏ, ਇਹ ਨਹੀਂ ਵੀ ਗੁਰਦੁਆਰਾ ਅਸੀਂ ਖਰੀਦ ਲਿਆ। ਉਹਨਾਂ ਦਾ ਵੀ ਹਿੱਸਾ ਮਹਾਰਾਜ ਉਹ ਸਤਿਕਾਰ ਕਰਦੇ ਰਹੇ। ਖੁਦ ਆਪ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ, ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਪੂਰੇ। ਅੱਜ ਕੱਲ੍ਹ ਭਗਵਾਨ ਕੱਪੜਾ ਵੇਖ ਕੇ ਵੇਖਦਿਆਂ ਸਾਰੀ ਸਾਡੇ ਵਰਗੇ RSS ਦਾ ਬਿੱਲਾ ਲਾ ਦਿੰਦੇ ਵੀ ਉਹ ਤਾਂ RSS ਹੈ ਜੀ, ਉਹਦੇ ਕੋਲ ਨਾ ਜਾਓ ਜੀ, ਉਹ RSS ਵਾਲੇ ਆ ਗਏ ਜੀ ਗੁਰਦੁਆਰੇ। ਐਵੇਂ ਹੀ ਗਲਤ ਮਲਤ ਫੋਟੋਆਂ ਲਾ ਕੇ ਮੈਂ ਤਾਂ ਬੇਨਤੀ ਕਰ ਰਿਹਾ ਵੀ ਬਾਬਾ ਹਰਨਾਮ ਸਿੰਘ ਜੀ ਉਹ ਸਾਧੂਆਂ ਦੇ ਨਾਲ ਪਿਆਰ ਕਰਨ ਵਾਲੇ ਨੇ। ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ, ਕੋਈ ਮਹਾਤਮਾ ਨੂੰ ਗੁਰਦੁਆਰੇ ਸਾਦਾ ਨਹੀਂ ਆਉਣਾ, ਚੋਰ ਵੀ ਆ ਜਾਣ ਉਹਨਾਂ ਨੂੰ ਵੀ ਸਤਿਕਾਰ ਕਰੀਦਾ। ਹੁਣ ਸਾਨੂੰ ਕੀ ਪਤਾ ਕਿਹੜਾ ਚੋਰ ਤੇ ਕਿਹੜਾ ਸਾਧ, ਜਿਹੜਾ ਗੁਰਦੁਆਰੇ ਹੀ ਆ ਗਿਆ। ਬਾਕੀ ਉਹ ਭਗਵੇਂ ਕੱਪੜਿਆਂ ਵਾਲੇ ਸਾਧੂ ਆਏ ਤੇ ਉਹ ਮਹਾਂਪੁਰਖ ਬਾਬਾ ਜੀ ਵਿਖਾ ਤਾਂ ਉਹ ਗੀਤ ਆ ਰਹੇ ਨੇ, ਪਤਾ ਨਹੀਂ ਹਿੰਦੂ
ਗ੍ਰੰਥ ਹੈ। ਤੋ ਕਿਸੇ ਨੇ ਕਹਿ ਦਿੱਤਾ, ਉੱਤੇ ਲਿਖ ਕੇ ਪਾਤਾ ਵੀ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਜਾਂ ਬਾਣੀ ਦੀ ਪੋਥੀ ਬਾਰੇ ਲਿਖ ਕੇ ਪਾਤਾ। ਗਲਤ ਮਲਤ ਗੱਲਾਂ ਲੋਕ ਕਰਦੇ ਨੇ ਕੇਵਲ ਗੁਰੂ ਘਰ ਦੀ ਬਦਨਾਮੀ ਵਾਸਤੇ। ਕਿ ਉਹ ਭਗਵਾਂ ਕੱਪੜਾ ਜਾਂ ਸਾਧੂ RSS ਹੀ ਨਹੀਂ ਹੁੰਦੀ। ਨਾਮ ਜਪਣ ਵਾਲੇ ਹਰੇਕ ਥਾਂ ਦੇ ਸਤਿਕਾਰਯੋਗ ਨੇ, ਪ੍ਰਵਾਨ ਨਹੀਂ ਹਨ। ਫਿਰ ਜੇ ਕੋਈ ਇਹਨਾਂ ਪੰਕਤੀਆਂ ਨੂੰ ਲੈ ਕੇ ਨਿੰਦਿਆ ਕਰੇ, ਆਓ ਇਹਨਾਂ ਪੰਕਤੀਆਂ ਦੇ ਬਾਬਾ ਜੀ ਦੇ ਫੇਅਰ ਵਿੱਚ, ਜੋ ਬਾਬਾ ਜੀ ਦੇ ਵਿਰੋਧ ਵਿੱਚ ਨਹੀਂ ਅਰਥ ਜਾਂਦੇ, ਬਾਣੀ ਦੇ ਕਈ ਅਰਥ ਨੇ, ਉਹ ਬਾਬਾ ਜੀ ਦੇ ਹੱਕ ਵਾਲੇ ਅਰਥ ਤੁਹਾਨੂੰ ਸਰਵਣ ਕਰਾਉਂਦੇ ਆ, ਜੋ ਉਦਾਸੀ ਸੰਪਰਦਾ ਵਾਲੇ ਸਾਧ ਸੰਗਤ ਜੀ ਉਹ ਕਰਦੇ ਨੇ। ਪਿਆਰ ਨਾਲ ਸੁਣੋ ਜੀ। ਤਰੀ ਕੌਲ ਨਾ ਪਾਲਿਓ। ਹੇ ਗੁਰੂ ਜੀ, ਪੁੱਤਰੀ ਵਰਗੀ ਛੋਟੀ ਭੈਣ ਦੇ ਵਿਆਹ ਕਰਨ ਵਾਸਤੇ ਇਹ, ਕਿਉਂਕਿ ਜਿਹੜੀ ਵਾਰ ਹੈ ਰਾਏ ਬਲਵੰਡ ਦੇ ਸੱਤੇ ਡੂਮਦੀ ਹੈ, ਇਹਨਾਂ ਨੇ ਲੜਾਈ ਗੁਰਦੁਆਰੇ ਪਾ ਲਈ ਸੀ ਭੈਣ ਦੇ ਵਿਆਹ ਤੋਂ। ਮਾਰੇ ਕਹਿੰਦੇ ਵੀ ਵਿਆਹ ਕੀ ਹੋ ਗਿਆ, ਪਤਾ ਨਹੀਂ ਕੀ ਹੋ ਗਿਆ, 100 ਰੁਪਇਆ ਲੈ ਜਾਓ, ਖਰਚੋ, ਖਰਚੇ ਗਏ ਫਿਰ ਆ ਜਾਇਓ। ਮੈਂ ਕਿਹੜਾ ਨਾ ਕਰਦਾ, ਜਿਹੜੀ ਚੀਜ਼ ਚਾਹੀਦੀ ਗੁਰਦੁਆਰੇ ਚੁੱਕੋ, ਰਸਤ ਪਾਣੀ ਸਭ ਕੁਝ ਤੁਹਾਨੂੰ ਦਿਆਂਗੇ, ਖਰਚਾ ਪਾਣੀ ਗੁੱਸੇ ਕਾਹਤੋਂ ਹੁੰਦੇ ਗੁਰਮੁਖੋ। ਪਰ ਇਹਨਾਂ ਆਪਦੀ ਛੋਟੀ ਭੈਣ ਦੇ ਜਿਹੜੀ ਪੁੱਤਰੀ ਵਰਗੀ ਸੀਗੀ ਕਲੇ ਪਾ ਲਈ। ਇਹੋ ਜਿਹੀ ਕਲੇ ਪਈ ਵੀ ਇਹਨਾਂ ਦੇ ਸਰੀਰ ਤੇ ਹੀ ਟੁੱਟ ਗਈ। ਜਿਹੜਾ ਝਗੜਾ ਸੀਗਾ ਇਹਨਾਂ ਦੇ ਸਰੀਰ ਤੇ ਪੈ ਗਿਆ ਉਲਟਾ। ਜੇ ਕੋ ਸਰ ਸੰਦੇ ਜਨ ਉੱਪਰ ਫਿਰ ਉਲਟੋ ਤਿਸੈ ਲਗਾਵੇ ਗੋ। ਜਿਹੜਾ ਮੱਥਾ ਅਕਾਲ ਤਖਤ ਨਾ ਗੁਰਦੁਆਰੇ ਦੇ ਥੜੇ ਨਾ ਮਾਰੂਗਾ, ਮੱਥਾ ਟੇਕਣ ਦੀ ਬਜਾਏ, ਇਹ ਟੇਕਣ ਵਾਲੀ ਪਲੇਸ ਹੈ, ਸਿਰ ਨਮਾਉਣ ਵਾਲੀ ਪਲੇਸ ਹੈ। ਜਿਹੜਾ ਮੱਥਾ ਮਾਰੂਗਾ ਉਹਦਾ ਖੂਨ ਆਪਦਾ ਹੀ ਨਿਕਲੂਗਾ। ਗੁਰਦੁਆਰੇ ਦਾ ਕੁਛ ਨਹੀਂ ਵਿਗੜਦਾ, ਮਹਾਰਾਜ ਦਾ ਕੀ ਵਿਗੜਨਾ। ਇੱਥੇ ਕਈ ਆਏ ਤੇ ਕਈ ਗਏ ਮੇਰੇ ਵਰਗੇ। ਤੋ ਅੱਜ ਤੱਕ ਜਿੰਨੇ ਅਕਾਲ ਤਖਤ ਨੇ ਮੱਥਾ ਲਾਇਆ ਉਹ ਮੂਧੜੇ ਮੁੰਡੇ ਨੱਕ ਪਰਨੇ, ਉਹਦੇ ਨੱਕ ਚੋਂ ਖੂਨ ਆਪਦੇ ਨਿਕਲਿਆ। ਅਕਾਲ ਤਖਤ ਤਾਂ ਉਸੇ ਤਰ੍ਹਾਂ ਹੀ ਆ, ਝੰਡੇ ਝੂਲਦੇ, ਨਗਾਰੇ ਤੇਰੇ ਵੱਜਦੇ ਤੇ ਸੰਗਤਾਂ ਹਮੇਸ਼ਾ ਹੀ ਕਥਾ ਕੀਰਤਨ ਕਰਦੀਆਂ, ਜਕਾਰੇ ਛੱਡਦੀਆਂ ਨੇ। ਤੋ ਇਸ ਵਾਸਤੇ ਜਿਹੜਾ ਬੰਦਾ ਬਕਵਾਸ ਮਾਰਦਾ, ਨਿੰਦਿਆ ਕਰਦਾ, ਉਹਦੀ ਆਪਦੀ ਜ਼ੁਬਾਨ ਪੱਕਦੀ ਹੈ, ਉਹਦੇ ਆਪਦੇ ਸਰੀਰ ਨੂੰ ਕੋੜ ਹੁੰਦਾ। ਜੋ ਕੋਈ ਬੋਲਦਾ ਉਲਟਾ ਉਹਦੇ ਤੇ ਅਸਰ ਹੁੰਦਾ। ਜੇ ਕੋਈ ਸੂਰਜ ਵੱਲ ਕਰਕੇ ਮੂੰਹ ਕਰਕੇ ਥੁੱਕੇ, ਉਹਦੇ ਥੁੱਕ ਆਪਦੇ ਮੂੰਹ ਤੇ ਪੈਂਦਾ। ਇਉਂ ਗੁਰੂ ਘਰ ਦਾ ਕੁਛ ਨਹੀਂ ਵਿਗੜਦਾ। ਮਹਾਰਾਜ ਤਾਂ ਪ੍ਰਕਾਸ਼ ਰੂਪ ਨੇ, ਸੂਰਜ ਰੂਪ ਨੇ। ਜੇ ਨਿੰਦਿਆ ਕੀਤੀ ਇਹਨਾਂ ਮਰਾਸੀਆਂ ਨੇ ਤੇ ਇਹਨਾਂ ਨੂੰ ਕੋੜ ਹੋਇਆ, ਇਹਨਾਂ ਦਾ ਆਪਦਾ ਨੁਕਸਾਨ ਹੋਇਆ। ਸੋ ਮਹਾਰਾਜ ਦਾ ਬਚਨ ਨਹੀਂ ਮੰਨਿਆ। ਪੁੱਤਰੀ ਕੌਲ ਨਾ ਪਾਲਿਓ। ਇਹ ਗੁਰੂ ਸਾਹਿਬ ਜੀ, ਪੁੱਤਰੀ ਵਰਗੀ ਛੋਟੀ ਭੈਣ ਦੇ ਵਿਆਹ ਕਰਨ ਵਾਸਤੇ ਅਸੀਂ ਤੁਹਾਡਾ ਬਚਨ ਨਹੀਂ ਪਾਲਿਆ। ਕਰ ਪੀ ਰਹੋ ਕੰਨ ਮੁਰਟੀਆ। ਇਸ ਕਰਕੇ ਸਾਨੂੰ ਕੋੜ ਦੇ ਰੋਗ ਦੀ ਪੀ ਰਹੋ ਪੀੜ ਕਰ ਦਿੱਤੀ ਤੁਸਾਂ ਨੇ, ਤੇ ਸਾਡੇ ਵੱਲੋਂ ਕੰਨਾ ਮੋਢਾ ਮੋੜ ਲਿਆ ਆਪਨੇ। ਦਿਲ ਖੋਟਾ ਆਕੀ ਫਿਰਾਨਾ। ਅਸੀਂ ਦਿਲ ਹਿਰਦੇ ਖੋਟੇ ਹੋਣ ਕਰਕੇ ਬਾਗੀ ਹੋਏ ਤੁਰੇ ਫਿਰਦੇ ਸੀਗੇ। ਬੰਨ ਭਾਰ ਉਚਾਇਨ ਛੱਡੀਆ। ਤੇ ਔਗਣਾ ਦਾ ਭਾਰ ਬਨ ਕੇ ਹੰਕਾਰ ਦੇ ਵਿੱਚ ਆਕੀ ਪੁਣੇ ਬਗਾਵਤ ਦੀ ਛੱਟੀ ਚੁੱਕੀ ਫਿਰਦੇ ਸੀ। ਇਹ ਸਾਡੇ ਕਰਕੇ ਹੀ ਗੁਰਦੁਆਰਾ ਚੱਲਦਾ ਹੈ। ਅਸੀਂ ਨਾ ਹੋਈਏ ਤਾਂ ਗੁਰਦੁਆਰੇ ਕੋਈ ਆਵੇ ਹੀ ਨਾ। ਤਰੀ ਕੌਲ ਨਾ ਪਾਲਿਓ। ਇਸੇ ਪ੍ਰਕਾਰ ਅਸੀਂ ਬੇਮੁਖ ਬੰਦੇ ਆ, ਦਾੜੀ ਕਟਾਈ ਜਾਂਦੇ ਆ, ਸ਼ਰਾਬਾਂ ਨਹੀਂ ਛੱਡਦੇ, ਧੀਆਂ ਪੁੱਤਰਾਂ ਦੇ ਵਿਆਹ ਤੇ ਗੁਰੂ ਦੀ ਮਰਿਆਦਾ ਤੋਂ ਉਲਟ ਤੇ ਨਾਚ ਗਾਣਾ ਕਰਕੇ ਪੈਸੇ ਦੀ ਬਰਬਾਦੀ ਕਰਦੇ ਆ। ਸੇਵਾ ਸਿਮਰਨ 'ਚ ਲਾ ਕੇ ਸਫਲ ਨਹੀਂ ਬਣਾਉਂਦੇ। ਮਹਾਰਾਜ ਦਾ ਹੁਕਮ ਕੋਈ ਨਹੀਂ ਮੰਨਦਾ। ਸਭ ਅਸੀਂ ਬੇਮੁਖ ਬੰਦੇ ਆ। ਜਿਹੜੇ ਸਿੱਖ ਕਮਾਉਣ ਵਾਲੇ ਤਾਂ ਅਸੀਂ ਵੀ, ਸਿੱਖ ਵੀ ਬੇਮੁਖ ਆ। ਗੁਰੂ ਸਾਹਿਬ ਦੇ ਬਚਨ ਮੁਤਾਬਕ ਰਹਿਤ ਮਰਿਆਦਾ 'ਚ ਨਹੀਂ ਚੱਲਦੇ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੀਰਾ। ਕੋਈ 5 ਬਾਣੀਆਂ ਨਹੀਂ ਪੜ੍ਹਦਾ, ਰਹਿ ਰਸ ਨਹੀਂ ਕਰਦਾ। ਜੇ ਕੋਈ ਕਰਦਾ ਤਾਂ 2.5 ਘੰਟੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਦਾ। ਜੇ ਇਹ ਵੀ ਕਰਦਾ ਤੇ ਮਨ ਨਹੀਂ ਟਿਕਾਉਂਦੇ, ਗੁਰੂ ਸਾਹਿਬ ਤੇ ਸ਼ਰਧਾ ਨਹੀਂ ਰੱਖਦੇ। ਕੋਈ ਨਾ ਕੋਈ ਘਾਟ ਕਮੀ ਪੇਸ਼ੀ ਜ਼ਰੂਰ ਹੈ। ਜੋ ਸੰਸਾਰੀ ਜੀਵ ਗੁਰੂ ਪੁੱਤਰ ਹੋ ਕੇ ਗੁਰਾਂ ਦਾ ਬਚਨ ਨਹੀਂ ਮੰਨਦੇ। ਮਹਾਰਾਜ ਨੇ ਆਪਦੇ ਸਾਹਿਬਜ਼ਾਦੇ ਵਾਰ ਕੇ ਸਾਨੂੰ ਆਪਦੇ ਸਪੁੱਤਰ ਸਪੁੱਤਰੀਆਂ ਬਣਾਇਆ, ਤੇ ਆਪਾਂ ਸਾਧ ਸੰਗਤ ਜੀ ਕੇਸ ਕਤਲ ਕਰਾ ਕੇ ਅੰਮ੍ਰਿਤ ਦੀ ਰਹਿ ਤਿਆਗ ਕੇ ਗੁਰੂ ਜੀ ਤੋਂ ਬੇਮੁਖ ਹੋਏ ਤੁਰੇ ਫਿਰਦੇ ਆ। ਤੇ ਉਲਟਾ ਅਸੀਂ ਕਹਿੰਦੇ ਆਪਾਂ ਸਿੰਘ ਸਾਹਿਬ ਹਾਂ। ਕਰ ਪੀ ਰਹੋ ਕੰਨ ਮੁਰਟੀਆ। ਆਪ ਸਿੱਖੀ ਨੂੰ ਧਾਰਨ ਨਹੀਂ ਕਰਦੇ ਤੇ ਕਹਿੰਦੀਆਂ ਸਾਨੂੰ ਪ੍ਰਧਾਨ ਬਣਾ ਦਿਓ।
ਪ੍ਰਬੰਧ ਸਾਡੇ ਹੱਥ ਵਿੱਚ ਦੇ ਦਿਓ। ਆ ਦੁਨੀਆ ਬੜਾ ਰੌਲਾ ਪਾਉਂਦੀ ਹੈ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦਾ ਸਾਨੂੰ ਵੀ ਹੱਕ ਦਿਓ। ਆ ਜਿੰਨੇ ਕੋਨੇ ਮੋਨੇ ਨੇ ਨਾ, ਮੈਨੂੰ ਮਾਫ ਕਰਨਾ। ਪ੍ਰਬੰਧਕ ਬਣਨਾ ਚਾਹੁੰਦੇ ਨੇ ਵੀ ਦਰਬਾਰ ਸਾਹਿਬ ਦੇ ਪ੍ਰਬੰਧਕ ਅਸੀਂ ਬਣ ਜਾਈਏ, ਨਾ ਦਾੜੀ ਰੱਖੀਏ, ਨਾ ਜੂੜਾ ਰੱਖੀਏ, ਨਾ ਕਸ਼ਹਿਰਾ ਪਾਈਏ, ਮੂੰਹ ਜ਼ਬਾਨੀ ਹੋਈ ਸਾਨੂੰ ਪ੍ਰਧਾਨ ਬਣਾ ਦਿਓ ਜੀ। ਕਾਹਦੇ ਲਈ? ਵੀ ਉੱਥੇ ਅੱਗੇ ਪੈਸੇ ਬੜੇ ਹੁੰਦੇ ਨੇ। ਕਿੰਨੀ ਵੇਖੋ ਕਮਲੀ ਦੁਨੀਆ। ਮਹਾਰਾਜ ਨੇ ਕਦੇ ਪੈਸੇ ਵੱਲ ਧਿਆਨ ਕੀਤਾ ਸੀਗਾ? ਫਿਰ ਲੜਦੇ ਕਾਹਤੋਂ ਆ? ਵੋਟਾਂ ਕਾਹਤੋਂ ਪੈਂਦੀਆਂ? ਪੈਸੇ ਖਾਤਰ। ਸਾਡਾ ਧਿਆਨ ਮਹਾਰਾਜ ਦੀ ਬਾਣੀ 'ਚ ਨਹੀਂ ਹੈ, ਗੁਰੂ ਘਰ ਦੀ ਤਰੱਕੀ ਵਿੱਚ ਨਹੀਂ ਹੈ। ਸਿੱਖਾਂ ਦੇ ਬੱਚੇ ਪੜ੍ਹਾਏ ਜਾਣ, ਕੋਈ ਉਹਨਾਂ ਨੂੰ ਸਕੂਲ ਬਣਾ ਕੇ ਕੋਈ ਕਾਲਜ ਦਿੱਤਾ ਜਾਏ ਜਿਸ 'ਚ ਬੱਚੇ ਫ੍ਰੀ ਹੋਣ, ਅੰਮ੍ਰਿਤਧਾਰੀ ਉਹਨਾਂ ਨੂੰ ਵਜ਼ੀਫਾ ਮਿਲੇ, ਤੇ ਕੋਈ ਹਸਪੀਟਲ ਹੋਵੇ ਜਿੱਥੇ ਫ੍ਰੀ ਇਲਾਜ ਹੋਵੇ। ਇਸ ਤਰ੍ਹਾਂ ਦਾ ਕੰਮ ਵੱਲ ਕੋਈ ਧਿਆਨ ਨਹੀਂ ਹੈ। ਤੇ ਇਸ ਵਾਸਤੇ ਆਪਦੇ ਦਿਲ ਆਕੀ ਹਨ, ਮਹਾਰਾਜ ਦਾ ਬਚਨ ਮੰਨਦੇ, ਸਿੱਖੀ ਧਾਰ ਨਹੀਂ ਕਰਦੇ, ਕਰ ਪੀਰੋ। ਇਸੇ ਕਰਕੇ ਉਹਨਾਂ ਨੂੰ ਯਮਦੂਤ ਮੌਤ ਦੀ ਪੀੜਾ ਦੇਣਾ ਕਰਨਗੇ। ਕੰਨ ਮਰਟੀ ਹੈ ਅਤੇ ਉਹਨਾਂ ਦੇ ਮੋਢੇ ਫੜ ਫੜ ਕੇ, ਉਹਨਾਂ ਦੀਆਂ ਬਾਹਾਂ ਫੜ ਫੜ ਕੇ ਮਰੋੜ ਕੇ ਪਿੱਠ ਪਿੱਛੇ ਲਾਉਣਗੇ, ਉਹਨਾਂ ਨੂੰ ਗੋਡਾ ਵਾਉਣਗੇ, ਭਾਵ ਦੁੱਖ ਦੇ ਕੇ ਸਥੂਲ ਸਰੀਰ ਵਿੱਚੋਂ ਜਿੰਦ ਨੂੰ ਕੱਢਣਗੇ। ਆਕੀ ਫਿਰਨ ਜਿਹੜੇ ਕਾਮ ਕ੍ਰੋਧ ਆਦਿਕਾਂ 'ਚ ਲੱਗਣੇ ਕਰਕੇ ਦਿਲ ਦੇ ਖੋਟੇ ਨੇ, ਉਹ ਗੁਰਾਂ ਦੀ ਆਗਿਆ ਮੰਨਣ ਤੋਂ ਆਕੀ ਹੋਏ ਤੁਰੇ ਫਿਰਦੇ ਹਨ। ਬਨ ਭਾਰ ਉਚਾਇਨ ਛੱਡੀਆ, ਕਿਉਂਕਿ ਉਹਨਾਂ ਨੇ ਪਾਪਾਂ ਦੇ ਭਾਰ ਦੀ ਛੱਟ ਨੂੰ ਬੰਨ੍ਹ ਕੇ ਆਪੇ ਆਤਮੇ ਕਰਨ ਦੇ ਅੰਦਰ ਚੁੱਕਿਆ ਹੋਇਆ ਹੈ। ਜਿਨੇ ਆਖੀ ਸੋਈ ਕਰੇ। ਜਿਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੱਲ ਆਖੀ ਸੀ ਕਿ ਭਾਈ ਲਹਿਣਾ ਸ੍ਰੀ ਗੁਰੂ ਅੰਗਦ ਦੇਵ ਸਾਡਾ ਸਰੂਪ ਹੈ, ਉਹੀ ਗੁਰੂ ਅੰਗਦ ਦੇਵ ਸਰੂਪ ਹੋ ਕੇ ਗੁਰਿਆਈ ਕਰ ਰਹੇ ਹਨ। ਜਿਨ ਕੀਤੀ ਤਿਨੈ ਥੱਟੀਆ, ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸੇ ਨੇ ਹੀ ਸ੍ਰੀ ਗੁਰੂ ਨਾਨਕ ਸਰੂਪ ਹੋ ਕੇ ਗੁਰਤਾ ਗੱਦੀ ਦੇ ਥਾਟ ਨੂੰ ਬਣਾਇਆ ਹੈ। ਇਸੇ ਪ੍ਰਕਾਰ ਭਾਵ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਹਨ। ਜਿਨ ਆਖੀ ਸੋਈ ਕਰੇ। ਜਿਸ ਪਰਮੇਸ਼ਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੱਲ ਆਖੀ ਸੀ ਕਿ ਸੰਸਾਰ ਦੀ ਕਲਿਆਣ ਲਈ ਗੁਰਿਆਈ ਕਰੋ, ਉਹੀ ਵਾਹਿਗੁਰੂ ਆਪ ਹੀ ਗੁਰੂ ਨਾਨਕ ਰੂਪ ਹੋ ਕੇ ਕਰਦੇ ਪਏ ਹਨ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਜਿਨ ਕੀਤੀ ਤਿਨੈ ਥੱਟੀਐ, ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਵਨ ਸ੍ਰੀ ਲਹਿਣਾ ਮਤਲਬ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੇਣਾ ਕੀਤੀ ਹੈ, ਜਿਸ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਕੀਤੀ ਹੈ, ਉਸੇ ਨੇ ਹੀ ਗੁਰਤਾ ਗੱਦੀ ਦੀ ਥਾਟ ਬਣਾਵਟ ਨੂੰ ਗੁਰੂ ਅੰਗਦ ਦੇਵ ਰੂਪ ਹੋ ਕੇ ਸੰਭਾਲਿਆ, ਜਾਂ ਉਸੇ ਨੇ ਸ਼ੁਭ ਗੁਣਾਂ ਦੀ ਥਾਟ ਨੂੰ ਬਣਾਇਆ ਹੈ। ਕੌਣ ਹਾਰੇ ਕਿਨ ਉਵਟੀਐ। ਅੱਗੇ ਵੇਖੋ ਹੁਣ ਕੌਣ ਹਾਰੇਗਾ ਤੇ ਕੌਣ ਜਿੱਤੇਗਾ। ਕਿਸ ਨੇ ਵਟਣਾ ਜਿੱਤਣਾ ਹੈ, ਭਾਵ ਅੱਗੇ ਗੁਰਤਾ ਗੱਦੀ ਪੁੱਤਰਾਂ ਤੇ ਸਿੱਖਾਂ ਵਿੱਚੋਂ ਕਿਸ ਨੂੰ ਮਿਲੇਗੀ। ਇੱਥੋਂ ਤੱਕ ਤਾਂ ਗੁਰੂ ਅੰਗਦ ਦੇਵ ਜੀ ਦੀ ਬਾਬੇ ਸ੍ਰੀ ਚੰਦ, ਬਾਬੇ ਲਖਮੀ ਦਾਸ ਦੀ ਗੱਲ ਕੀਤੀ ਹੈ। ਇਹ ਤੋਂ ਅੱਗੇ ਹੋਰ ਤੁਹਾਨੂੰ ਗੱਲਬਾਤ ਗੁਰੂ ਸਾਹਿਬ ਦੀ ਕਥਾ ਸੁਣਾਵਾਂਗੇ। ਸਾਧ ਸੰਗਤ ਜੀਓ, ਦੂਸਰੀ ਪੌੜੀ ਸਮਾਪਤ ਹੋਈ ਹੈ ਜੀ। ਇੱਕ ਪੌੜੀ ਕੱਲ੍ਹ ਨੂੰ ਵਿਚਾਰੀ ਸੀ, ਦੂਜੀ ਅੱਜ ਵਿਚਾਰੀ ਹੈ ਜੀ। ਭੁੱਲਾਂ ਚੁੱਕਾਂ ਮਾਫ ਕਰਨੀਆਂ, ਅੱਗੇ ਦੋ ਸਮਤ ਬਖਸ਼ਣੀ। ਜਿਨੇ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥੱਟੀਐ। ਕੌਣ ਹਾਰੇ ਕਿਨ ਵਟੀਐ। ਵਾਹਿਗੁਰੂ ਜੀ ਕਾ ਖਾਲਸਾ